निर्णय दे विच द्वैत है तो समझ लो भी ये उपदेश विच कसर है। उसे वाहिगुरु ने जिहड़ा वाहिगुरु 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 जी आश्चर्य रूप है, कबल नैन बदर बैन कोट सैन संग सोभ, द्वापर दे अंदर कृष्ण रूप धार के कृष्ण नूं सत्ता दे करके कबल वर्गे नेत्र सुभाएमान होए, करोड़ां दी गिनती च फौज नाल सोभनीक होई, जरासंध वर्गे चढ़ के आए, जंग दरायद काल जमनक भगोयद कीमन फौज को शाहम। 10वें पातशाह ने फरमाया काल जमन वर्गे ग्रीस दे राजे भी चढ़ के आए, जिहड़ा जरासंध दा मित्र सी, भस्म करके रख दिते मथुरा दे इलाके विच। कहत माज सोध जिसे दही भात खाए जियो, जिन्हों होर निर्णय कर दिता भी इउं ना समझ लियो भी नहीं कृष्ण नूं कहा। माता जसोंदा कहंदी है हे पुत्र लै तैनूं दही ते चौल खवावां। होर दसो कौन होया? कृष्ण ना होया। हुण आपां गुरु नानक देव दे घर दे सिख हैं, गुरबाणी च अंकित कीता होया, आपां बिरती किते टकावांगे? कट्टड़ आदमी तां दुचित्तेपणे च पै जांदा भी ये बाणी कढ दिओ गुरबाणी चों। ਇਹ ਜਿਹੇ ਵੀ ਧੱਕੇ ਚੜ ਜਾਂਦੇ ਆ ਵੀ ਗੁਰਬਾਣੀ ਨੂੰ ਕਾਂਟ ਸ਼ੀਟ ਕਰਨ ਲੱਗੇ। ਲੇਕਿਨ ਇੱਥੇ ਸਤ ਸੰਗਤ ਜੀ ਉਹੀ ਨਿਰਗੁਣ ਸਰੂਪ ਜਿਹੜਾ ਵਾਹਿਗੁਰੂ ਹੈ, ਦੁਆਪਰ ਯੁੱਗ ਦੇ ਅੰਦਰ ਸ੍ਰਿਸ਼ਟੀ ਰਚ ਕੇ ਯੁਗਾਂ ਦੀ ਮਰਜ਼ਾਦਾ ਵੀ ਆਪ ਹੀ ਬੰਨਣ ਵਾਲਾ ਹੈ ਨਾ, ਔਰ ਯੁਗਾਂ ਦੇ ਵਿੱਚ ਅਵਤਾਰ ਵੀ ਸੱਤਾ ਦੇ ਕੇ ਆਪ ਹੀ ਭੇਜਣ ਵਾਲਾ ਹੈ। ਉਹ ਭਾਈ ਵਾਹਿਗੁਰੂ ਹੈ ਜਿਸ ਨੇ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ। ਇਹ ਵਾਹਿਗੁਰੂ ਚੰਡੀ ਦੀ ਵਾਰ ਵਿੱਚ ਆਉਂਦਾ ਅਕਾਲ ਪੁਰਖ ਅੰਤਰਜਾਮੀ, ਤੇਤੋਂ ਹੀ ਸੱਤਾ ਲੈ ਕੇ ਰਾਮਚੰਦਰ ਨੇ ਤੀਰਾਂ ਦੇ ਨਾਲ ਰਾਵਣ ਦਾ ਘਾਤ ਕਰ ਦਿੱਤਾ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। हे ਵਾਹਿਗੁਰੂ ਤੇਤੋਂ ਹੀ ਬਲ ਲੈ ਕਰਕੇ ਕ੍ਰਿਸ਼ਨ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਉਹ ਪਟਕਾ ਕੇ ਮਾਰਿਆ। ਜਿਹੜਾ ਵਾਹਿਗੁਰੂ ਸਤਿ ਜੀ ਕ੍ਰਿਸ਼ਨ ਦੇ ਅੰਦਰ ਪ੍ਰਗਟ ਹੋ ਕਰਕੇ ਜੀਵਾਂ ਦੀ ਕਲਿਆਣ ਕਰ ਸਕਦਾ ਹੈ, ਉੱਥੇ ਫਿਰ ਸਤ ਸੰਗਤ ਜੀ ਆਪਾਂ ਕਿੱਥੇ ਦੁਐਤ ਭਾਵ ਚ ਆਵਾਂਗੇ? ਜਿੱਥੇ ਸਰਗੁਣ ਤੋਂ ਚੱਕ ਕੇ ਬਿਰਤੀ ਨਿਰਗੁਣ ਚ ਲਿਆਉਣੀ ਹੈ ਨਾ, ਉੱਥੇ ਇਹ ਵੀ ਉਪਦੇਸ਼ ਹੈ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ, ਉਹ ਸਾਰੇ ਗੜੇ ਫਿਰ ਮੇਟੇ ਬਣਾਏ। ਕਲਗੀਧਰ ਪਾਤਸ਼ਾਹ ਨੇ ਕਿਹਾ ਕ੍ਰਿਸ਼ਨ ਵਰਗੇ ਕਰੋੜਾਂ ਹੀ ਪੈਦਾ ਕੀਤੇ ਨੇ ਪਰਮੇਸ਼ਰ ਨੇ, ਉੱਥੇ ਆਪਣੀ ਸਰਗੁਣ ਸਰੂਪ ਤੋਂ ਚੱਕ ਕੇ ਬਿਰਤੀ ਨਿਰਗੁਣ ਚ ਜੋੜਨੀ ਆ। ਮਹਾਰਾਜ ਜੀ ਨੇ ਤਾਂ ਕਿਹਾ ਹੈ ਕਦੇ ਵੀ ਕਿਸੇ ਨਾਲ ਘਿਰਨਾ ਨਹੀਂ ਕਰਨੀ, ਜੇ ਸ਼ਾਂਤ ਰੱਖਣਾ ਆਪਣੇ ਮਨ ਨੂੰ। ਸਤ ਸੰਗਤ ਜੀ ਐਸਾ ਅੰਮ੍ਰਿਤਮਈ ਸ਼ਬਦ ਆਪਾਂ ਪੜ੍ਹ ਰਹੇ ਸੀ। ਹਰ ਏਕ ਨਿਰੰਜਨ ਗਾਈਆ ਸਭ ਅੰਤਰ ਸੋਈ, ਉਹ ਹਰੀ ਏਕ ਨਿਰੰਜਨ ਪਰਮੇਸ਼ਰ ਦਾ ਗਾਇਨ ਕਰੀਏ ਜੋ ਸਾਰਿਆਂ ਦੇ ਅੰਦਰ ਹੀ ਉਹ ਹੈ, ਲੇਕਿਨ ਲੁਕ ਰਿਹਾ ਦਿਸਦਾ ਨਹੀਂ, ਦੇਖਣ ਵਾਸਤੇ ਹੀ ਇੱਥੇ ਆਉਨੇ ਆ। ਉਹ ਭਾਈ ਕ੍ਰਿਸ਼ਨ ਆਦਿਕਾਂ ਅਵਤਾਰਾਂ ਦੇ ਅੰਦਰ ਵੀ ਸੱਤਾ ਦੇ ਰਿਹਾ ਹੈ। ਐਸਾ ਸਤ ਸੰਗਤ ਜੀ ਕਰਨ ਕਾਰਨ ਸਮਰੱਥ ਹੈ ਪ੍ਰਭ ਜੋ ਕਰੇ ਸੋ ਹੋਈ। ਸਾਰਿਆਂ ਕਾਰਜਾਂ ਨੂੰ ਕਰਨ ਨੂੰ ਸ਼ਕਤੀ ਰੱਖਦਾ ਹੈ। ਜੋ ਪਿੱਛੇ ਕਰਦਾ ਸੀ ਹੁੰਦਾ ਸੀ, ਜੋ ਹੁਣ ਕਰ ਰਿਹਾ ਹੋ ਰਿਹਾ ਹੈ, ਜੋ ਅੱਗੇ ਨੂੰ ਕਰੇਗਾ ਭਾਈ ਉਹੀ ਹੋਵੇਗਾ। ਖੰਡ ਮੰਡਲ ਪਾਤਾਲ ਦੀਪ ਸਵਰਿਆ ਰਵਿਆ ਸਭ ਲੋਈ, ਲੇਕਿਨ ਅਖੀਰ ਤੇ ਆਉਂਦਾ ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਇਹ ਜੇ ਸਰੂਪ ਨੂੰ ਗੁਰੂ ਨਾਨਕ ਰੂਪ ਧਾਰ ਕੇ ਜਿਹਨੂੰ ਆਪ ਪਰਮੇਸ਼ਰ ਬੁਝਾ ਦੇਵੇ ਨਾ, ਉਹ ਭਾਈ ਬੁਝ ਲੈਂਦਾ ਤੇ ਉਹੀ ਨਿਰਮਲ ਜਨ ਹੈ। ਸੋ ਉਹ ਨਿਰਮਲ ਜਨ ਬਣਨ ਵਾਸਤੇ ਆਪਾਂ ਇੱਥੇ ਆਏ ਕਿ ਜਿਤਨੀ ਵਿਸ਼ਿਆਂ ਵਿਕਾਰਾਂ ਦੀ ਮੈਲ ਉਹ ਚੱਕੀ ਜਾਵੇ ਔਰ ਪਾਪਾਂ ਦੀ ਮੈਲ ਚੱਕੀ ਜਾਵੇ। ਕਿਹਦੇ ਆਸਰੇ ਚੱਕ ਹੋਊ? ਕੀਰਤਨ ਔਰ ਕਥਾ, ਇਹਦੇ ਚ ਜਿਹਨੇ ਮਨ ਨੂੰ ਆਪਣੇ ਨੂੰ ਲਾ ਲਿਆ ਹੈ। ਇਹ ਖਾਲਸਾ ਜੀ ਪ੍ਰਯੋਜਨ ਆਪਣਾ ਇੱਥੇ ਆਉਂਦਾ। ਸੋ ਆਪ ਬਿਰਤੀਆਂ ਨੂੰ ਕਾਗਰ ਕਰੋ। ਉਹੀ ਅੰਮ੍ਰਿਤਮਈ ਬਾਣੀ ਹੈ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਧਾ ਨਾਲ ਗੋਸ਼ਟ ਕਰਦੇ ਹੋਏ ਇਹ ਉਚਾਰ ਰਹੇ ਨੇ। ਕੱਲ ਸਤ ਸੰਗਤ ਜੀ ਪ੍ਰਸੰਗ ਆ ਚੁੱਕਿਆ ਹੈ ਕਿ ਜਿਤਨੇ ਸੰਸਾਰ ਦੇ ਅਵਤਾਰ ਨੇ ਉਹ ਵੀ ਗੁਰੂ ਤੋਂ ਬਿਨਾ ਕਿਸੇ ਪਾਸੇ ਨਹੀਂ ਚੱਲ ਸਕੇ। ਰਾਮਚੰਦਰ ਨੇ
ਗੁਰੂ ਧਾਰਿਆ ਤਾਂ ਵਿਸ਼ਿਸ਼ਟ ਨੂੰ ਤੇ ਵਿਸ਼ਵਾਮਿੱਤਰ ਨੂੰ ਧਾਰਿਆ। ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਿਆ ਤਾਂ ਅਕਾਲ ਪੁਰਖ ਅੰਤਰਜਾਮੀ ਨੂੰ ਧਾਰਿਆ ਹੈ। ਇਸੇ ਤਰ੍ਹਾਂ ਸਤ ਸੰਗਤ ਜੀ ਆਪ ਜੀ ਇੱਥੇ ਗੁਰਮੁਖਾਂ ਦੀ ਔਰ ਗੁਰੂ ਦੀ ਮਹਿਮਾ ਸਿੱਧਾਂ ਦੇ ਅੱਗੇ ਦੱਸ ਰਹੇ ਹਨ। ਗੁਰਮੁਖ ਬਾਂਧਿਓ ਸੇਤ ਵਿਧਾਤਾ। ਕਹਿੰਦੇ ਭਾਈ ਆਪਣੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਰਾਮਚੰਦਰ ਜਿਹੜਾ ਵਿਧਾਤਾ ਖਵਾਉਂਦਾ ਸੀ ਨਾ ਕਰਮਾਂ ਅਨੁਸਾਰ ਫਰਵਰ ਦਾਤਾ, ਉਸਨੇ ਸੇਤ ਬੰਨ੍ਹਿਓ ਪੁਲ ਬੰਨਿਆ, ਉਹਦੀ ਰਾਇ ਲਈ ਵੀ ਮੈਂ ਲੰਕਾ ਜਾਣਾ ਕਿਵੇਂ ਬੰਨਾ। ਕਹਿੰਦੇ ਨਲ ਨੀਲ ਦੋ ਮਿਸਤਰੀ ਨੇ ਸੀ ਬਾਂਦਰਾਂ ਦੀ ਅੰਸ਼ ਵਿੱਚੋਂ, ਉਹ ਰਿਖੀਆਂ ਦੀਆਂ ਸਤ ਸੰਗਤ ਜੀ ਮੂਰਤੀਆਂ ਡਬੋ ਦਿੰਦੇ ਸੀ ਪਾਣੀ 'ਚ ਚੱਕ ਕੇ। ਮੂਰਤੀਆਂ ਪੱਥਰ ਦੀਆਂ ਹੁੰਦੀਆਂ, ਰਿਖੀਆਂ ਨੇ ਵਰ ਦੇ ਦਿੱਤਾ ਉਹਨਾਂ ਨੂੰ, ਕਹਿੰਦੇ ਜਾਓ ਤੁਹਾਡੇ ਹੱਥੋਂ ਪੱਥਰ ਹੀ ਨਾ ਡੁੱਬਣ, ਬਈ ਤੁਸੀਂ ਜੇ ਨਹੀਂ ਡੁੱਬਣਗੀਆਂ ਅਸੀਂ ਜਦੋਂ ਮਰਜ਼ੀ ਚੱਕ ਲਾਂਗੇ ਉੱਥੇ ਤਰਦੀਆਂ ਰਹਿਣਗੀਆਂ। ਉਹਨਾਂ ਨੂੰ ਇਹ ਸਤ ਸੰਗਤ ਜੀ ਜਿਹੜਾ ਸਰਾਪ ਸੀ ਉਹ ਫਲਿਆ ਆ। ਵਿਸ਼ਿਸ਼ਟ ਨੇ ਕਿਹਾ ਹੇ ਰਾਮ, ਜੇ ਤੂੰ ਪੁਲ ਬੰਨਣਾ ਚਾਹੁੰਦਾ ਹੈ ਕੱਲੇ ਕੱਲੇ ਪੱਥਰ ਦੇ ਉੱਤੇ ਰਾਮ ਨਾਮ ਲਿਖਾ ਦੇ, ਨਾਲੇ ਉਹਨਾਂ ਦੋਨਾਂ ਮਿਸਤਰੀਆਂ ਨੂੰ ਲਾ ਕੇ ਪੁਲ ਬੰਨ ਲੈ। ਉਸ ਵੇਲੇ ਸਤ ਸੰਗਤ ਜੀ ਇਸ ਨੇ ਪੁਲ ਬੰਨਿਆ। ਸਰਵਰ ਭਰ ਗਿਰਵਰ ਧਰ ਭਾਰੇ, ਤਰਵਰ ਕੇ ਪਾਤਰ ਥਮ ਤਾਰੇ। ਜੰਗ ਉੱਤੇ ਸਮੁੰਦਰ ਦੇ ਬੜੇ ਬੜੇ ਸਤ ਸੰਗਤ ਜੀ ਪੱਥਰ ਧਰ ਕੇ ਤਾਰ ਦਿੱਤੇ, ਜਿਵੇਂ ਪੱਤਾ ਬਿਰਛ ਦਾ ਤਰਦਾ ਹੁੰਦਾ ਪਾਣੀ ਦੇ ਉੱਤੇ। ਸੋ ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਹੀ ਵਿਸ਼ੇਸ਼ ਦੀ ਇਸ ਨੇ ਪੁਲ ਬੰਨਿਆ ਹੈ ਲੰਕਾ ਨੂੰ ਜਾਣ ਲਈ। ਲੰਕਾ ਲੋਟੀ ਦੈਤ ਸੰਤਾਪਾ। ਪੁਲ ਬੰਨ ਕੇ ਜਾ ਕੇ ਕੰਮ ਕੀ ਕੀਤਾ? ਲੰਕਾ ਲੁੱਟ ਲਈ ਸਾਰੀ। ਕਿਉਂ? ਉਹ ਕਰੈਤੀਆ ਸੀ, ਵਿਵਚਾਰੀ ਸੀ। ਰਾਵਣ ਭਾਵੇਂ ਬ੍ਰਾਹਮਣ ਸੀ, ਪਰ ਪਰਾਈ ਇਸਤਰੀ ਤਾਂ ਭਾਈ ਖੋਹਣੀ ਪਾਪ ਹੈ। ਸੋ ਉਸ ਵੇਲੇ ਸਤ ਸੰਗਤ ਜੀ ਲੰਕਾ ਲੁੱਟ ਲਈ। ਜਿੰਨੇ ਦੈਤ ਸੀ ਉਹਨਾਂ ਨੂੰ ਦੁਖੀ ਕੀਤਾ, ਜਿਹੜੇ ਮੁਕਾਬਲਾ ਕਰਦੇ ਸਨ ਸੰਤਪਾਉਣਾ ਕੀਤਾ ਸੰਗ ਭਲੀ ਬਕਾਰ। ਰਾਮਚੰਦ ਮਾਰਿਓ ਅਹ ਰਾਵਣ। ਰਾਮਚੰਦਰ ਨੇ ਉਸ ਵੇਲੇ ਮੁਕਾਬਲੇ ਤੇ ਆ ਕੇ ਸਤ ਸੰਗਤ ਜੀ ਇਹ ਕਹੀਏ ਹੰਕਾਰੀ ਰਾਵਣ ਨੂੰ ਮਾਰਿਆ। ਲੇਕਿਨ ਭਾਈ ਜਿੱਥੇ ਕੰਡੇ ਨੇ ਉੱਥੇ ਫੁੱਲ ਵੀ ਹੈ। ਜਿੱਥੇ ਰਾਵਣ ਵਿਵਚਾਰੀ ਵਿਸ਼ਿਆਂ ਦਾ ਗਰਸਿਆ ਹੋਇਆ ਸੀ, ਉੱਥੇ ਭਵੀਖਣ ਉਹਦਾ ਛੋਟਾ ਭਾਈ ਭਗਤ ਵੀ ਸੀਗਾ। ਉੱਥੇ ਉਹਦੇ ਘਰ ਵਾਲੀ ਮਦੋਦਰੀ ਵੀ ਚੰਗੇ ਸੁਭਾਅ ਵਾਲੀ ਸੀ। ਉਹਨੇ ਰਾਏ ਦਿੱਤੀ। 10ਵੇਂ ਪਾਤਸ਼ਾਹ ਨੇ ਫਰਮਾਇਆ ਦੇ ਮਿਲੋ ਜਾਨ ਕੀ ਬਾਤ ਹੈ ਸਿਆਨ ਕੀ, ਚਾਮ ਕੇ ਦਾਮ ਕੈਸੇ ਚਲਾਏ। हे ਪਤੀ ਚੰਮਦੀਆਂ ਕਾਹਨੂੰ ਚਲਾਉਣਾ ਹੈ? ਰਾਵਣ ਨੂੰ ਕਹਿੰਦੀ ਇਹ ਸਿਆਣਿਆਂ ਵਾਲੀ ਬਾਤ ਹੈ, ਜਾਨਕੀ ਸੀਤਾ ਦੇ ਕੇ ਮਿਲ ਪਾ ਰਾਮਚੰਦਰ ਨੂੰ। ਪਰ ਹੰਕਾਰੀ ਆਦਮੀ ਕਿੱਥੇ ਸਮਝਦਾ ਹੈ ਸਤ ਸੰਗਤ ਜੀ। ਕਹਿੰਦਾ ਉਲਟਾ ਉੱਤਰ ਦਿੰਦਾ ਉਸ ਨੂੰ, ਚੌਰ ਚੰਦਰੰ ਕਰੰ ਸੂਰ ਛਤਰੰ ਧਰੰ ਵੇਦ ਬ੍ਰਹਮਾ ਦਰੰ ਰਰੰ ਦੁਆਰ ਮੇਰੇ, ਨੀਰ ਬਰਨੰ ਭਰੰ ਪਾਕ ਪਾਵਕੰ ਕਰੰ ਜਛ ਵਿਦਿਆ ਧਰੰ ਕੀਨ ਚਿਹਰੇ। ਤੈਨੂੰ ਪਤਾ ਕਹਿੰਦਾ ਮੇਰਾ ਕਿੱਡਾ ਵੱਡਾ ਪ੍ਰਤਾਪ ਹੈ। ਜਛ ਵਿਦਿਆ ਧਰ ਜਿਤਨੇ ਦੇਵਤੇ ਨੇ ਮੇਰੇ ਦਾਸ ਹਨ। ਅਗਨੀ ਦੇਵਤਾ ਮੇਰੀ ਰਸੋਈ ਪਕਾਉਂਦਾ ਹੈ, ਵਰਨ ਦੇਵਤਾ ਮੇਰਾ ਪਾਣੀ ਭਰਦਾ ਫਿਰਦਾ ਹੈ, ਚੌਰ ਚੰਦਰੰ ਕਰੰ ਮੇਰੇ ਤੇ ਚੌਰ ਚੰਦਰਮਾ ਕਰਦਾ ਹੈ, ਸੂਰਜ ਮੇਰੇ ਤੇ ਛਤਰ ਲਈ ਖੜਾ ਹੈ। ਤੂੰ ਮੈਨੂੰ ਕੀ ਸਮਝਦੀ ਹੈ? ਮੈਂ ਤਾਂ ਕ੍ਰੋਧ ਦੀ ਅਗਨੀ ਦੇ ਨਾਲ ਰਾਮ ਨੂੰ ਸਾੜ ਕੇ ਰੱਖ ਦੂੰ। ਕਹਿੰਦਾ ਹੰਕਾਰ ਸਤ ਸੰਗਤ ਜੀ ਅੰਦਰ ਵਿਚਾਰ ਨਹੀਂ ਆਉਣ ਦਿੰਦਾ ਹੁੰਦਾ। ਸਮਝਾ ਕੇ ਮਦੋਦਰੀ ਥੱਕ ਗਈ ਬਈ ਉਹ ਰਾਮਚੰਦਰ ਅਵਤਾਰ ਹੈ, ਤੂੰ ਉਹ ਨਹੀਂ ਆਉਣਾ ਸਮਝ। ਕਹਿੰਦਾ ਨਹੀਂ, ਉਹ ਤਾਂ ਪਿਓ ਦਾ ਕੱਢਿਆ ਹੋਇਆ ਮੁੰਡਾ ਕੰਗਾਲ ਹੈ। ਹਾਰ ਕੇ ਜਦੋਂ ਨਾ ਸਮਝਾਉਣੀ ਹਟੀ, ਕਹਿੰਦਾ ਬਾਬਰੀ ਰਾਂਡ ਭਾਂਡ ਕਿਆ ਬਾਕਾਂ ਬਤੇ। हे ਬਾਬਰੀਏ ਕਮਲੀਏ ਰੰਡੇ ਭੰਡੇ, ਤੂੰ ਮੇਰੇ ਨਾਲ ਬਾਤਾਂ ਬਕਦੀ ਐ। ਰੰਕ ਸੇ ਰਾਮ ਕਾ ਛੋੜ ਰਾਸਾ, ਕੰਗਾਲ ਰਾਮ ਦਾ ਰਾਸਾ ਪਾਈ ਬੈਠੀਆਂ ਵੀ ਸੀਤਾ ਦੇ ਕੇ ਮਿਲ ਪਾ, ਮੈਂ ਨਹੀਂ ਮਿਲਦਾ। ਕਹਿੰਦੀ ਚੰਗਾ ਤੂੰ ਮੈਨੂੰ ਰੰਡੀ ਕਰਕੇ ਹੀ ਹੈਗਾ। ਸਮਝਿਆ ਨਾ ਸਤ ਸੰਗਤ ਜੀ, ਏਡਾ ਵੱਡਾ ਹੰਕਾਰੀ ਸੀ। ਇੱਥੇ ਫਰਮਾਇਆ ਹੈ ਮਹਾਰਾਜ ਜੀ ਨੇ, हे ਸਿੱਧੋ
ਤੁਹਾਡੇ ਅੰਦਰ ਵੀ ਹੰਕਾਰ ਹੈ ਜਾਂ ਰੌਣ ਮਾਰਿਆ ਗਿਆ, ਤੁਸੀਂ ਕਿਹਦੇ ਵਿਚਾਰੇ ਹੋ? ਸੁਖੀ ਬਸੈ ਮਸਕੀਨੀ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਹੰਕਾਰ ਨਾਲ ਗਲ ਜਾਂਦੇ ਹਨ। ਸੋ ਰਾਮਚੰਦ ਮਾਰਿਓ ਇਹ ਰਾਵਣ, ਰਾਮਚੰਦਰ ਨੇ ਜਾ ਕੇ ਹੰਕਾਰੀ ਰਾਮ ਰੌਣ ਨੂੰ ਮਾਰਿਆ। ਭੇਦ ਭੀਖਣ ਗੁਰਮੁਖ ਪਰਚਾਇਣ, ਲੇਕਿਨ ਗੁਰਮੁਖ ਭੀਖਣ ਸੀ ਇਹਦਾ ਛੋਟਾ ਭਾਈ, ਉਹਨੇ ਸਤ ਸੰਗਤ ਜੀ ਭੇਤ ਦਿੱਤਾ ਬਈ ਇਹ ਨਹੀਂ ਮਰੇਗਾ, ਇਹਦੇ ਅੰਦਰ ਅੰਮ੍ਰਿਤ ਕੁੰਡ ਹੈ, ਅੰਮ੍ਰਿਤ ਪੀਆ ਸਤਿਗੁਰ ਦੀਆ ਅਬ ਨ ਜਾਣਾ ਦੋਆ ਤੀਆ। ਇਸੇ ਕਰਕੇ ਮਹਾਰਾਜ ਜੀ ਜਿਵੇਂ ਆਪਾਂ ਨੂੰ ਅੰਮ੍ਰਿਤ ਪੰਜਾਂ ਪਿਆਰਾਂ ਦੁਆਰਾ ਛਕਾ ਦਿੰਦੇ, ਉਹੀ ਅੰਮ੍ਰਿਤ ਆਪਾਂ ਰੋਜ਼ 5 ਬਾਣੀਆਂ ਪੜ੍ਹ ਕੇ ਛਕਦੇ, ਉਹੀ ਅੰਮ੍ਰਿਤ ਨੂੰ ਹੁਣ ਬੈਠੇ ਛਕ ਰਹੇ ਹਾਂ ਸਤ ਸੰਗਤ ਜੀ ਬਾਣੀ ਦੇ ਆਸਰੇ। ਗੁਰੂ ਕਾ ਸਿੱਖ ਜਦੋਂ ਕਦੋਂ ਅੰਮ੍ਰਿਤ ਪੀਂਦਾ ਹੈ। ਇਸੇ ਕਰਕੇ ਗੁਰਸਿੱਖ ਰੋਜ਼ ਦਾ ਨਿਤਨੇਮ ਨਾਲ ਅੰਮ੍ਰਿਤ ਪੀਣ ਵਾਲਾ ਆਪਣੇ ਸਤ ਸੰਗਤ ਜੀ ਮਸ਼ਹਿਰਿਆਂ ਨੂੰ ਕਿਉਂ ਸ਼ਰਾਬ ਵਿੱਚ ਡੁਬੋਵੇਗਾ? ਉਹਨੂੰ ਲਾਜ ਆਉਂਦੀ ਹੈ। ਸੋ ਇਹ ਸਤ ਸੰਗਤ ਜੀ ਗੁਰਮੁਖ ਸੀ। ਇਹਨੇ ਸਤ ਸੰਗਤ ਜੀ ਭੇਤ ਦੱਸਿਆ ਕਿ ਇਹਦੇ ਪੇਟ ਵਿੱਚ ਅੰਮ੍ਰਿਤ ਕੁੰਡ ਹੈ, ਅਗਨ ਬਾਣ ਬਾਣ ਕੇ ਮਾਰ ਕੇ ਉਹਨੂੰ ਸਾੜ ਦੇ। ਪ੍ਰਚਾਇਣ ਪਰਚਿਆ ਸਤ ਸੰਗਤ ਜੀ ਪਰਚੇ 'ਚ ਪੈ ਗਿਆ। ਜਿਹੜਾ ਭੇਤ ਦੱਸਿਆ ਨਾ ਭੀਖਣ ਨੇ, ਉਹ ਭੇਤ ਦੇ ਪਰਚੇ ਵਿੱਚ ਪੈ ਕਰਕੇ ਇਸ ਨੇ ਰੌਣ ਨੂੰ ਮਾਰਿਆ ਸੀ। ਗੁਰਮੁਖ ਸਾਇਰ ਪਾਹਣ ਤਾਰੇ, ਇਉਂ ਭਾਈ ਮੁਖੀ ਗੁਰੂ ਵਿਸ਼ੇਸ਼ ਦੀ ਸਿੱਖਿਆ ਲੈ ਕੇ ਹੀ ਸਮੁੰਦਰ ਤੋਂ ਪੱਥਰ ਧਾਰ ਦਿੱਤੇ ਰਾਮਚੰਦਰ ਨੇ। ਗੁਰਮੁਖ ਕੋਟ ਤੇ 30 ਉਧਾਰੇ, ਜਾ ਕੇ ਸਤ ਸੰਗਤ ਜੀ ਕਾਲ ਵੀ ਪਾਵੇ ਨਾ ਬੰਨਿਆ ਸੀ, ਐਡਾ ਹਰਨਾਕ ਸੀ ਬਲੀ ਨਾ, ਇਹ ਰੌਣ ਬਲੀ ਸੀ। 33 ਕਰੋੜ ਦੇਵਤਾ ਕੈਦ ਕੀਤਾ ਪਿਆ ਸੀ, ਉਹਨਾਂ ਨੂੰ ਕੌਣ ਛਡਾਉਂਦਾ? ਸਤ ਸੰਗਤ ਜੀ ਜਾ ਕੇ ਛਡਾਉਣਾ ਕੀਤੇ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਰਮਾਇਣਾ, ਵਾਲਮੀਕ ਰਮਾਇਣ ਹੈ, ਤੁਲਸੀ ਰਮਾਇਣ ਹੈ, ਬੇਅੰਤ ਰਮਾਇਣਾਂ ਬਣੀਆਂ ਹੋਈਆਂ। ਕਈਆਂ ਵਿੱਚ ਸਤ ਸੰਗਤ ਜੀ ਇਹ ਰਹਿ ਦਿੱਤੀ, 10ਵੇਂ ਪਾਤਸ਼ਾਹ ਨੇ ਵੀ ਰਮਾਇਣ 10ਵੇਂ ਗੁਰੂ ਗ੍ਰੰਥ ਸਾਹਿਬ 'ਚ ਰਚੀ ਹੈ, ਸਰਬਲੋਹ ਦੇ ਅੰਦਰ ਸੰਖੇਪ ਰੂਪ ਵਿੱਚ ਹੈ। ਤੇ ਉੱਥੇ ਸਤ ਸੰਗਤ ਜੀ ਕਈਆਂ ਨੇ ਵੀ ਲਿਖਿਆ ਕਿ ਇਹਦਾ ਇੱਕ ਗਧੇ ਦਾ ਸਿਰ ਸੀ, ਉੱਤੇ ਇੱਕ ਸਿਰ 'ਚ ਗਧੇ ਦਾ ਜਿਹੜਾ ਮੂੰਹ ਸੀ ਨਾ ਇਹਨੂੰ ਸ਼ਰਾਪ ਸੀ ਵੀ ਜਦੋਂ ਤੂੰ ਗਧੇ ਦੇ ਮੂੰਹ ਨੂੰ ਚੋਂ ਚੀਕੇਗਾ ਨਾ ਉਦੋਂ ਤੇਰੇ ਸਵਾਸ ਨਿਕਲਣਗੇ। ਆਪਣੇ ਕਹਾਵਤ ਹੈ, ਕਹਿੰਦੇ ਵੀ ਮਤਲਬ ਨੂੰ ਕਿਸੇ ਨੇ ਗਧੇ ਨੂੰ ਪਿਓ ਬਣਾ ਲਿਆ ਸੀ ਅਖੇ। ਉਹ ਕਾਰਨ ਹੀ ਇਹ ਹੈ, ਜਦੋਂ ਸਤ ਸੰਗਤ ਜੀ ਮਾਰਿਆ ਇਹਦੇ ਪ੍ਰਾਣ ਫੇਰ ਨਾ ਨਿਕਲਣ। ਹੁਣ ਗਧੇ ਵਾਲਾ ਮੂੰਹ ਖੁੱਲੇ ਤਾਂ ਪ੍ਰਾਣ ਨਿਕਲਣ ਰੌਣ ਦੇ। ਉਸ ਵੇਲੇ ਰਾਮਚੰਦਰ ਨੂੰ ਕਹਿਣਾ ਪਿਆ, ਹੇ ਗਾਉਂ ਕੇ ਜਾਰ ਮੇਰੇ ਬਾਪ ਗਧੇ ਬੋਲ। ਜਦੋਂ ਐ ਕਿਹਾ ਜਦ ਹੀ ਹਿਣਕਿਆ ਸਤ ਸੰਗਤ ਜੀ ਦਾ ਰੌਣ ਵੀ ਮੈਨੂੰ ਬਾਪੂ ਦਾ ਬਣ ਕਹਿ ਲਿਆ ਨਾ ਇਹਨੇ। ਬਸ ਹਿਣਕਣ ਦੀ ਦੇਰ ਸੀ ਜਦ ਹੀ ਪ੍ਰਾਣ ਖਤਮ ਹੋ ਗਏ। ਐਸੀਆਂ ਸਾਖੀਆਂ ਬੇਅੰਤ ਆਉਂਦੀਆਂ। ਸੋ ਸਤ ਸੰਗਤ ਜੀ ਆਪਾਂ ਸਾਖੀਆਂ ਤੋਂ ਪਰੇ ਹੋ ਕਰਕੇ ਆ ਗੁਰਬਾਣੀ ਦਾ ਰਸ ਮਾਣੀਏ। ਦੁਬਾਰਾ ਦੂਜਾ ਅਰਥ ਸੁਣੋ ਹੋਰ। ਗੁਰਮੁਖ ਚੂਕਾ ਆਵਣ ਜਾਣ, ਗੁਰਮੁਖ ਦੂਜੀ ਪੌੜੀ ਚੱਲ ਪਈ, ਏਸੀ ਚੱਲੋ ਪਹਿਲਾਂ। ਗੁਰਮੁਖ ਬਾਂਧਿਓ, ਗੁਰਮੁਖ ਬਾਂਧਿਓ ਸੇਤ ਵਿਧਾਤਾ। ਰਾਮਚੰਦਰ ਨੇ ਤਾਂ ਭਾਈ ਤ੍ਰੇਤੇ 'ਚ ਪੁਲ ਬੰਨਤਾ ਸੀ, ਉਹ ਤਾਂ ਖਿੰਡ ਪੁੰਡ ਗਿਆ। ਹੁਣ ਕੋਈ ਨਿਸ਼ਾਨੀਆਂ ਜਿਹੀਆਂ ਨੇ ਮਾੜੀਆਂ ਮਾੜੀਆਂ। ਉਹ ਤਾਂ ਉੱਥੋਂ ਪੁਲ ਦੇ ਉੱਤੋਂ ਦੀ ਫੌਜ ਵੀ ਲੰਘਾ ਲਈ, ਆਪ ਵੀ ਲੰਘ ਗਿਆ। ਆਪਾਂ ਵੀ ਸੰਸਾਰ ਸਮੁੰਦਰ ਤੋਂ ਲੰਘਣਾ, ਮਹਾਰਾਜ ਨੇ ਆਪਣੇ ਵਾਸਤੇ ਵੀ ਪੁਲ ਬੰਨਿਆ ਹੈ। ਉਹ ਕਿਹੜਾ ਸਤ ਸੰਗਤ ਜੀ? ਗੁਰਮੁਖ ਬਾਂਧਿਓ ਸੇਤ ਵਿਧਾਤਾ ਹੈ। ਮੁਖੀ ਗੁਰੂ ਨਾਨਕ ਦੇਵ ਜੀ ਨੇ ਉਹ ਕਰਮਾਂ ਅਨੁਸਾਰ ਜਿਹੜਾ ਵਿਧਾਤਾ ਫਲ ਦਾਤਾ ਹੈ, ਉਹਦੇ ਨਾਮ ਦਾ ਪੁਲ ਬੰਨ ਦਿੱਤਾ। ਜੇ ਨਾਮ ਦੀਆਂ ਬਖਸ਼ਾਂ ਕੀਤੀਆਂ ਤਾਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ, ਨਹੀਂ ਤਾਂ ਕਿਸੇ ਨੇ ਜੋਗ ਵਿੱਚ ਜੋੜ ਦਿੱਤੇ। ਕੋਈ ਜਗ ਕਰਨ ਵਿੱਚ ਪੁੰਨਾਂ ਬਲ ਜੋੜੀ ਜਾਂਦਾ ਹੈ। ਜੋਗ ਜਗ ਨਹਿ ਪਿਲਤੇ ਮਾਨੋ, ਜੋ ਹਰ ਜਸ ਬਸਰਾਵ ਹੈ। ਸੋ ਮਹਾਰਾਜ ਜੀ ਨੇ ਨਾਮ ਦਾ ਪੁਲ ਬੰਨਿਆ ਹੈ। ਲੰਕਾ ਲੋਟੀ ਨਹਿਰ ਸੰਤਾਪਾ, ਲੰਕਾ ਆਪਣੀ ਦੇਹ ਹੈ ਸਤ ਸੰਗਤ ਜੀ। ਦੇਹ ਦੀ ਅਧਿਆਸ ਹਰ ਇੱਕ ਦੇ ਅੰਦਰ ਹੈ। ਦੇਹ ਅਧਿਆਸ ਉਹਨੂੰ ਕਹਿੰਦੇ ਹੈ, ਕਿਸੇ ਦੇ ਗੁਣ ਔਗੁਣ ਨੂੰ ਆਪ ਦੇ ਚ ਮੰਨੀ ਜਾਣਾ। ਹੁਣ ਜੰਮਣ ਮਰਨ ਤਾਂ ਦੇਹ ਦਾ ਧਰਮ ਹੈ,
ਆਪਾਂ ਆਪਣੇ ਚ ਮੰਨੀ ਫਿਰਦੇ ਮੈਂ ਮਰ ਜਾਣਾ ਜੀ, ਮੈਂ ਜੰਮਿਆ ਸੀ ਜੀ। ਦੇਹ ਹੀ ਜੰਮੀ ਹੈ, ਦੇਹ ਹੀ ਮਰੀ ਹੈ। ਆਪਾਂ ਕਦੇ ਕਿਹਾ ਮੈਂ ਦੇਹ ਹਾਂ? ਇਸ ਕਰਕੇ ਸਾਧ ਸੰਗਤ ਜੀ, ਦੇਹ ਦੇ ਜੰਮਣ ਮਰਨ ਨੂੰ ਆਪ ਦੇ ਵਿੱਚ ਮੰਨੀ ਜਾਣਾ ਵੀ ਮੈਂ ਮਰੂੰਗਾ, ਮੈਂ ਜਾਊਂਗਾ, ਇਹਨੂੰ ਕਹਿੰਦੇ ਦੇਹ ਦਿਆਸ। ਜਦੋਂ ਗੁਰਮੁਖਾਂ ਦੇ ਅੰਦਰੋਂ ਦੇਹ ਦਿਆਸ ਚੱਕਿਆ ਜਾਂਦਾ, ਫੇਰ ਸ਼ਹੀਦ ਹੋਣਾ ਜਾਂ ਸਰੀਰ ਨੇ ਸਾਧ ਸੰਗਤ ਜੀ ਛੁੱਟ ਜਾਣਾ ਜਾਂ ਰਹਿਣਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਇਹ ਦੋਨੋਂ ਸਾਧ ਸੰਗਤ ਜੀ ਚਿੰਤਾ ਤੇ ਆਸ ਸਾਰਿਆਂ ਦੇ ਅੰਦਰ ਹੈ ਕਿ ਨਹੀਂ? ਮਰਨ ਦੀ ਚਿੰਤਾ ਵੀ ਹਰ ਇੱਕ ਦੇ ਮਨ 'ਚ ਹੈ, ਔਰ ਜਿਉਣ ਦੀ ਆਸਾ ਵੀ ਹਰ ਇੱਕ ਦੇ ਚਿੱਤ 'ਚ ਹੈ। ਬੁੱਢਾ ਹੋ ਜਾਂਦਾ, ਕਹਿੰਦੇ ਬਾਬਾ ਹੁਣ ਤੂੰ ਬਸ ਗਾਹਾਂ ਹੋ, ਕਹਿੰਦਾ ਨਾ ਬਈ ਮੇਰਾ ਤਾਂ ਮਰਨ ਨੂੰ ਜੀ ਨਹੀਂ ਕਰਦਾ। ਲੇਕਿਨ ਗੁਰਮੁਖ ਦੀ ਅਵਸਥਾ ਸਾਧ ਸੰਗਤ ਜੀ, ਜਿਹਨੇ ਦੇਹ ਦੇ ਆਸ ਤਿਆਗ ਦਿੱਤਾ, ਉਹਨੂੰ ਜਿਉਣ ਦੀ ਆਸਾ ਨਹੀਂ ਔਰ ਮਰਨ ਦੀ ਚਿੰਤਾ ਨਹੀਂ ਹੈ। ਇਸ ਅਵਸਥਾ 'ਚ ਆਏ ਬਿਨਾਂ ਸਾਧ ਸੰਗਤ ਜੀ ਆਪਾਂ ਨੂੰ ਸ਼ਾਂਤੀ ਨਹੀਂ ਆਉਣੀ ਹੈ। ਇਹ ਅਵਸਥਾ ਕਿੱਥੋਂ ਮਿਲੇਗੀ? ਇੱਥੋਂ ਮਿਲੇਗੀ ਜਿੱਥੇ ਗੁਰੂ ਨਾਨਕ ਦੇਵ ਦੇ ਘਰ ਦੇ ਆਪਾਂ ਦਾਸ ਬਣੇ ਔਰ ਗੁਰਬਾਣੀ ਦੇ ਆਸਰੇ ਪ੍ਰਾਪਤ ਹੋਵੇਗੀ। ਸੋ ਲੰਕਾ ਲੁੱਟੀ ਉਹਨਾਂ ਗੁਰਮੁਖਾਂ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਨਾਮ ਦੇ ਪੁਲ ਤੇ ਚੜ੍ਹ ਕੇ, ਗੁਰੂ ਨਾਨਕ ਦੇਵ ਜੀ ਨੇ ਨਾਮ ਦਾ ਪੁਲ ਬੰਨ ਦਿੱਤਾ ਸੰਸਾਰ ਸਮੁੰਦਰ ਤੇ, ਜਿਨ੍ਹਾਂ ਨੇ ਨਾਮ ਦੇ ਜਹਾਜ਼ ਤੇ ਚੜ੍ਹੇ ਨੇ, ਉਹਨਾਂ ਨੇ ਦੇਹ ਦੇ ਆਸ ਨੂੰ ਲੁੱਟ ਲਿਆ। ਉਹ ਨਹੀਂ ਕਦੇ ਸਮਝਦੇ ਵੀ ਦੇਹ ਵੀ ਮੈਂ ਮਰਦਾ, ਮੈਂ ਜੰਮਦਾ। ਉਹ ਕਹਿੰਦੇ ਦੇਹ ਮਿਲੀ ਆ, ਮਹਾਰਾਜ ਨੇ ਦਿੱਤੀ ਹੈ ਭਜਨ ਕਰਨ ਵਾਸਤੇ, ਦੇਹ ਮਰੇਗੀ, ਮੈਂ ਕਾਹਨੂੰ ਮਰੂ ਜੰਮੂ। ਕਬੀਰ ਸਾਹਿਬ ਨੇ ਕਿਹਾ ਮੈਂ ਨਾ ਮਰੋ, ਮਰਬੋ ਸੰਸਾਰਾ, ਅਬ ਮਿਲਿਓ ਹੈ ਜੀਵਨ ਹਾਰਾ। ਮੈਨੂੰ ਜਿਉਂਦਾ ਕਰਨ ਵਾਲਾ ਮਿਲ ਗਿਆ ਹੈ। ਅਬ ਮੋਹ ਜੀਵਨ ਪਦ ਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਮਿਟ ਗਈ ਸਗਲੀ ਧਾਈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾਏ, ਆਪ ਜੀ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੁਆਰਾ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ ਤੜਕੇ 2 ਵਜੇ ਸਾਧ ਸੰਗਤ ਜੀ ਕੱਤਕ ਸੁਦੀ ਪੰਚਮੀ ਨੂੰ ਆਪ ਚਿਖਾ ਵੱਲ ਨੂੰ ਜਾ ਰਹੇ ਹੈ। ਆਲੇ ਦਾਲੇ ਕਨਾਤ ਚਨਾਈ ਹੋਈ ਹੈ, ਸਾਰੇ ਗੁਰਸਿੱਖ ਬਰਾਗ ਦੀ ਅਵਸਥਾ ਹੈ ਕਿ ਫੇਰ ਕਿਹੜਾ ਮਹਾਰਾਜ ਦਰਸ਼ਨ ਹੋਣੇ ਨੇ। ਨੱਠ ਨੱਠ ਕੇ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਉਣ ਜਾਣ, ਪਰ ਮਹਾਰਾਜ ਦੇ ਚਰਨ ਹੱਥ 'ਚ ਨਾ ਆਉਣ। ਕਹਿੰਦੇ ਮਹਾਰਾਜ ਇਹ ਕੀ ਭਾਣਾ ਵਰਤਾਇਆ ਹੈ, ਤੁਹਾਡੇ ਚਰਨ ਸਾਰੀ ਜ਼ਿੰਦਗੀ ਪਲੋਸਦੇ ਰਹੇ, ਅੱਜ ਹੱਥ 'ਚ ਨਹੀਂ ਆਉਂਦੇ। ਖੜੇ ਦੀਨੇ ਹੋ ਤੁਸੀਂ, ਪਰ ਚਰਨ ਹੱਥ 'ਚ ਨਹੀਂ ਆਉਂਦੇ। ਕਹਿੰਦੇ ਭਾਈ ਤੁਸੀਂ ਸਾਨੂੰ ਹੱਡ ਚਮ ਦਾ ਗੁਥਲਾ ਸਮਝਿਆ ਹੋਇਆ, ਸਾਡਾ ਸਰੂਪ ਤਾਂ 3 ਗੁਣਾ ਤੋਂ ਪਰੇ ਹੈ। ਇਹ ਤਾਂ ਖਾਲਸੇ ਨੂੰ ਪ੍ਰਗਟ ਕਰਨ ਵਾਸਤੇ, ਧਰਮ ਚਲਾਉਣ ਵਾਸਤੇ, ਸੰਤਾਂ ਭਗਤਾਂ ਦੀ ਰੱਖਿਆ ਕਰਨ ਵਾਸਤੇ, ਦੁਸ਼ਟਾਂ ਮਲੇਸ਼ਾਂ ਨੂੰ ਨਾਸ਼ ਕਰਨ ਵਾਸਤੇ ਇਹ ਸਰੀਰ ਧਾਰਿਆ ਹੈ ਸੀ। ਇਹ ਤਾਂ ਨਹੀਂ ਸਾਡਾ ਸਰੂਪ ਹੈ। ਅਬ ਇਹ ਜੀਵਨ ਪਦ ਵੀ ਪਾਈ, ਰਾਗੀਆਂ ਨੂੰ ਕਿਹਾ ਆ ਸ਼ਬਦ ਪੜੋ ਭਾਈ। ਮਾਰੂ ਰਾਗ ਦੇ ਅੰਦਰ ਸਾਧ ਸੰਗਤ ਜੀ ਇਹ ਸ਼ਬਦ ਪੜਾਉਂਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੇਖਾ ਵੱਲ ਨੂੰ ਗਏ, ਜਾ ਕੇ ਸਾਧ ਸੰਗਤ ਜੀ ਵੀਰ ਆਸਣ ਲਾ ਕੇ ਬੈਠ ਜਾਣ। ਆਪਣੀ ਦੇਹ ਨੂੰ 5 ਤੱਤਾਂ 'ਚ ਪਹਿਲਾਂ ਹੀ ਖੰਡਾ ਦਿੱਤਾ। ਉੱਥੇ ਸੜਨਾ ਕਿਹਨੇ ਸੀਗਾ? ਨਿਰਾਕਾਰ ਸਰੂਪ ਵਿੱਚ ਸਾਧ ਸੰਗਤ ਜੀ ਜਾ ਸਮਾਏ। ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਸਭ ਮੈਂ ਰਿਹਾ ਸਮਾਏ। ਇਸ ਕਰਕੇ ਕਦੇ ਵੀ ਨਾ ਕਹੀਏ ਕਿ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਕੇ ਚਲੇ ਗਏ। ਗੁਰੂ ਕੀ ਹੋਵੇ ਜਿਹੜਾ ਚਲੇ ਆਉਣ ਜਾਣ ਚ ਜੰਮਣ ਮਰਨ ਚ ਹੀ ਰਹੇ, ਉਹ ਕੋਈ ਗੁਰੂ ਹੈ? ਉਹ ਹੋਣਗੇ ਇਹੋ ਜਿਹੇ ਪਖੰਡੀ ਗੁਰੂ ਸਾਧ ਸੰਗਤ ਜਿਹੜੇ ਆਉਂਦੇ ਜਾਂਦੇ। ਲੇਕਿਨ ਗੁਰੂ ਸਾਹਿਬ ਸਤਿਗੁਰੂ ਜੀ ਖਾਲਸੇ ਤੋਂ, ਗੁਰਸਿੱਖਾਂ ਤੋਂ ਪਰੇ ਨਹੀਂ। ਇਸ ਕਰਕੇ ਸਾਧ ਸੰਗਤ ਜੀ ਆਪ ਜੀ ਫਰਮਾਉਂਦੇ ਹਨ ਕਿ ਜਿਹੜੀ ਦੇਹ ਦੇ ਆਸ ਰੂਪੀ ਲੰਕਾ ਉਹ ਗੁਰਮੁਖਾਂ ਨੇ ਲੁੱਟ ਲਈ ਹੈ। ਦੈਂਤ ਕਿਹੜੇ ਨੇ? ਹੋਰ ਦੈਂਤ ਕੀ ਹੋਣਗੇ? ਕਾਮ ਕ੍ਰੋਧ ਦੈਂਤ ਹੀ ਨੇ, ਸਾਰੀ ਜ਼ਿੰਦਗੀ ਤੰਗ ਕਰਦੇ। ਸਾਧ ਸੰਗਤ ਗਲੋਂ ਨਹੀਂ ਲੈਂਦੇ। ਇਹ ਭਰੀ ਭਗਤ ਪਾ ਦਿੱਤੇ, ਇਹਨਾਂ ਦਾ ਤਿਆਗ ਕਰ ਦਿੱਤਾ ਹੈ। ਰਾਮਚੰਦ ਮਾਰਿਓ ਇਹ ਰਾਵਣ, ਜਿਵੇਂ ਚੰਦਰਮਾ ਦੀ ਸੀਤਲ ਕਿਰਨ ਹੁੰਦੀ ਹੈ, ਐ ਸ਼ੀਤਲਤਾਈ ਦੇਣ ਵਾਲਾ ਪਰਮੇਸ਼ਰ ਦਾ ਰਾਮ ਨਾਮ ਹੈ। ਕਹਿੰਦੇ ਵਾਹਿਗੁਰੂ ਨਾਮ ਦੀ ਤਾਂ ਬਹੁਤੀ ਹੀ ਮਹਿਮਾ ਹੈ। ਰਾਮ ਅੱਖਰ ਚੌਥੇ ਹਿੱਸੇ ਚ ਵਾਹਿਗੁਰੂ ਦੇ ਚ। ਰਾ ਕਹਿਤ ਅਗ ਪਰ ਹਰੈ, ਦੂਰ ਦੇਸ ਤਜ ਜਾਏ, ਮਤ ਮੁਕਾਰ ਕੇ ਪਟ ਮਿਲੇ, बीच ਭਸਮ ਹੋਏ ਜਾਏ।
ਕਹਿੰਦੇ ਜਦੋਂ ਰਾਮ ਕਹਿਣ ਲੱਗਦਾ ਨਾ ਕੋਈ, ਰਾ ਕਹਿਣ ਲੱਗੇ ਦਾ ਨਾ ਜਦ ਹੀ ਅੰਦਰ ਜਿਹੜੇ ਪਾਪ ਹੁੰਦੇ ਨੇ ਕੰਬਣ ਲੱਗ ਜਾਂਦੇ ਨੇ। ਬਈ ਜਦੋਂ ਮੰਮਾ ਕਹਿ ਦਿੱਤਾ ਮੂੰਹ ਵਿੱਚ ਜਾਣਾ, ਸਾਨੂੰ ਨਿਕਲਣ ਨੂੰ ਥਾਂ ਨਹੀਂ, ਨਿਕਲਣਾ ਨਿਕਲ ਸਾਡੇ ਕੋਲ ਹੋਣਾ ਨਹੀਂ, ਅੰਦਰ ਹੀ ਰਾਮ ਨੇ ਭਸਮ ਕਰ ਦੇਣਾ ਸਾਨੂੰ। ਰਾ ਕਹਿਣ ਦੀ ਦੇਰ ਆ, ਜਦ ਹੀ ਪਾਪ ਸਾਧ ਸੰਗੀ ਅੰਦਰੋਂ ਨਿਕਲ ਕੇ ਨੱਠ ਕੇ ਬਾਹਰ ਹੋ ਜਾਂਦੇ। ਐਡਾ ਵੱਡਾ ਰਾਮ ਕਹਿਣ ਦਾ ਹੀ ਮਹੱਤਮ ਹੈ, ਜਿਹੜਾ ਕਿ ਚੌਥਾ ਹਿੱਸਾ ਜਾਪ ਹੈ ਵਾਹਿਗੁਰੂ ਦਾ। ਜਿਹੜੇ ਗੁਰਮੁਖ ਵਾਹਿਗੁਰੂ ਜਪਦੇ ਨੇ ਉਹਨਾਂ ਨੂੰ ਕਿੰਨਾ ਕੁ ਫਲ ਹੋਵੇਗਾ। ਰਾਮਚੰਦ ਮਾਰਿਓ ਇਹ ਰਾਵਣ, ਇਉਂ ਭਾਈ ਜਿਹੜਾ ਨਾਮ ਸੀਤਲਤਾਈ ਦੇਣ ਵਾਲਾ ਪਰਮੇਸ਼ਰ ਦਾ ਰਾਮ ਨਾਮ ਹੈ, ਉਸੇ ਦੁਆਰਾ ਸਾਧ ਸੰਗਤ ਜੀ ਹੰਕਾਰ ਹੀ ਰੌਣ ਹੈ ਅੰਦਰ ਬੈਠਾ। ਇਹ ਗੁਰਮੁਖਾਂ ਨੇ ਮਾਰ ਲਿਆ ਹੈ। ਭੇਦ ਮਵੀਖਣ ਗੁਰਮੁਖ ਪਰਚਾਇਣ, ਭੇਤ ਤੋਂ ਬਿਨਾਂ ਹੰਕਾਰ ਨਹੀਂ ਮਰਦਾ ਸਾਧ ਸੰਗਤ ਜੀ। ਸੰਗਤ ਵਿੱਚ ਆ ਕਰਕੇ ਗੁਰਮੁਖਾਂ ਦੀ ਓਟ ਲੈ ਕਰਕੇ ਗੁਰਮੁਖਾਂ ਨੇ ਸਾਧ ਸੰਗਤ ਜੀ ਭੇਦ ਭਾਵ ਨੂੰ ਪਹਿਲਾਂ ਚੱਕਿਆ ਹੈ। ਭੇਦ ਭਾਵ ਹੁੰਦਾ ਹੈ ਦ્વੈਤ। ਜਾ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਉਹ ਨਰਾ। ਜਿਹਦੇ ਅੰਦਰ ਅੰਤਰ ਭਾਵ ਹੈ ਉਹ ਪਸ਼ੂ ਹੈ, ਆਦਮੀ ਨਹੀਂ ਹੈ। ਸੋ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ, ਜਿਨ੍ਹਾਂ ਨੇ ਭੈ ਨੂੰ, ਜੰਮਣ ਮਰਨ ਦੇ ਨੂੰ ਤੇ ਭੇਦ ਭਾਵ ਨੂੰ ਖਣ ਦਿੱਤਾ, ਵਿੱਚੋਂ ਕੱਟ ਦਿੱਤਾ, ਉੱਕਰ ਕੇ ਕੱਢ ਦਿੱਤਾ ਸਾਧ ਸੰਗਤ ਜੀ। ਇਸ ਪਰਚੇ 'ਚ ਜਿਹਨੇ ਪਰਚੇ ਨੇ, ਉਹਨਾਂ ਨੇ ਹੰਕਾਰ ਨੂੰ ਮਾਰਿਆ ਹੈ। ਗੁਰਮੁਖ ਸਾਰ ਪਾਹਣ ਤਾਰੇ, ਕਿਉਂ ਭਾਈ ਗੁਰਮੁਖਾਂ ਨੇ ਤਾਂ ਮੁਖੀ ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਕਰਕੇ ਜਿਹੜੇ ਪੱਥਰਾਂ ਵਰਗੇ ਸਾਧ ਸੰਗਤ ਜੀ ਨਿੱਗਰ ਸੀ ਨਾ, ਭਾਰੇ ਲੋਕ ਪਾਪਾਂ ਕਰਕੇ, ਉਹ ਵੀ ਤਾਰ ਦਿੱਤੇ ਨਾਮ ਨੇ। ਗੁਰਮੁਖ ਕੋਟ ਤੇ 30 ਉਧਾਰੇ, 133 ਕਰੋੜ ਕੀ ਸਾਧ ਸੰਗਤ ਜੀ, ਕਈ ਕਰੋੜਾਂ ਹੀ ਜੀਵ ਸਾਧ ਸੰਗਤ ਜੀ ਇਸ ਨਾਮ ਦੇ ਪੁਲ ਦੇ ਉੱਤੋਂ ਦੀ ਲੰਘ ਕੇ ਨਾਮ ਦੇ ਆਸਰੇ ਗੁਰੂ ਨਾਨਕ ਦੇਵ ਜੀ ਨੇ ਤਾਰ ਦਿੱਤੇ। ਗੁਰਮੁਖ ਚੂਕੈ ਆਵਣ ਜਾਣ, ਜਿਨ੍ਹਾਂ ਨੇ ਮੁਖੀ ਗੁਰੂ ਨਾਨਕ ਦੇਵ ਦੀ ਸਿੱਖਿਆ ਲਈ ਹੈ, ਉਹਨਾਂ ਗੁਰਮੁਖਾਂ ਦਾ ਆਉਣਾ ਜਾਣਾ ਚੁੱਕਿਆ ਗਿਆ। ਇੱਕ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਉਹ ਬ੍ਰਹਮ ਦੇ ਦਰਸ਼ਨਾਂ ਵਿੱਚ ਸਮਾ ਗਏ ਹਨ। ਗੁਰਮੁਖ ਦਰਗਹ ਪਾਵੈ ਮਾਨ, ਉਹ ਗੁਰਮੁਖ ਭਾਈ ਦਰਗਾਹ ਵਿੱਚ ਵੀ ਸਤਿਕਾਰ ਪਾਉਂਦੇ ਹਨ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖਾਂ ਦੀ ਐਡੀ ਵੱਡੀ ਦਿਵ ਦ੍ਰਿਸ਼ਟੀ ਹੈ, ਉਹ ਖੋਟੇ ਖਰੇ ਦੀ ਪਛਾਣ ਕਰ ਲੈਂਦੇ ਨੇ ਕਿ ਇਹ ਮਨਮਤੀਆ ਹੈ, ਇਹ ਸਾਧੂ ਸਤਸੰਗੀ ਹੈ। ਔਰ ਖੋਟੇ ਕੀ ਨੇ? ਕਾਮ ਕ੍ਰੋਧ ਨੇ, ਨਿੰਦਿਆ ਈਰਖਾ ਵਖੀਨੀ, ਸਭ ਖੋਟੇ ਹੀ ਨੇ। ਸਤ ਸੰਤੋਖ ਦਇਆ ਧਰਮ ਵਿਚਾਰ ਸਭ ਗੁਣ ਸਾਧ ਸੰਗੀ ਖਰੇ ਨੇ। ਇਹ ਉਹਨਾਂ ਨੇ ਵਿਚਾਰ ਕੀਤੀ ਹੈ, ਪਛਾਣ ਕੀਤੀ ਹੈ। ਗੁਰਮੁਖ ਲਾਗੈ ਸਹਿਜ ਧਿਆਨ, ਐਸੇ ਗੁਰਮੁਖਾਂ ਦਾ ਭਾਈ ਬਾਣੀ ਦੇ ਆਸਰੇ ਹੋ, ਪ੍ਰੈਣ ਹੋ ਕਰਕੇ ਸੁਤੇ ਸਿੱਧੀ ਧਿਆਨ ਲੱਗ ਗਿਆ। ਤੜਫਦੇ ਨਹੀਂ, ਦੁਨੀਆ ਤਾਂ ਪੁੱਛਦੀ ਹੈ ਧਿਆਨ ਕਿਵੇਂ ਲਾਈਏ ਜੀ, ਲੱਗਦਾ ਹੀ ਨਹੀਂ ਹੈ। ਲੇਕਿਨ ਉਹਨਾਂ ਦਾ ਸੁਤੇ ਸਿੱਧ ਧਿਆਨ ਲੱਗ ਜਾਂਦਾ। ਗੁਰਮੁਖ ਦਰਗਹ ਸਿਫਤ ਸਮਾਏ, ਐਸੇ ਜਿਹੜੇ ਗੁਰਮੁਖਾਂ ਦੀ ਭਾਈ ਦਰਗਾਹ ਵਿੱਚ ਵੀ ਸਿਫਤ ਸਮਾ ਰਹੀ ਹੈ। ਇੱਥੇ ਤਾਂ ਉਹਨਾਂ ਦੀ ਮਹਿਮਾ ਹੋਣੀ ਸੀ, ਪਰਲੋਕ ਵਿੱਚ ਵੀ ਉਹਨਾਂ ਦੀ ਮਹਿਮਾ ਹੈ। ਨਾਨਕ ਗੁਰਮੁਖ ਬੰਧ ਨਾ ਪਾਏ, ਐਸੇ ਜਿਹੜੇ ਗੁਰਮੁਖ ਨੇ ਸਾਧ ਸੰਗਤ ਜੀ, ਉਹਨਾਂ ਨੂੰ ਕੋਈ ਬੰਧਨ ਨਹੀਂ ਪਾ ਸਕਦਾ ਹੈ। ਹੰਗਤਾ ਮਮਤਾ ਦੇ ਬੰਧਨ ਹਨ, ਮਾਇਆ ਦੇ ਮੋਹ ਦੇ ਬੰਧਨ ਨੇ। ਕਿਹੜਾ ਨਹੀਂ ਇਹਨਾਂ ਬੰਧਨਾਂ 'ਚ ਸਾਧ ਸੰਗਤ ਜੀ ਫਸਿਆ ਹੋਇਆ ਹੈ। ਉਹਨਾਂ ਨੂੰ ਸਾਧ ਸੰਗਤ ਜੀ ਕੋਈ ਬੰਧਨ ਨਹੀਂ ਪਾ ਸਕਦਾ। ਉਹ ਸਦਾ ਵਾਸਤੇ ਇੱਥੇ ਰਹਿਣ ਫਿਰ ਵੀ ਮੁਕਤ ਨੇ, ਜੇ ਪਰਲੋਕ ਨੂੰ ਚਲੇ ਜਾਣ ਫਿਰ ਵੀ ਮੁਕਤ ਨੇ। ਉਹ ਕਦੇ ਸਾਧ ਸੰਗਤ ਜੀ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਦੇ, ਆਵੇ ਨਾ ਜਾਵੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ। ਐਸੀ ਅਵਸਥਾ ਗੁਰਮੁਖਾਂ ਦੀ ਹੈ। ਗੁਰਮੁਖ ਨਾਮ ਨਿਰੰਜਨ ਪਾਏ, ਉਹਨਾਂ ਗੁਰਮੁਖਾਂ ਨੇ ਭਾਈ ਨਿਰੰਜਨ ਮਾਇਆ ਕਾਲਕ ਤੋਂ ਸੁੱਧ ਕਰਨ ਵਾਲਾ ਨਾਮ ਪਾਇਆ ਹੈ। ਗੁਰਮੁਖ ਹੋ ਮੈਂ ਸ਼ਬਦ ਜਲਾਏ, ਨਾਮ ਨੂੰ ਪਾ ਕਰਕੇ ਕੀ ਉਹਨਾਂ ਨੇ ਲਾਭ ਉਠਾਇਆ? ਕਹਿੰਦੇ ਸ਼ਬਦ ਅਭਿਆਸ ਕੀਤਾ ਤੇ ਹਉਮੈ ਸਾੜ ਦਿੱਤੀ ਹੈ, ਜਿਹੜੀ ਸੜਦੀ ਨਹੀਂ।
ਗੁਰਮੁਖ ਸਾਚੇ ਕੇ ਗੁਣ ਗਾਏ। ਗੁਰਮੁਖ ਤਾਂ ਭਾਈ ਸੱਚੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਸੰਗਤ ਵਿੱਚ ਬੈਠ ਕੇ। ਗੁਰਮੁਖ ਸਾਚਾ ਰਹਿ ਸਮਾਏ। ਇਹ ਗੁਰਮੁਖ ਸੱਚੇ ਨਾਮ ਦੇ ਆਸਰੇ ਸੱਚ ਸਰੂਪ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਨੇ। ਗੁਰਮੁਖ ਸਾਚ ਨਾਮ ਪਤਿ ਊਤਮ ਹੋਏ। ਉਹਨਾਂ ਗੁਰਮੁਖਾਂ ਦੀ ਸੱਚੇ ਨਾਮ ਦੇ ਆਸਰੇ ਹੀ ਉੱਤਮ ਇੱਜ਼ਤ ਪ੍ਰਾਪਤ ਹੋ ਰਹੀ ਹੈ। ਉਹਨਾਂ ਦੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ। ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ। ਸਤਿਗੁਰੂ ਜੀ ਸਤਿ ਦੀ ਪੌੜੀ ਸਮਾਪਤ ਕਰਕੇ ਕਹਿੰਦੇ ਹੈ, ਹੇ ਸਿੱਧੋ ਉਹਨਾਂ ਗੁਰਮੁਖਾਂ ਨੂੰ ਇੱਕ ਭਵਨ ਦੀ ਕੀ ਤਿੰਨਾਂ ਲੋਕਾਂ ਦੀ ਤਿੰਨਾਂ ਭਵਨਾਂ ਦੀ ਸੋਝੀ ਗਿਆਤ ਹੁੰਦੀ ਹੈ। ਜਾਗਰਤ ਸੁਪਨ ਸੁਖੋਭਤ ਅਵਸਥਾ ਦੀ ਵੀ ਗਿਆਤ ਹੁੰਦੀ ਹੈ ਕਿ ਜਾਗਰਤ ਅਵਸਥਾ ਵਿੱਚ ਇਹਦੇ ਵਿੱਚ ਕੌਣ ਸੰਕਲਪ ਕਰ ਰਿਹਾ ਹੈ। ਸੁਪਨੇ ਵਿੱਚ ਸੁਪਨਾ ਕਿਹਨੂੰ ਆਉਂਦਾ ਹੈ। ਸੁਖੋਭਤ ਅਵਸਥਾ ਵਿੱਚ ਜਦੋਂ ਜਾਗਦੇ ਵੀ ਕਿਹਨੇ ਦੱਸਿਆ ਮੈਨੂੰ ਇਹ ਸੁਪਨਾ ਨਹੀਂ ਕੋਈ ਆਇਆ। ਐਸੀ ਜਿਹੜੀ ਸੋਝੀ ਹੈ ਉਹ ਗੁਰਮੁਖਾਂ ਨੂੰ ਹੁੰਦੀ ਹੈ। ਕਵਣ ਮੂਲ ਕਵਣ ਮਤ ਵੇਲਾ। ਜਦ ਨੂੰ ਸਾਧ ਸੰਗੀ ਇੱਕ ਸਿੱਧ ਬੈਠਾ ਭੁੜਕ ਉੱਠਿਆ, ਜਰ ਨਹੀਂ ਸਕਦਾ ਮਹਾਰਾਜ ਜੀ ਦਾ ਸਾਧ ਸੰਗੀ ਉਪਦੇਸ਼। ਕਹਿੰਦਾ ਦੱਸੋ ਜੀ ਕਵਣ ਮੂਲ, ਆ ਸੰਸਾਰ ਦਾ ਮੁੱਢ ਕੀ ਹੈ। ਜਿਹੜੀ ਸ੍ਰੇਸ਼ਟ ਮੱਤੀ ਹੈ ਇਹਦਾ ਮੁੱਢ ਕੀ ਹੈ। ਕਵਣ ਮਤ ਵੇਲਾ, ਸਰੋਣੀ ਜਿਹੜੀ ਬੁੱਧੀ ਹੈ ਮਤ ਸਿੱਖਿਆ, ਇਹਦੀ ਪ੍ਰਾਪਤੀ ਦਾ ਵੇਲਾ ਕਿਹੜਾ ਹੈ। ਇਹ ਦੋ ਪ੍ਰਸ਼ਨ ਕਰ ਦਿੱਤੇ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇਰਾ ਕਹਿ ਕੇ ਬਚਨ ਕਰਦੇ ਆ, ਸਤਕਾਰ ਦੇ ਬਚਨ ਨਹੀਂ ਨਾ ਬੋਲਦੇ। ਹੰਕਾਰੀ ਨੇ ਗੁਰੂ ਨਾਨਕ ਦੇਵ ਜੀ ਨੂੰ ਛੋਟੀ ਜਿਹੀ ਉਮਰ ਦਾ ਬਾਲਕਾ ਸਮਝਦੇ ਹੈ। ਕਹਿੰਦਾ ਤੇਰਾ ਕੌਣ ਗੁਰੂ ਹੈ ਜਿਹਦਾ ਤੂੰ ਚੇਲਾ ਬਣਿਆ ਹੈ। ਕਵਣ ਕਥਾ ਲੈ ਰਹੋ ਨਿਰਾਲੇ। ਕਿਹੜੀ ਕਥਾ ਨੂੰ ਲੈ ਕਰਕੇ ਤੁਸੀਂ ਹਿਰਦੇ ਚ ਨਿਰਲੇਪ ਰਹਿੰਦੇ ਹੋ ਸੰਸਾਰ ਤੋਂ। ਨਹੀਂ ਤਾਂ ਸਾਰੇ ਜੀਵ ਮਾਇਆ ਦੇ ਮੋਝ ਫਸੇ ਨੇ ਘਰੋਂ ਘਰੀ। ਤੂੰ ਘਰੋਂ ਨਿਕਲ ਕੇ ਆ ਗਿਆ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਕਿਹੜੀ ਕਥਾ ਨੂੰ ਹਿਰਦੇ ਚ ਧਾਰ ਕੇ ਨਿਰਲੇਪ ਹੋ ਰਿਹਾ। ਬੋਲੇ ਨਾਨਕ ਸੁਣੋ ਤੁਮ ਬਾਲੇ। ਇਹ ਸਿੱਧ ਗੋਸ਼ਟ ਬਾਣੀ ਗੁਰੂ ਅੰਗਦ ਦੇਵ ਜੀ ਨੂੰ ਸੁਣਾਉਂਦੇ ਹੈ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਹੇ ਲਹਿਣਾ ਜੀ, ਉਸ ਵੇਲੇ ਸਿੱਧ ਮੈਨੂੰ ਬੋਲੇ ਕਿ ਹੇ ਬਾਲਕੇ ਨਾਨਕ ਤਪੇ ਦੱਸ ਬਈ ਸੰਸਾਰ ਦਾ ਮੁੱਢ ਕੀ ਹੈ, ਸ੍ਰੇਸ਼ਟ ਮੱਤੀ ਕਿੱਥੋਂ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਤੂੰ ਚੇਲਾ ਕਿਹਦਾ ਹੈ, ਤੇਰਾ ਗੁਰੂ ਕੌਣ ਹੈ, ਕਿਹੜੀ ਕਥਾ ਲੈ ਕੇ ਤੂੰ ਨਿਰਲੇਪ ਰਹਿਣਾ। ਇਹ ਮੈਨੂੰ ਉਹਨਾਂ ਨੇ ਪ੍ਰਸ਼ਨ ਕੀਤੇ। ਇਸ ਕਥਾ ਕਾ ਦੇ ਵਿਚਾਰ। ਪੰਜਵਾਂ ਪ੍ਰਸ਼ਨ ਇਹ ਵੀ ਕੀਤਾ, ਇਹ ਕਥਾ ਦੀ ਵਿਚਾਰ ਦੱਸ ਸਾਨੂੰ। ਭਵ ਜਲ ਸ਼ਬਦ ਲੰਘਾਵਣ ਹਾਰ। ਕਿਹੜੇ ਸ਼ਬਦ ਨੂੰ ਤੂੰ ਧਾਰਿਆ ਜਿਹੜਾ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ, ਇਹ ਵੀ ਦੱਸ। ਪਵਨ ਆਰੰਭ ਸਤਿਗੁਰ ਮਤ ਵੇਲਾ। ਇਹ ਪੰਜ ਪ੍ਰਸ਼ਨ ਸਿੱਧਾਂ ਨੇ ਕਰ ਦਿੱਤੇ ਗੁਰੂ ਨਾਨਕ ਦੇਵ ਜੀ ਨੂੰ। ਸਤ ਸੰਗੀ ਧੰਨ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਔਰ ਵਡਿਆਈ ਹੈ, ਪ੍ਰਤਾਪ ਹੈ ਆਪ ਜੀ ਦਾ। ਮਹਾਰਾਜ ਕਹਿੰਦੇ ਸਿੱਧੋ ਪਵਨ ਆਰੰਭ, ਸ੍ਰਿਸ਼ਟੀ ਦੀ ਜਿਹੜੀ ਆਰੰਭਤਾ ਹੈ, ਸ੍ਰਿਸ਼ਟੀ ਦਾ ਮੂਲ ਸਾਧ ਸੰਗੀ ਪਵਨ ਹੈ। ਪਵਨ ਗੁਰੂ ਪਾਣੀ ਪਿਤਾ। ਪਵਨ ਸਾਧ ਸੰਗਤ ਜੀ ਸੰਕਲਪ ਨੂੰ ਕਹਿੰਦੇ ਆ, ਫੁਰਨੇ ਨੂੰ। ਨਾਮਦੇਵ ਤੋਂ ਵੀ ਸਾਧ ਸੰਗਤ ਜੀ ਪੁੱਛਿਆ ਸੀ ਇਹਦੇ ਸਮਕਾਲੀ ਗਿਆਨਦੇਵ ਭਗਤ ਨੇ। ਕਹਿੰਦਾ ਭਗਤ ਜੀ ਆ ਸ੍ਰਿਸ਼ਟੀ ਕਿਵੇਂ ਰਚੀ ਗਈ। ਨਾਮਦੇਵ ਕਹਿੰਦਾ ਤੈਨੂੰ ਪਤਾ ਨਹੀਂ। ਧਨਾਸਰੀ ਰਾਗ ਦੀ ਭਗਤਾ ਬਾਣੀ ਚਾਹੁੰਦਾ ਹੈ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਨਾਚੈ ਬਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕਰਨਾ। ਐਸਾ ਸਤ ਸੰਗੀ ਸ਼ਬਦ ਉਚਾਰ ਕਰਕੇ ਨਾਮਦੇਵ ਨੇ ਵੀ ਕਿਹਾ ਪਹਿਲ ਪੁਰਸਾ ਬਿਰਾ, ਪਹਿਲਾਂ ਪੁਰਖ ਅਕਾਲ ਪੁਰਖ ਅੰਤਰਜਾਮੀ ਤੋਂ ਬਿਰਾ ਬਾਣੀ ਪੈਦਾ ਹੋਈ। ਬਾਣੀ ਉਦੋਂ ਹੀ ਪ੍ਰਗਟ ਹੁੰਦੀ ਹੈ ਜੇ ਮੂੰਹ ਵਿੱਚ ਪੌਣ ਹੋਵੇ। ਪੌਣ ਤੋਂ ਹੀ ਸਤ ਸੰਗੀ ਸ਼ਬਦ ਪੈਦਾ ਹੁੰਦਾ ਹੈ। ਇਸ ਕਰਕੇ ਪੌਣ ਗੁਰੂ ਤਾਂ ਕਿਹਾ ਹੈ। ਪੌਣ ਦੁਆਰਾ ਹੀ ਮੁੱਖੋਂ ਸ਼ਬਦ ਉਚਰਿਆ ਜਾਂਦਾ ਹੈ। ਹਵਾ ਨੂੰ ਕੰਟਰੋਲ ਕਰਕੇ ਜੀਵ ਸਾਧ ਸੰਗਤ ਜੀ ਬਾਹਰ ਨੂੰ ਖੜਾਕ ਬੋਲਦੀ ਹੈ, ਉਹਨੂੰ ਕਹਿੰਦੇ ਸ਼ਬਦ। ਤੋ ਖਾਲਸੇ ਦਾ ਗੁਰਸਿੱਖਾਂ ਦਾ ਸ਼ਬਦ ਹੀ ਗੁਰੂ ਹੈ।
ਇਸ ਕਰਕੇ ਕਹਿੰਦੇ ਓਮ ਪ੍ਰੀਤ ਚੀਤ ਪਹਿਲ ਰੀਆ ਸਾਰੰਗ ਰਾਗ ਵਿੱਚ ਆਉਂਦਾ। ਸਭ ਤੋਂ ਪਹਿਲਾਂ ਪਰਮੇਸ਼ਰ ਸਰਗੁਣ ਸਰੂਪ ਦੀ ਪ੍ਰੀਤੀ ਓੰਕਾਰ ਨਾਲ ਹੋਈ। ਕੀਤਾ ਪਸਾਓ ਏਕੋ ਕੋ ਵਾਓ, ਜਿੰਨਾ ਪਸਾਰਾ ਕੀਤਾ ਇੱਕ ਵਾਕ ਨਾਲ ਹੀ ਕਰ ਦਿੱਤਾ। ਜਬ ਉਦ ਕਰ ਕਰਾ ਕਰਤਾਰਾ ਪਰਜਾ ਧਰਤਾ ਦੇ ਅਪਾਰਾ, ਸਾਰੀ ਪਰਜਾ ਦੇ ਧਾਰਦੀ ਭਈ ਜਦੋਂ ਸਤ ਸੰਯੁੱਧ ਕਰ ਸੰਕਲਪ ਕੀਤਾ। ਸੋ ਮਹਾਰਾਜ ਜੀ ਕਹਿ ਰਹੇ ਨੇ ਸਿੱਧੋ, ਇੱਕ ਵਾਕ ਦੇ ਨਾਲ ਹੀ, ਪਾਉਣ ਦੇ ਨਾਲ, ਸਵਾਸ ਦੇ ਨਾਲ ਹੀ ਪਰਮੇਸ਼ਰ ਨੇ ਸਾਰੀ ਸੇਠੀ ਰਚੀ ਹੈ। ਕਹਿੰਦੇ ਜੀ ਫਿਰ ਸ੍ਰੇਸ਼ਟ ਮਿੱਟੀ ਦਾ ਮੁੱਢ ਕਿਹੜਾ? ਜਿਹੜੀ ਬੁੱਧੀ ਸ੍ਰੇਸ਼ਟ ਹੋਣੀ ਹੈ, ਹਰ ਕੋਈ ਚਾਹੁੰਦਾ ਮੇਰੀ ਬੁੱਧੀ ਸ੍ਰੇਸ਼ਟ ਹੋਵੇ। ਕਹਿੰਦੇ ਪਵਨ, ਪਵਨ ਹੈ ਸਵਾਸ, ਸਵਾਸ ਸਵਾਸ ਵਾਹਿਗੁਰੂ ਦਾ ਜਾਪ ਜਪੋ, ਇਹ ਤੁਹਾਡੀ ਸ੍ਰੇਸ਼ਟ ਬੁੱਧੀ ਦਾ ਮੁੱਢ ਹੈ, ਇੱਥੋਂ ਮੁੱਢ ਵੱਜੇਗਾ। ਕਹਿੰਦੇ ਜੀ ਫਿਰ ਸ੍ਰੇਸ਼ਟ ਮਤੀ ਪ੍ਰਾਪਤ ਕਿਵੇਂ ਹੋਵੇਗੀ? ਕਹਿੰਦੇ ਅੱਗੇ ਦਾ ਪਵਨ ਆਰੰਭ ਸਤਿਗੁਰ ਮਤ ਵੇਲਾ। ਜਿਹੜੇ ਵੇਲੇ ਸਤਿਗੁਰਾਂ ਦੀ ਪ੍ਰਾਪਤੀ ਹੋਵੇ ਨਾ, ਉਦੋਂ ਭਾਈ ਸ੍ਰੇਸ਼ਟ ਮਤੀ ਦੀ ਪ੍ਰਾਪਤੀ ਦਾ ਵੇਲਾ ਹੈ। ਇੱਥੇ ਆਪਾਂ ਸ੍ਰੇਸ਼ਟ ਮਤੀ ਗ੍ਰਹਿਣ ਕਰ ਰਹੇ ਹਾਂ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਕਹਿੰਦੇ ਤੇਰਾ ਗਵਨ ਗੁਰੂ, ਤੇਰਾ ਕਿਹੜਾ ਗੁਰੂ ਆ? ਮਹਾਰਾਜ ਕਹਿੰਦੇ ਤੈਨੂੰ ਪਤਾ, ਤੁਹਾਨੂੰ ਪਤਾ ਸਿੱਧੋ, ਸ਼ਬਦ ਗੁਰੂ, ਸ਼ਬਦ ਹੀ ਸਾਡਾ ਗੁਰੂ ਹੈ। ਸੁਰਤ ਧੁਨ ਚੇਲਾ, ਜਿਸ ਦੇ ਅਸੀਂ ਚੇਲੇ ਹਾਂ, ਔਰ ਸੋ ਭਲੀ ਪ੍ਰੀਤੀ ਦੇ ਨਾਲ ਅਸੀਂ ਉਸ ਨੂੰ ਧੁਨ ਉਚਾਰਦੇ ਹਾਂ। ਉਸ ਸ਼ਬਦ ਨੂੰ, ਧੁਨਾਕਾਰ ਨੂੰ ਅਸੀਂ ਚੇਲੇ ਬਣ ਕਰਕੇ ਸ਼ਬਦ ਨੂੰ ਉਚਾਰਦੇ ਹਾਂ। ਅਕਥ ਕਥਾ ਲੈ ਰਹੋ ਨਿਰਾਲਾ। ਕਹਿੰਦੇ ਕਿਹੜੀ ਕਥਾ ਲੈ ਕੇ ਤੁਸੀਂ ਨਿਰਲੇਪ ਰਹਿੰਦੇ ਹੋ ਮਾਇਆ ਦੇ ਮੋਹ ਤੋਂ? ਮਹਾਰਾਜ ਕਹਿੰਦੇ ਅਕਥ ਕਥਾ ਲੈ, ਉਹ ਕਥਮ ਤੋਂ ਰਹਿਤ ਪਰਮੇਸ਼ਰ ਹੈ, ਕਥਨਾ ਕਥੀ ਨਾ ਆਵੇ ਤੋਟ। ਉਹ ਜਿਹੜਾ ਅਕਥ ਪਰਮੇਸ਼ਰ ਹੈ, ਉਹਦੀ ਕਥਾ ਨੂੰ ਹਿਰਦੇ ਚ ਲੈ ਕਰਕੇ ਨਿਰਲੇਪ ਰਹਿੰਦੇ ਆ। ਕਹਿੰਦੇ ਜੀ ਉਹ ਇਹੀ ਜੀ ਕਥਾ ਕਿਹੜੀ ਹੋਈ, ਸਾਨੂੰ ਵੀ ਦੱਸੋ। ਨਾਨਕ ਜੁਗ ਜੁਗ ਗੁਰ ਗੋਪਾਲਾ। ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਇਹ ਨੇਚਾ ਕੀਤਾ ਹੈ, ਇਹਨੂੰ ਅਕਥ ਕਥਾ ਕਹਿੰਦੇ ਨੇ। ਜੁਗਾਂ ਜੁਗਾਂ ਵਿੱਚ ਚੇਤਨ ਬ੍ਰਹਮ ਗੋਪਾਲ ਪ੍ਰਿਥਵੀ ਦਾ ਪਾਲਕ ਸਾਰਿਆਂ ਨਾਲ ਜੁੜਿਆ ਹੋਇਆ ਹੈ। ਪੁਨः ਪੁਨः ਅਸੀਂ ਕਥਾ ਹੀ ਇਹੀ ਵਿਚਾਰਦੇ ਹਾਂ ਕਿ ਕੋਈ ਵੀ ਹਿਰਦਾ ਪਰਮੇਸ਼ਰ ਦੇ ਤੋਂ ਖਾਲੀ ਨਹੀਂ ਹੈ, ਸਾਰਿਆਂ 'ਚ ਹੀ ਪਰਮੇਸ਼ਰ ਹੈ। ਫਰੀਦ ਸਾਹਿਬ ਨੇ ਇਸੇ ਕਰਕੇ ਕਿਹਾ ਹੈ, ਜੇ ਤੋਂ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜੇ ਤੂੰ ਕਿਸੇ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਰੱਖਦਾ ਹੈ, ਕਿਸੇ ਦਾ ਦਿਲ ਨਾ ਢਾਇਆ ਕਰ, ਕਿਸੇ ਦਿਲ ਦੁਖੀ ਨਾ ਕਰਿਆ ਕਰ। ਸਾਰਿਆਂ ਦੇ ਹਿਰਦਿਆਂ 'ਚ ਵਾਹਿਗੁਰੂ ਵਸਦਾ ਹੈ। ਜੇ ਇਹ ਕਿਤੇ ਸੁਭਾਅ ਧਾਰ ਲਈਏ ਸਤ ਸੰਗੀ, ਆਪਣਾ ਮਨ ਜਦੇ ਹੀ ਸ਼ਾਂਤ ਹੋ ਜਾਵੇ। ਸੋ ਇੱਥੇ ਆਪ ਜੀ ਕਹਿੰਦੇ ਨੇ ਇਹ ਕਥਾ ਲੈ ਕੇ ਅਸੀਂ ਨਿਰਲੇਪ ਰਹਿੰਦੇ ਹਾਂ। ਏਕ ਸ਼ਬਦ ਜਦ ਕਥਾ ਵਿਚਾਰੀ। ਫੇਰ ਕਹਿੰਦੇ ਕਿਹੜਾ ਸ਼ਬਦ ਹੈ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਲੰਘਣਾ ਕੀਤਾ ਹੈ? ਮਹਾਰਾਜ ਕਹਿੰਦੇ ਏਕ ਸ਼ਬਦ ਲੈ ਕਥਾ ਵਿਚਾਰੀ। ਇੱਕ ਸਤ ਸੰਗਤ ਜੀ ਸ਼ਬਦ ਬ੍ਰਹਮ ਹੈ, ਉਹਦੀ ਕਥਾ ਦੀ, ਉਹਦੇ ਉਪਦੇਸ਼ ਦੀ ਵਿਚਾਰ ਕਰਦੇ ਹਾਂ ਅਸੀਂ। ਕਥਾ ਵਿਚਾਰੀ ਹੈ ਉਪਦੇਸ਼ ਦੁਆਰਾ। ਗੁਰਮੁਖ ਹਉਮੈ ਅਗਨ ਨਿਵਾਰੀ। ਗੁਰਮੁਖਾਂ ਨੇ ਤਾਂ ਉਹ ਸ਼ਬਦ ਦੀ ਕਥਾ ਦੇ ਆਸਰੇ ਹਉਮੈ ਦੀ ਅਗਨੀ ਬੁਝਾ ਦਿੱਤੀ ਹੈ। ਐਸੀ ਜਿਹੜੀ ਹਉਮੈ ਦੀ ਅਗਨੀ ਸਭ ਦੇ ਅੰਦਰ ਸਤਸੰਗ ਦੀ ਮੱਚਦੀ ਹੈ, ਇਹ ਬੁਝਾ ਦਿੱਤੀ ਹੈ। ਜਦੋਂ ਹਉਮੈ ਦੀ ਅਗਨੀ ਬੁਝ ਗਈ, ਮਨ ਸ਼ਾਂਤ ਹੋ ਗਿਆ, ਤਾਂ ਆਪੇ ਸੰਸਾਰ ਸਮੁੰਦਰ ਚੋਂ ਇਸ ਢੰਗ ਨਾਲ ਲੰਘਣਾ ਕੀਤਾ ਸੀ। ਮੈਣ ਕੇ ਦੰਤ ਕਿਉ ਖਾਈਐ ਸਾਰ। ਜਦੇ ਸਤ ਸੰਗਤ ਜੀ ਇੱਕ ਸਿੱਧ ਹੋਰ ਬੋਲਿਆ, ਕਹਿੰਦੇ ਐਉਂ ਦੱਸੋ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬੀਏ? ਲੋਹਾ ਤਾਂ ਇਹਨਾਂ ਦੰਦਾਂ ਨਾਲ ਨਹੀਂ ਚੱਬਿਆ ਜਾਂਦਾ ਹੈ। ਗੁੱਜਾ ਕਿੰਨਾ ਪ੍ਰਸ਼ਨ ਸਤ ਸੰਗਤ ਜੀ, ਬਈ ਦੰਦ ਹੋਣ ਮੋਮ ਦੇ ਬਣੇ ਹੋਏ ਤੇ ਚੱਬਣਾ ਹੋਵੇ ਲੋਹਾ। ਭਾਵ ਇਹਦਾ ਇਹ ਸੀ ਸਤ ਸੰਗਤ ਜੀ ਕਿ ਸੰਸਾਰ ਵਿੱਚ ਆਪਣੀ ਬਿਰਤੀ ਖਚਤ ਹੈ। ਇਹ ਬਿਰਤੀ ਆਪਣੀ ਨਾਮ ਵੱਲ ਨਹੀਂ ਲੱਗਦੀ ਹੈ। ਸੰਸਾਰ ਨੂੰ ਬਿਰਤੀ ਚੋਂ ਕੱਢ ਦੇਣਾ, ਜਿੰਨੇ ਸੰਸਾਰ ਦੇ ਵਰਤ ਵਰਤਾਵੇ ਦੇ ਸੰਸਕਾਰ ਨੇ ਮਨ ਵਿੱਚ, ਇਹਨਾਂ ਨੂੰ ਕੱਢ ਕੇ ਸਿਮਰਨ ਭਜਨ ਦੇ ਸੰਸਕਾਰਾਂ ਨੂੰ ਹਿਰਦੇ 'ਚ ਟਿਕਾਉਣਾ ਕਿੰਨਾ ਔਖਾ ਹੈ। ਲੋਕਾਂ ਦੀ ਜਾਣ ਪਛਾਣ ਕੱਢਣੀ, ਪ੍ਰਵਿਰਤੀ ਛੱਡ ਦੇਣੀ,
ਰੋਲ ਸਤਸੰਗ ਦੀ ਸੰਗਤ ਦੇ ਨਾਲ ਪ੍ਰੀਤੀ ਕਰਕੇ ਅੱਠੇ ਪਹਿਰ ਕੀਰਤਨ ਤੇ ਭਜਨ ਦੇ ਦਾਇਰੇ ਵਿੱਚ ਮਨ ਨੂੰ ਰੱਖ ਕੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ, ਔਰ ਸੰਸਾਰ ਦੇ ਜਿਹੜੇ ਕੋਈ ਕਿਸੇ ਨੂੰ ਮਾੜਾ ਮੰਨਦਾ, ਕੋਈ ਚੰਗਾ ਮੰਨਦਾ, ਕੋਈ ਕਿਸ ਤਰ੍ਹਾਂ ਪਦਾਰਥਾਂ ਦੀ ਰੁਚੀ ਹੈ ਹਿਰਦੇ 'ਚ, ਇਹ ਸਭ ਕੱਢਣੀ ਬੜੀ ਔਖੀ ਹੈ। ਉਹ ਪ੍ਰਸ਼ਨ ਕੀਤਾ ਇਹਨਾਂ ਨੇ। ਕਹਿੰਦੇ ਮੋਮਕ ਦੇ ਦੰਦ ਕੀ ਨੇ ਸਤ ਸੰਗਤ ਜੀ, ਬਈ ਇਹ ਜਿਹੜਾ ਸੰਸਾਰ ਹੈ ਸ਼ਬਦ ਦੁਆਰਾ ਇਹਨੂੰ ਕਿਵੇਂ ਉਭਾਵ ਕਰੀਏ। ਮੈਣ ਕੇ ਦੰਤ ਕਿਉਂ ਖਾਈਏ ਸਾਰ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬੀਏ। ਕਹਿੰਦੇ ਜਿਤ ਗਰਭ ਜਾਏ ਸੋ ਕਵਣ ਆਹਾਰ। ਉਹ ਭੋਜਨ ਵੀ ਦੱਸ ਦਿਓ ਕਿਹੜਾ ਭੋਜਨ ਛਕੀਏ ਜਿਸ ਕਰਕੇ ਹੰਕਾਰ ਅੰਦਰੋਂ ਚੱਕਿਆ ਜਾਵੇ। ਆਹ ਭੋਜਨ ਆਪਣੀ ਭੁੱਖ ਚੱਕ ਦਿੰਦਾ ਹੈ, ਲੇਕਿਨ ਇਹੋ ਜਿਹਾ ਕੋਈ ਭੋਜਨ ਵੀ ਹੈ ਜਿਹਦੇ ਨਾਲ ਅੰਦਰੋਂ ਹੰਕਾਰ ਦੀ ਭੁੱਖ ਚੱਕੀ ਜਾਵੇ। ਇਹ ਵੀ ਦੱਸੋ ਹੰਕਾਰ ਕਿਵੇਂ ਜਾਵੇ। ਵਿਵਾ ਕਾ ਘਰ ਮੰਦਰ ਅਗਨ ਭਰਾਹਨ। ਇੱਕ ਇਹ ਪ੍ਰਸ਼ਨ ਹੋਰ ਹੈ, ਕਹਿੰਦੇ ਹਿਵੇ ਕਾ ਘਰ ਮੰਦਰ, ਹਿਵੇ ਨਾ ਬਰਫ਼ ਦਾ ਹੁੰਦਾ, ਸ਼ਾਂਤੀ ਦੇ ਘਰ ਮੰਦਰ ਅਸੀਂ ਕਿਵੇਂ ਵੜੀਏ। ਸ਼ਾਂਤੀ ਵਾਲਾ ਘਰ ਹੈ, ਉੱਥੇ ਸਾਡਾ ਕਿਵੇਂ ਟਿਕਾ ਹੋਵੇ। ਅਗਨ ਪਰਾਹਨ, ਅਸੀਂ ਅਗਨੀ ਦਾ ਚੋਲਾ ਪਹਿਨੀ ਬੈਠੇ ਆ, ਕਾਮ ਕ੍ਰੋਧ ਦੀ ਅਗਨੀ ਹੋਈ ਹੈ। ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਆਏ ਪਾਏ। ਕਾਮ ਕ੍ਰੋਧ ਦਾ ਚੋਲਾ ਸਾਰਿਆਂ ਨੇ ਗਲ ਪਾਇਆ ਹੋਇਆ ਆਪਣੇ। ਇਹ ਰੋਲ ਅਗਨੀ ਦਾ ਚੋਲਾ ਹੈ, ਇਹ ਕਿਵੇਂ ਅਸੀਂ ਇਹਨੂੰ ਪ੍ਰਾਹਨ ਤਿਆਗੀਏ। ਇਹ ਪ੍ਰਸ਼ਨ ਕੀਤਾ। ਗਵਨ ਗੁਫਾ ਜਤ ਰਹਿ ਅਵਾਹਨ। ਉਹ ਕਿਹੜੀ ਗੁਫਾ ਜਿਹੜੀ ਗੁਫਾ ਵਿੱਚ ਵੜ ਕੇ ਬੈਠ ਜਾਈਏ ਸਾਡਾ ਆਉਣਾ ਜਾਣਾ ਚੱਕਿਆ ਜਾਵੇ। ਆ ਸਰੀਰ ਦੀ ਗੁਫਾ 'ਚ ਬੈਠੇ ਆ, ਇੱਥੋਂ ਤਾਂ ਜਮ ਨੇ ਛੱਡਣਾ ਨਹੀਂ, ਇੱਥੇ ਤਾਂ ਫੇਰ ਕਦੇ ਵੜ ਗਏ ਕਦੇ ਨਿਕਲ ਗਏ। ਉਹ ਗੁਫਾ ਦੱਸ ਦਿਓ ਜਿਹੜੀ ਗੁਫਾ 'ਚ ਬੈਠ ਕੇ ਆਉਣਾ ਜਾਣਾ ਚੱਕਿਆ ਜਾਵੇ। ਇਤੇ ਉਤ ਕਿਸ ਕੋ ਜਾਣ ਸਮਾਵੈ। ਅਸੀਂ ਇੱਧਰ ਉੱਧਰ ਲੋਕ ਪਰਲੋਕ ਸਮਾਇਆ ਹੋਇਆ ਕਿਹਨੂੰ ਜਾਣੀਏ। ਸਾਰੇ ਸ੍ਰਿਸ਼ਟੀ ਵਿੱਚ ਸਤਿ ਸਮਾਇਆ ਹੋਇਆ ਪਰਮੇਸ਼ਰ ਹੀ ਹੈ। ਕੋਈ ਕਿਤੇ ਸਮਾ ਜਾਂਦਾ, ਕੋਈ ਕਿਤੇ। ਆਪਾਂ ਸਾਰੇ ਇੱਕ ਦੇਸ਼ੀ ਹੈ। ਜੇ ਇੱਥੇ ਆ ਗਏ ਤਾਂ ਭਾਰਤ ਵਰਸ਼ ਵਿੱਚ ਆਪਾਂ ਹੈ ਨਹੀਂ, ਜੇ ਭਾਰਤ ਵਿੱਚ ਚੱਲਾਂਗੇ ਫਿਰ ਇੱਥੇ ਨਹੀਂ ਹੋਵਾਂਗੇ। ਲੇਕਿਨ ਪਰਮੇਸ਼ਰ ਉੱਥੇ ਵੀ ਹੈ ਇੱਥੇ ਵੀ ਹੈ। ਸੋ ਲੋਕ ਪਰਲੋਕ ਵਿੱਚ ਸਮਾਇਆ ਹੋਇਆ ਸੀ ਕਿਹਨੂੰ ਜਾਣੀਏ। ਦੱਸੋ ਸਾਨੂੰ। ਕਵਨ ਧਿਆਨ ਮਨ ਮਨ ਹੈ ਸਮਾਵਾ। ਇਹ ਮਨ ਹਰ ਇੱਕ ਦਾ ਆਪਣੀ ਮਨੌਤ ਕਰਾਉਣੀ ਚਾਹੁੰਦਾ ਹੈ। ਮਨ ਦੇ ਮਨ ਇਹ ਹਰ ਵੇਲੇ ਫੁਰਨਾ ਰਹਿੰਦਾ, ਸਾਰੇ ਲੋਕ ਮੈਨੂੰ ਮੰਨਣ। ਇਹ ਜਿਹੜੀ ਮਨ ਦੀ ਮਨੌਤ ਹੈ ਇਹ ਕਿਵੇਂ ਹਟੇ, ਔਰ ਉਹ ਧਿਆਨ ਕਿਹੜਾ ਜਿਹਦੇ ਵਿੱਚ ਅਸੀਂ ਧਿਆਨ ਲਾਈਏ। ਮਨ ਆਪਣਾ ਮਨੌਤ ਵਡਿਆਈ ਤੋਂ ਪਿੱਛੇ ਹਟ ਕੇ ਵਾਹਿਗੁਰੂ ਜੀ ਸਮਾ ਜਾਵੇ। ਇਹ ਵੀ ਉੱਤਰ ਦਿਓ ਸਾਨੂੰ। ਹੋ ਮੈਂ ਵਿੱਚ ਹੋ ਖੋਵੈ। ਇਹ 7 ਪ੍ਰਸ਼ਨ ਨੇ ਸਤ ਸੰਗਤ ਜੀ ਮਹਾਰਾਜ ਦੇ ਮੂਹਰੇ ਸਿੱਧਾ ਨੇ ਕੀਤੇ। ਇਹਨਾਂ 7 ਦਾ ਹੀ ਆਪ ਜੀ ਉੱਤਰ ਦੇ ਰਹੇ ਨੇ ਸਤ ਸੰਗਤ ਜੀ। ਆਪ ਜੀ ਕਹਿੰਦੇ ਨੇ ਹੇ ਸਿੱਧੋ ਹੋ ਮੈਂ ਵਿੱਚੋਂ ਖੋਵੈ। 4 ਵਰਨ ਮੰਨੇ ਨੇ, 4 ਹੀ ਆਸ਼ਰਮ ਮੰਨੇ ਨੇ ਸਤ ਸੰਗਤ ਜੀ। ਬ੍ਰਹਮਚਾਰੀ ਆਸ਼ਰਮ ਹੈ, ਗ੍ਰਸਥ ਆਸ਼ਰਮ ਹੈ, ਬਾਣਪ੍ਰਸਥ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ। ਇਸੇ ਤਰ੍ਹਾਂ ਖੱਤਰੀ ਬ੍ਰਾਹਮਣ ਸੂਦ ਵੈਸ 4 ਵਰਨ ਹਨ। ਇਹਨਾਂ ਦੀ ਸਤ ਸੰਗਤ ਜੀ ਇਸੇ ਤਰ੍ਹਾਂ ਹੋ ਮੈਂ ਬ੍ਰਾਹਮਣ ਹਾਂ, ਮੈਂ ਛਤਰੀ ਹਾਂ, ਮੈਂ ਸੂਦਰ ਹਾਂ, ਮੈਂ ਬੈਸ ਹਾਂ। ਇਹ ਹਉਮੈ ਚੱਕ ਦੇਵੇ ਇੱਕ ਤਾਂ। ਜਾਂ ਮੈਂ ਬ੍ਰਹਮਚਾਰੀ ਹਾਂ, ਮੈਂ ਗ੍ਰਸਤੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਬਾਣਪ੍ਰਸਥ ਹਾਂ। ਇਹ ਹੋ ਮੈਂ ਨਾ ਜਿਹੜੀ ਇਹ ਵਿੱਚੋਂ ਚੱਕ ਦੇਵੇ। ਕੀ ਕਰੇ ਸਤ ਸੰਗਤ ਜੀ ਇਸ ਨੂੰ ਚੱਕ ਕੇ। ਹੋ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਇੱਕੋ ਹੋਵੈ। ਦੁਐਤ ਭਾਵ ਨੂੰ ਮੇਟ ਦੇਵੇ, ਫਿਰ ਇੱਕੋ ਹੀ ਹੋ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਇਹਨਾਂ ਨੇ ਪ੍ਰਸ਼ਨ ਕੀਤਾ ਸਤ ਸੰਗਤ ਜੀ। ਪਿੱਛੇ ਇਹ 5ਵੇਂ ਪ੍ਰਸ਼ਨ ਦਾ ਉੱਤਰ ਦੇ ਰਹੇ ਨੇ। ਕਹਿੰਦੇ ਨੇ ਕਬਨ ਗੁਫਾ ਜਿਤ ਰਹਿ ਅਵਾਹਨ। ਉਹ ਕਿਹੜੀ ਗੁਫਾ ਜਿਹਦੇ ਵਿੱਚ ਬੈਠ ਕੇ ਸਾਡਾ ਆਉਣਾ ਜਾਣਾ ਚੱਕਿਆ ਜਾਵੇ। ਕਹਿੰਦੇ ਉਹ ਏਕਤਾ ਵਾਲੀ ਗੁਫਾ ਹੈ। ਦੁਐਤ ਭਾਵ ਚੱਕ ਦਿਓ, ਏਕਤਾ ਰੂਪ ਗੁਫਾ 'ਚ ਟਿਕ ਜਾਓ। ਫਿਰ ਸਤ ਸੰਗਤ ਜੀ ਦੁਐਤ ਭਾਵ ਵਿੱਚ ਹੀ ਆਉਣਾ ਜਾਣਾ ਫਿਰ ਖਤਮ ਹੋ ਜਾਂਦਾ ਹੈ। ਇਹ ਉੱਤਰ ਦਿੱਤਾ 5ਵੇਂ ਪ੍ਰਸ਼ਨ ਦਾ ਪਹਿਲਾਂ ਮਹਾਰਾਜ ਜੀ ਨੇ। ਦੂਜਾ ਮੇਟਾ ਇੱਕੋ ਹੋਵੈ। ਫਿਰ ਸਤ ਸੰਗਤ ਜੀ
ਇਹ ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਕਹਿੰਦੇ ਦੂਜਾ ਮੇਟਾ ਇੱਕੋ ਹੋਵੇ। ਮਹਾਰਾਜ ਕਹਿੰਦੇ ਜੀ ਦ્વੈਤ ਭਾਵ ਆ ਨਾ ਜਿਹੜੀ, ਇਹਨੂੰ ਮੇਟ ਦੇਵੇ, ਇੱਕੋ ਇੱਕ ਹੋ ਜਾਵੇ। ਇਹ ਤਾਂ ਉਤਲਾ ਪ੍ਰਸ਼ਨ ਦਾ ਉੱਤਰ ਸੀ। ਜਗ ਕਰਣਾ ਮਨ ਮੁਖ ਗਾਵਾਰ। ਇਹਨਾਂ ਨੇ ਕਿਹਾ ਸੀ ਮੈਣ ਕੇ ਦੰਤ ਕਿਉਂ ਖਾਈਏ ਸਾਰ, ਬਈ ਲੋਹੇ ਨੂੰ ਕਿਵੇਂ ਚੱਬੀਏ ਮੋਮ ਦੇ ਦੰਦਾਂ ਨਾਲ। ਮਹਾਰਾਜ ਨੇ ਨਿਰਣਾ ਕਰ ਦਿੱਤਾ, ਸਿੱਧੋ ਤੁਸੀਂ ਦਿਲ ਚ ਕੀ ਰੱਖਦੇ ਹੋ ਕੁਟਲਤਾਈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਗ ਕਰੜਾ ਮਨ ਮੁਖ ਗਾਵਾਰ। ਇਹ ਜਗਤੀ ਲੋਹੇ ਵਰਗਾ ਕਰੜਾ, ਇਹਦੇ ਤੋਂ ਬਿਰਤੀ ਚੱਕਣੀ ਵਾਲੀ ਔਖੀ ਹੈ। ਜਿਹੜੇ ਮਨਮੁਖ ਨੇ ਉਹ ਬੇਸਮਝ ਹੋ ਰਹੇ ਨੇ ਜਗ ਵਿੱਚ ਲੱਗ ਕੇ। ਜਗਤ ਦੁੱਖ ਰੂਪ ਹੈ, ਕਰੜੀ ਚੀਜ਼ ਉਹ ਵੀ ਦੁੱਖ ਰੂਪ ਹੋਇਆ ਕਰਦੀ ਹੈ। ਸ਼ਬਦ ਕਮਾਈਏ ਖਾਈਏ ਸਾਰ। ਇਹ ਦੋਨਾਂ ਪੰਕਤੀਆਂ ਚ ਉੱਤਰ ਦੇ ਦਿੱਤਾ ਕਿ ਗੁਰੂ ਕੇ ਸ਼ਬਦ ਦੀ ਕਮਾਈ ਖਾ ਕਰਕੇ ਨਾ ਲੋਹੇ ਨੂੰ ਚੱਬ ਲਈਏ, ਸੰਸਾਰ ਦਾ ਅਭਾਵ ਕਰ ਦਈਏ। ਦਿਸ਼ਟਮਾਨ ਹੈ ਸਗਲ ਮਥੇਨਾ, ਜੋ ਦ੍ਰਿਸ਼ਟੀ ਵਿੱਚ ਪਦਾਰਥ ਨੇ ਸਭ ਮਿਥਿਆ ਰੂਪ ਨੇ। ਕਿਸੇ ਨੇ ਮਿਰਗ ਜਲ ਦੇ ਪਾਣੀ ਨਾਲ ਖੇਤ ਸੰਜਣ ਦੀ ਇੱਛਾ ਰੱਖੀ ਹੈ ਜੱਟ ਨੇ। ਮਿਰਗ ਜਲ ਤ੍ਰਿਸ਼ਨਾ ਦਾ ਪਾਣੀ ਉਹਨੂੰ ਕਹਿੰਦੇ ਆ, ਜਦੋਂ ਜੇਠ ਦੇ ਮਹੀਨੇ ਤਪਸ਼ ਪੈਂਦੀ ਆ ਨਾ, ਆਪਾਂ ਦੂਰੋਂ ਐਂ ਲੱਗਦਾ ਜਿਵੇਂ ਪਾਣੀ ਹੁੰਦਾ ਜੋ ਜਾੜ 'ਚ, ਉਹ ਲਹਿਰਾਂ ਜੀਆਂ ਉੱਠਦੀਆਂ ਨੇ, ਲੱਗਦਾ ਪਾਣੀ ਆ। ਉਸ ਨੂੰ ਮਿਰਗ ਦੇਖ ਕੇ ਨਾ ਪਿਆਸਾ ਨੱਠਿਆ ਫਿਰਦਾ ਵੀ ਪਾਣੀ ਨਾਲ ਪਿਆਸ ਬੁਝਾਵਾਂ, ਪਰ ਨਹੀਂ ਬੁਝਾ ਸਕਦਾ ਵਿਚਾਰਾ। ਉਹ ਜਿਵੇਂ ਉਹ ਮਿਰਗ ਤ੍ਰਿਸ਼ਨਾ ਦੇ ਜਲ ਨਾਲ ਕਿਸੇ ਜ਼ਿਮੀਂਦਾਰ ਨੇ ਖੇਤੀ ਨੇ ਨਾ ਸੰਜੀ, ਇਸ ਤਰ੍ਹਾਂ ਸੰਸਾਰ ਜਿਹੜਾ ਪ੍ਰਤੀਤ ਹੋ ਰਿਹਾ, ਇਹਦੇ ਨਾਲ ਕਿਸੇ ਨੇ ਸੁੱਖ ਨਹੀਂ ਮਾਣਿਆ ਹੈ। ਸੁੱਖ ਸਤ ਸੰਗ ਜੀ ਪਰਮੇਸ਼ਰ ਦੇ ਨਾਮ ਵਿੱਚ ਹੈ। ਮਹਾਰਾਜ ਕਹਿੰਦੇ ਸ਼ਬਦ ਕਮਾਈਏ ਖਾਈਏ ਸਾਰ। ਸਭ ਤੋਂ ਵੱਡਾ ਮੋਮ ਤਾਂ ਹਲੇ ਕਿਹੜੀ ਹੋਵੇਗੀ, ਲੇਕਿਨ ਸ਼ਬਦ ਤਾਂ ਭਾਈ ਬਹੁਤਾ ਹੀ ਕੋਮਲ ਹੈ ਮੋਮ ਨਾਲੋਂ ਵੀ। ਸ਼ਬਦ ਗੁਰਸਿੱਖਾਂ ਦੇ ਹਿਰਦਿਆਂ ਨੂੰ ਮੋਮ ਨਾਲੋਂ ਵੀ ਅਧਿਕ ਢਾਲ ਕੇ ਰੱਖ ਦਿੰਦਾ ਹੈ। ਤਾਂ ਮਹਾਰਾਜ ਨੇ ਕਿਹਾ, ਸਿੱਧੋ ਕੀ ਪੁੱਛਦੇ ਹੋ ਤੁਸੀਂ ਵੀ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬੀਏ। ਸ਼ਬਦ ਕਮਾਈਏ ਖਾਈਏ ਸਾਰ। ਜਿਹੜੀ ਗੁਰੂ ਕੇ ਸ਼ਬਦ ਦੀ ਕਮਾਈ ਕਰਨੀ ਆ ਨਾ, ਇਹਦੇ ਨਾਲ ਸੰਸਾਰ ਜਿਹੜਾ ਲੋਹੇ ਦੀ ਨਹੀਂ ਕਿਹੜਾ, ਇਹਨੂੰ ਖਾ ਜਾਈਦਾ ਹੈ। ਅੰਤਰ ਬਾਹਰ ਏਕੋ ਜਾਣੈ। ਫਿਰ ਇਹਨਾਂ ਨੇ ਸਤ ਸੰਗਤ ਜੀ ਕਿਹਾ ਹੈ ਕਿ ਇਤੇ ਤੂੰ ਕਿਸ ਕੋ ਜਾਏ ਜਾਣ ਸਮਾਵੈ। ਲੋਕ ਪਰਲੋਕ ਸੌ ਕਿਹਨੂੰ ਜਾਣ ਕੇ ਬਿਰਤੀ ਸਮਾਇਆ ਹੋਇਆ ਜਾਣੇ ਮਨ ਵਿੱਚ। ਮਹਾਰਾਜ ਕਹਿੰਦੇ ਅੰਤਰ ਬਾਹਰ ਏਕੋ ਜਾਣੈ। ਅੰਦਰ ਵੀ ਬਾਹਰ ਵੀ ਇੱਕੋ ਵਾਹਿਗੁਰੂ ਨਹੀਂ ਜਾਣੇ ਸਮਾਇਆ ਹੋਇਆ, ਕਿ ਸਾਰੇ ਉਹੀ ਸਮਾਇਆ ਹੋਇਆ ਹੈ। ਨਾਨਕ ਅਗਨ ਮਰੈ ਸਤਿਗੁਰ ਕਾ ਭਾਣਾ। ਫਿਰ ਇਹ ਸਤ ਸੰਗਤ ਜੀ ਸਤਵਾਂ ਪ੍ਰਸ਼ਨ ਇਹਨਾਂ ਨੇ ਕੀਤਾ ਹੈ ਕਿ ਕੀ ਹੈ, ਜਿਹੜਾ ਸਾਡੇ ਕਾਮ ਕ੍ਰੋਧ ਦਾ ਜਿਹੜੀ ਹੈ ਆਪਣੇ ਕਿੱਥੇ ਪ੍ਰਸ਼ਨ, ਨਾਨਕ ਅਗਨ ਮਰੈ ਸਤਿਗੁਰ ਕੈ ਭਾਣਾ। ਇਹ ਉੱਤਰ ਦਿੱਤਾ ਸਤ ਸੰਗਤ ਜੀ। ਕੀ ਕਹਿੰਦੇ ਨੇ ਉਹ ਗੁਰਮੁਖ, ਹਾਂਜੀ ਕਿੱਥੇ ਕਾ ਅਗਨ ਸਤ ਸੰਗਤ ਜੀ ਜਿਹੜਾ ਚੋੜਾ ਹੈ ਨਾ, ਕਾਮ ਕ੍ਰੋਧ ਦਾ ਚੋੜਾ ਅਗਨੀ ਦਾ ਪਾਇਆ ਹੋਇਆ ਹੈ, ਉਹ ਕਿਵੇਂ ਨਿਵਰਤ ਹੋਵੇ। ਮਹਾਰਾਜ ਕਹਿੰਦੇ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੇ। ਸਤਿਗੁਰੂ ਜੀ ਦਾ ਸਤ ਸੰਗਤ ਜੀ ਦੁੱਖ ਸੁੱਖ ਵਿੱਚ ਭਾਣਾ ਮੰਨ ਕੇ ਨਾ ਨਾਮ ਵਿੱਚ ਬਿਰਤੀ ਟਿਕਾਵੇ ਤਾਂ ਸਤ ਸੰਗਤ ਜੀ ਕਾਮ ਕ੍ਰੋਧ ਵਿਸ਼ਿਆਂ ਦੀ ਅਗਨੀ ਖਤਮ ਹੋ ਜਾਂਦੀ ਹੈ। ਹਾਂਜੀ ਚਲੋਗਾ ਬਸ ਕਰੋ। ਅੱਛਾ, ਇੱਥੇ ਸਤ ਸੰਗਤ ਜੀ ਇਹ ਮਹਾਰਾਜ ਜੀ ਨੇ ਜੋ ਵੀ ਇਹਨਾਂ ਨੇ ਪ੍ਰਸ਼ਨ ਕੀਤੇ ਸੀ ਸਾਰਿਆਂ ਦੇ ਉੱਤਰ ਦਿੱਤੇ ਹਨ। ਇੱਥੇ ਸਤ ਸੰਗਤ ਵਿਸਰਾਮ ਦਿੰਦੇ ਹਾਂ ਤੇ ਮਹਾਰਾਜ ਕਿਰਪਾ ਕਰੇ। ਟਾਈਮ ਸਤ ਸੰਗਤ ਜੀ ਬਹੁਤ ਹੋ ਗਿਆ। ਇਹ ਕਹਿੰਦੇ ਪ੍ਰੇਮੀ ਬਈ ਇਸ ਵੇਲੇ ਸਮਾਪਤੀ। ਗੁਰਸਿੱਖੀ ਦੇ ਲਕਸ਼ਣ, ਗੁਰਸਿੱਖ ਦਾ ਅਧਿਕਾਰ, ਉਹਦੀ ਜਿਗਿਆਸਾ ਅਵਸਥਾ, ਇਹ ਸਾਰੀ ਸਤ ਸੰਗਤ ਜੀ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਲਈਏ ਨਾ, ਬਹੁਤ ਔਖਾ ਹੈ। ਐਂ ਸਤ ਸੰਗਤ ਜੀ ਦਰਸਾਇਆ ਹੈ। ਹਮੇਸ਼ਾ ਵਾਸਤੇ ਫੁਲਵਾੜੀ ਤਾਂ ਲਾਉਂਦਾ ਮਾਲੀ, ਪਰ ਸਾਰੇ ਰੰਗਾਂ ਰੰਗਾਂ ਦੇ ਫੁੱਲਾਂ ਨੂੰ ਇਕੱਠੇ ਨਹੀਂ ਕਰ ਸਕਦਾ ਹੈ।
ਜਿੱਥੇ ਜਿੱਥੇ ਬੂਟੇ ਸਾਧ ਸੰਗਤ ਜੀ ਲੱਗੇ ਹੁੰਦੇ ਐ ਉਹ ਉਸੇ ਰੰਗ ਦਾ ਫੁੱਲ ਕੱਢੀ ਜਾਂਦੇ ਐ ਜੈਸੀ ਰੰਗਤ ਹੁੰਦੀ ਹੈ। ਲੇਕਿਨ ਇਹ ਕਦੇ ਨਹੀਂ ਦੇਖਿਆ, ਬਹੁਤ ਘੱਟ ਹੈ ਕਿ ਇੱਕੇ ਬੂਟੇ ਨਾਲੋਂ ਬਹੁਤ ਸਾਰੇ ਰੰਗਾਂ ਦੇ ਫੁੱਲ ਹੋਣ। ਉਹ ਫਿਰ ਸਾਧ ਸੰਗਤ ਜੀ ਜਿਹੜਾ ਮਾਲੀ ਹੈ ਗੁਲਦਸਤੇ ਬਣਾਉਂਦਾ ਹੈ, ਸਾਰਿਆਂ ਬੂਟਾਂ ਚ ਇੱਕ ਇੱਕ ਦੋ ਦੋ ਫੁੱਲ ਤੋੜ ਕੇ ਸਾਧ ਸੰਗਤ ਜੀ ਆਪਣੇ ਇਸ਼ਟ ਆਪਣੇ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਅੱਗੇ ਭੇਟਾ ਕਰਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਇਹ ਸੰਸਾਰ ਬਾਗ ਦੇ ਮਾਲੀ ਤੋਂ ਆਪ ਅਕਾਲ ਪੁਰਖ ਅੰਤਰਜਾਮੀ ਹੈ, आप ही गुरु नानक रूप हो करके सत संगत जी ये जितनी अमृतमयी वाणी है शब्द ने सारे सत संगत जी बूटियां दी न्याई ने, रंगा रंगा दे फुल निकल रहे ने। कई ऐसे शब्द भी ने जिन्हां नूं सुन करके सत संगत अपने अंदर विराग अवस्था पैदा हुंदी है। विरागी आदमी दा चिट्टा रंग है, पीड़ा पकड़ जाता है, पड़तन ओदे चेहरे दी आ जाती है। विछोड़े वाले दा रंग हमेशा काला होता है। ऐसे भी शब्द ने जेड़े साध संगत जी पढ़ने सुनने मात्र से थोड़े अंदर विछोड़े नूं प्रगट कर देणगे भी ओहो मैं तो वाहिगुरू तो विछड़ा ही फिरदा। ऐसे भी शब्द ने जेड़े साध संगत जी थोड़े अंदर प्रेम पैदा करते हैं, प्रेम दा हरा रंग है। ऐसे भी गुरु के ने शब्द उच्चारण कीते अमृतमयी जिन्हां दे अंदर भगती गुंथन कीती हुई है। जिन्हां गुरमुखां ने सत संगत जी भगती विच मन ला लिया उन्हां दा सत संगत जी भगती दा रंग लाल है। इसे तरह जितने सत संगत जी शब्द ने सारे संसार दे फुल्लां दे रंग मिट जाणगे, लेकिन सत संगत जी शब्द दा रंग कदे उतरेगा नहीं। ऐसे साध संगत जी गुलदस्ते बना बना के रागी सिंह साहिबान ने गुरसिखां दी महिमा कीती है और गुरसिखां दे लक्षण कीते ने। उन्हां गुरसिखां तो बलिहार जाइए जिन्हां ने सारी जिंदगी परण कर लिया कि गुरु साहब दे दर्शन करने, परण कर लिया, कदे फिक्का बोलना ही नहीं, गुरमुख बोल बोल दे मिठा। ऐसे सत संगत जी बोला नू मिठिया नू बोलना। मिठा तो सत संगत जी कौन है? मिठी तो अमृतमयी बाणी है, अपने बोल मिठे नहीं। आपां मिठ बोलीए किसे नू चंगे लगणगे किसे नू कौड़े लगणगे, लेकिन गुरबाणी ऐसी सत संगत सारियां नू मिठी लगती है। सो प्रेमी जनो ऐसी अमृतमयी बाणी सतगुरु जी कृपा करन, गुरसिखां नू प्रगट करन वाले भी आप, संगत विच लियाउण वाले भी आप और उपदेश भी प्रेर के भगते द्वारा आप ही देण वाले, कल्याण करन वाले भी आप। इस करके गुरु घर दे अंदर अप्रबुद्ध चेतन भी आप ही है और प्रबुद्ध चेतन भी आप ही। चेतन तो ब्रह्म दा नाम है। ओही चेतन सत संगत जी जग्यासू गुरसिख जीव दे हिरदे च बैठ करके अप्रबुद्ध चेतन खवाउंदा कि मैनू ज्ञान नहीं है। दूसरे पासे गुरसिख गुरु दे हिरदे च बैठ करके प्रबुद्ध चेतन खवाउंदा है, ज्ञान दाता भी आप ही है। सो सत संगत जी ऐसी अवस्था च पहुंचाउण वास्ते गुरु नानक देव जी ने यह अमृतमयी सत संगत जी बाणी दा विस्तार कीता है। ये जिहड़ी अमृतमयी बाणी सिद्ध गोष्ठ आपां कई दिन तो सत संगत जी विचार कर रहे हाँ। ऐसी ही सत संगत जी सिद्धांत बड़ी डूंगी विचार है। आप व्यक्तियों को उजागर करो, सिद्ध हंकार दे संयुक्त प्रश्न कर रहे ने ते सतगुरु जी सत संगत जी उत्तर दे रहे है। कल सत संगत जी 7 प्रश्न सी जिन्हां विचों सत संगत जी 3 दे उत्तर दिते सन। ਉਹ जद ਨੂੰ ग्रंथी सिंह साहब कहंदे टाइम ही हो गया। क्यों? गुरबाणी सत संगत जी टाइम दे बंधन विच नहीं है, ये अकाल को बाणी है, काल नो समय दा है। सारी सृष्टि काल दे अधीन है, लेकिन गुरबाणी सत संगत जी अकाल पुरख अंतरजामी दे सचखंड चों आई हुई है। जिस वेले गुरसिख रस माण दा आनंद
ਉੱਥੇ ਗਿਣਤੀ ਮਿਣਤੀ ਨਹੀਂ ਹੈ। ਉੱਥੇ ਸਤ ਸੰਗਤ ਜੀ ਰਾਤਾਂ ਤੇ ਦਿਨ ਨਾਮ ਰਸੀਆਂ ਦੇ ਇੱਕ ਰਸ ਲੰਘ ਜਾਂਦੇ ਨੇ। ਸੋ ਲਓ ਵਿਚਾਰ, ਆਓ ਆਪਾਂ ਗੁਰੂ ਨਾਨਕ ਦੇਵ ਦੀ ਬਾਣੀ 'ਚ ਜੁੜੀਏ, ਜਿਸ ਕਰਕੇ ਸਤ ਸੰਗਤ ਜੀ ਆਪਣਾ ਆ ਜਨਮ ਸਫਲਾ ਹੋਵੇ। ਸਿੱਧਾ ਨੇ ਪ੍ਰਸ਼ਨ ਕੀਤਾ ਹੈ, ਕਹਿੰਦੇ ਮਹਾਰਾਜ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬੀਏ, ਇਹ ਪ੍ਰਸ਼ਨ ਸੀ। ਦੂਸਰਾ, ਉਹ ਭੋਜਨ ਕਿਹੜਾ ਖਾਈਏ ਜਿਹਦੇ ਨਾਲ ਹੰਕਾਰ ਚੱਕਿਆ ਜਾਵੇ। ਭੋਜਨ ਖਾਂਦਿਆਂ ਭੁੱਖ ਚੱਕ ਹੁੰਦੀ ਆ ਨਾ, ਹੰਕਾਰ ਨਹੀਂ ਚੱਕ ਹੁੰਦਾ। ਸਮਾਂ ਤੇ ਦੱਸਦਾ ਅਸੀਂ ਤਾਂ ਬਹੁਤਾ ਭੋਜਨ ਖਾਂਦੇ ਆ, ਤੁਸੀਂ ਤਾਂ ਖਾਂਦੇ ਕੱਖ ਨਹੀਂ, ਘਰ ਵਿੱਚ ਤੁਸੀਂ ਕੰਗਾਰ ਲੋ। ਭੋਜਨ ਖਾਂਦੇ ਆ ਵੀ ਹੰਕਾਰ ਫੁਰਦਾ ਹੈ ਬਹੁਤ ਸਾਰੇ ਲੋਕਾਂ ਨੂੰ ਕਿ ਸਾਡੇ ਵਰਗਾ ਘਰ 'ਚ ਕੋਈ ਭੋਜਨ ਨਹੀਂ ਚੰਗਾ ਖਾਂਦਾ। ਇਹੋ ਜਿਹਾ ਭੋਜਨ ਕਾਹਦਾ ਖਾਣਾ ਜਿਹਦੇ ਨਾਲ ਹੰਕਾਰ ਹੀ ਫੁਰੇ। ਸਤ ਸੰਗਤ ਜੀ, ਉਹ ਭੋਜਨ ਮਹਾਰਾਜ ਦੱਸਦੇ ਹੋ ਜਿਹੜੇ ਭੋਜਨ ਖਾਦੇ ਆ ਹੰਕਾਰ ਖਤਮ ਹੋ ਜਾਵੇ। ਉਸ ਤੋਂ ਅੱਗੇ ਉਹ ਘਰ ਵੀ ਦੱਸਦੇ ਹੋ ਜਿਹੜੇ ਘਰ ਵਿੱਚ ਬਣਨ ਵਾਲੀ ਸ਼ਾਂਤੀ ਪ੍ਰਾਪਤ ਹੋ ਜਾਵੇ। ਗ੍ਰਸਤੀ ਲੋਕ ਆਪਾਂ ਵੀ ਘਰ ਬਣਾਈ ਬੈਠੇ, ਸਤ ਸੰਗਤ ਜੀ ਸ਼ਾਂਤੀ ਨਹੀਂ। ਤਦੇ ਹੀ ਉਹਨਾਂ ਘਰਾਂ ਚੋਂ ਜਿਵੇਂ ਪਾਣੀ ਖੁੱਡਾਂ 'ਚ ਪਏ ਤੇ ਚੂਹੇ ਬੁੜਕ ਬੁੜਕ ਨਿਕਲਦੇ ਆ ਨਾ, ਉਹਨਾਂ ਘਰਾਂ ਚੋਂ ਸਤ ਸੰਗਤ ਜੀ ਦੁਖੀ ਹੋ ਕੇ ਇੱਥੇ ਨੂੰ ਨੱਠੇ ਆਉਂਦੇ ਆ ਕਿ ਇੱਥੇ ਸ਼ਾਂਤੀ ਪ੍ਰਾਪਤ ਹੋਵੇਗੀ। ਉਹ ਸ਼ਾਂਤੀ ਵਾਲਾ ਘਰ ਵੀ ਦੱਸਦੇ ਹੋ ਮਹਾਰਾਜ ਜੀ। दूसरा सी महाराज काम क्रोध का चोर ने फिर भी आजू कितनी क है, सिद्धां दा सारी जिंदगी दा तजर्बा है। फिर सत संगत जी कहंदे ने ओ गुफा केड़ी है जेड़ी विच बैठ के साडा आउणा जाना ही चक्किया जावे। देह रूपी गुफा च बैठे अपना आउणा जाना तां नहीं चक होया, इहदे च आवेगी आएगी निकल के भी तुरना पऊगा, ये भी दस दिओ। फिर लोक परलोक विच महाराज समाया होया किनू जानिए। सारी सृष्टि सारे थावां ते समाई होई नहीं है। बद्दल सारे नहीं समाया हुंदा आकाश विच। बद्दल सब तो वड्डा आपां मंनदे आ 200 को तक होऊगा, 400 को तो गां फिर खाली आकाश हुंदा है। आकाश भी सारे समाया होया नहीं। सत संगत आपां आकाश नूं व्यापक मंनदे आ, वो भी जगह है जिथे आकाश का भी अभाव है, आकाश नहीं है उत्थे। सो ये आप जी दसो। दूसरे पासे मन है जेड़ा ये अपनी मनौत कराउणा चाहुंदा। हर एक आदमी दे मन च संकल्प है, मेरा मन हर वेले चाहुंदा कि मेरी मनौत हो, सारी दुनिया मैनू मन्ने। ये मन दे अंदर जिहड़ी मनौत दा इच्छा है ये किवें चक होवे ते किहड़े ध्यान विच समाइए, किहदा ध्यान ला के असीं समाइए जिस करके मन दे अंदर मनाउण दी वडियाई कराउण दी जिहड़ी इच्छा ना ये चक होवे। सत प्रशन कीते सत संगत जी। सो आप जी ने सत संगत जी कल प्रशन आ चुके हैं। पंजवें प्रशन का पहला उत्तर दिता है, कवन गुफा जित रह अवाहन। कहंदे ओ गुफा केड़ी च है जिथे आउणा जाना चक्या जावे। मारे कहंदे हाँ मैं बिचों खोवै, दूजा बेटा एको होवै। हिस दो जेड़ी थोड़े अंदर लम्मियां जड़ां पसारी बैठी है ना हौमै, वो असीं गुरसिखां अंदर नहीं रहण दित्ती है। हौमै करी तां तू नहीं, तू होवै हो ना है। बूझो ज्ञानी बूझना अकथ कथा मन माहे। इहनूं कहंदे अकथ कथा। ये ज्ञानवानो इन्हां समझना करो। जे हौमै कर ली तो ब्रह्म दा भाव है। ब्रह्म योनि विच है नहीं, हैगा ब्रह्म लेकिन अलोप है, असख्यात है। सत संगत जी पहला कहंदे ने तुसीं इउं करो, जे तुसीं अवण जाण तो रहत वाली गुफा विच समाउणा है तां फिर हम मैं छतरी हाँ, मैं ब्राह्मण हाँ, मैं शूद्र हाँ, मैं वैश्य हाँ, मैं ब्रह्मचारी हाँ, इसे तरह 4 आश्रमां दा भानी हाँ। ये विचों खो देवे, जेड़ा चक देवे। सत संगत जी जिस वेले चक्की जावे फिर दूजा मेटे द्वैत भाव नूं मेट के इक्को एक हो जावे, परमेश्वर च लीन। जदों ये अवस्था आ जूगी फिर सत संगत जी ओ गुफा जेड़ी है ना अयंग नेत गुफा ब्रह्म, होर शास्त्रां ने भी कहा है। ओ सत संगत जी गुफा दे विच आउण जाण तो रहत हो जावेगा।
फिर कहंदे जी पहला दसो भी बिना दंदां तो लोहा किवें ਚੱਬੀਏ ਮੋਣ ਦੇ ਦੰਦਾਂ ਨਾਲ। ਤਾਂ ਮਹਾਰਾਜ ਜੀ ਕਹਿੰਦੇ ਆ ਜਗ ਕਰੜਾ ਮਨ ਮੋਗਾ ਵਾਰ। ਸਿੱਧੋ ਤੁਸੀਂ ਤਾਂ ਦੱਸਿਆ ਹੀ ਨਹੀਂ, ਇਉਂ ਕਹਿ ਦਿੱਤਾ ਵੀ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬੀਏ। ਸਾਨੂੰ ਇਹ ਵੀ ਪਤਾ ਵੀ ਲੋਹੇ ਨੂੰ ਤੁਸੀਂ ਕੀ, ਲੋਹੇ ਦਾ ਭਾਵ ਜਗਤ ਹੈ। ਤੁਸੀਂ ਤਾਂ ਇਹ ਵੀ ਨਹੀਂ ਜਗਤੇ ਵੀ ਜਗਤ ਨੂੰ ਭਾਵ ਕਿਵੇਂ ਕਰੀਏ। ਤੁਸੀਂ ਲੋਹੇ ਦਾ ਨਾਂ ਲੈ ਦਿੱਤਾ। ਸਾਨੂੰ ਪਤਾ ਹੈ ਬਈ ਨਾਂ ਲੋਹੇ ਦਾ ਲਿਆ ਹੈ ਜਗਤ ਦਾ ਮਤਲਬ। ਸ਼ਬਦ ਕਮਾਈਏ ਖਾਈਏ ਸਾਰ। ਜੋ ਸ਼ਬਦ ਗੁਰੂ का है ਇਹਦੀ ਕਮਾਈ ਕਰੀਏ ਫਿਰ ਲੋਹੇ ਨੂੰ ਚੱਬ ਲਈਦਾ। ਲੋਹੇ ਨੂੰ ਚੱਬਣ ਦਾ ਭਾਵ ਸੰਸਾਰ ਨੂੰ ਅਭਾਵ ਕਰ ਦੇਈਦਾ। ਜਦੋਂ ਸ਼ਬਦ ਦੀ ਕਮਾਈ ਗੁਰਸਿੱਖ ਕਰਦਾ ਹੈ, ਜਿਹੜਾ ਦੁੱਖ ਰੂਪ ਸੰਸਾਰ ਹੈ ਇਹ ਸਤ ਸੰਗੀ ਬਿਰਤੀ ਚੋਂ ਚੱਕਿਆ ਜਾਂਦਾ ਹੈ। ਜਿੰਨਾ ਚਿਰ ਸੰਸਾਰ ਦੇ ਪਦਾਰਥ ਔਰ ਵਿਸ਼ੇ ਆਪਣੀ ਬਿਰਤੀ ਚ ਨੇ, ਉਹਨਾਂ ਚਿਰ ਸਤ ਸੰਗਤ ਜੀ ਆਪਾਂ ਦੁਖੀ ਹਾਂ। ਸ਼ਬਦ ਨੇ ਕੀ ਕਰਨਾ, ਜਿਸ ਵੇਲੇ ਸ਼ਬਦ ਦੀ ਕਮਾਈ ਕਰੋਗੇ ਉਸ ਵੇਲੇ ਸੰਸਾਰਾਕਾਰ ਬਿਰਤੀ ਚੱਕੀ ਜਾਵੇਗੀ, ਬ੍ਰਹਮਾਕਾਰ ਹੋ ਜਾਵੇਗੀ। ਕਿਉਂ ਸ਼ਬਦ ਦੀ ਕਮਾਈ, ਸ਼ਬਦ ਵਰਗਾ ਕੋਮਲ ਕਿਹੜੀ ਵਸਤੂ ਹੈ ਸਤ ਸੰਗਤ ਜੀ। ਇਸੇ ਕਰਕੇ ਸ਼ਬਦ ਕੋਮਲ ਹਿਰਦੇ ਵਿੱਚ ਹੀ ਵਸਦਾ ਹੈ। ਜਿਵੇਂ ਪਾਣੀ ਪਾਣੀ ਚ ਮਿਲਦਾ ਹੈ, ਕੋਮਲ ਹਿਰਦਾ ਹੋਵੇ ਸ਼ਬਦ ਵੀ ਕੋਮਲ ਹੈ ਸਤ ਸੰਗਤ ਜੀ, ਅਭੇਦ ਹੋ ਜਾਈਦਾ ਹੈ। ਇਹ ਸਿੱਧੋ ਸ਼ਬਦ ਦੀ ਕਮਾਈ ਕਰੋ, ਇਹ ਸਭ ਤੋਂ ਕੋਮਲ ਦੰਦ ਨੇ, ਫਿਰ ਸੰਸਾਰ ਨੂੰ ਭਾਵ ਕਰ ਦੇਈਦਾ ਹੈ। ਇਹ ਸਤ ਸੰਗਤ ਜੀ ਉੱਤਰ ਦਿੱਤਾ ਆਪ ਜੀ ਨੇ। ਅੱਗੇ ਸਤ ਸੰਗਤ ਜੀ ਫਿਰ ਕੀ ਕਹਿੰਦੇ ਐ, ਅਸੀਂ ਜੀ ਸਾਰੇ ਕਿਹਨੂੰ ਸਮਾਇਆ ਜਾਣੀਏ। ਕਹਿੰਦੇ ਅੰਤਰ ਬਾਹਰ ਏਕੋ ਜਾਣੈ। ਅੰਦਰ ਬਾਹਰ ਇੱਕ ਵਾਹਿਗੁਰੂ ਨੂੰ ਜਾਣੋ। ਵੀ ਕਿਹਦਾ ਧਿਆਨ ਲਾਈਏ, ਸਾਰੇ ਪਰਮੇਸ਼ਰ ਹੀ ਪਰਮੇਸ਼ਰ ਹੈ, ਉਹਦਾ ਧਿਆਨ ਧਾਰੋ। ਇਹ ਸਤ ਸੰਗਤ ਜੀ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ। ਇਹ ਕਹਿੰਦੇ ਜੀ ਇੱਕ ਤੋਂ ਕਿਸ ਕੋ ਜਾਣ ਸਮਾਵੈ। ਲੋਕ ਪਰਲੋਜ ਕਿਹਨੂੰ ਧਿਆਨ ਧਾਰੀਓ ਤਾਂ ਕਹਿੰਦਾ ਅੰਤਰ ਬਾਹਰ ਇੱਕੋ ਜਾਣ। ਫਿਰ ਕਹਿੰਦੇ ਜੀ ਇਉਂ ਦੱਸੋ ਮਨ ਦੀ ਮਨੌਤ ਕਿਵੇਂ ਮਿਟੀਏ। ਮਨ ਨਹੀਂ ਹਟਦਾ ਆਪਣੀ ਮਨੌਤ ਕਰਾਉਣੋਂ। ਜੇ ਬੁੜੀ ਨੂੰ ਨੌ ਮੱਥਾ ਨਾ ਟੇਕੇ, ਉਹ ਵੀ ਕਹੂ ਨੱਕ ਚਾੜਦੀ ਆ ਵੀ ਇਹਨੇ ਮੈਨੂੰ ਮੱਥਾ ਨਹੀਂ ਟੇਕਿਆ। ਹੋਰ ਦੁਨੀਆ ਦੀ ਵਡਿਆਈ ਤਾਂ ਪਿੱਛੇ ਰਹੇਗੀ। ਮਨ ਨਹੀਂ ਆਪਣੀ ਮਨੌਤ ਕਰਾਉਣ ਦੀ ਆਦਤ ਤੋਂ ਹਟਦਾ ਹੈ। ਲੇਕਿਨ ਗੁਰਸਿੱਖ ਨੇ ਤਾਂ ਜਨਮ ਧਾਰਿਆ ਗੁਰੂ ਸਾਹਿਬ ਨੂੰ ਮੰਨਣ ਵਾਸਤੇ, ਗੁਰੂ ਦੀ ਪੂਜਾ ਕਰਨ ਵਾਸਤੇ, ਆਪ ਦੀ ਪੂਜਾ ਕਰਾਉਣ ਵਾਸਤੇ ਨਹੀਂ ਹੈ। ਸੋ ਆਪ ਜੀ ਕਹਿੰਦੇ ਨੇ ਸਤਿ ਜੀ ਅਗਨ ਮਰੈ ਸਤਿਗੁਰ ਕੈ ਭਾਣੈ। ਪਹਿਲਾਂ ਤਾਂ ਗੁਰੂ ਸਾਹਿਬ ਦੀ ਆਗਿਆ ਚ ਭਾਣਾ ਮੰਨੇ ਦੁੱਖ ਸੁੱਖ ਦੇ ਅੰਦਰ। ਫਿਰ ਤ੍ਰਿਸ਼ਨਾ ਦੀ ਅਗਨੀ ਬੁਝ ਜਾਂਦੀ ਹੈ। ਜਦੋਂ ਮਨ ਦੇ ਅੰਦਰ ਉਹ ਤ੍ਰਿਸ਼ਨਾ ਦੀ ਅਗਨੀ ਬੁਝੇ ਸਤ ਸੰਗਤ ਜੀ, ਫਿਰ ਮਨ ਦੇ ਅੰਦਰ ਮਨੌਤ ਆਪਣੀ ਮਨਾਉਣ ਦੀ ਕਰਾਉਣ ਦੀ ਇੱਛਾ ਹਟ ਜਾਂਦੀ ਹੈ। ਜਿਸ ਵੇਲੇ ਸਤ ਸੰਗਤ ਜੀ ਮਨੌਤ ਕਰਾਉਣ ਦੀ ਇੱਛਾ ਹਟ ਗਈ, ਫਿਰ ਕੀ ਕਰਦਾ ਹੈ ਇਹ ਸਤ ਸੰਗਤ ਜੀ, ਉਸੇ ਵੇਲੇ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਹੈ, ਵਾਹਿਗੁਰੂ ਵਿੱਚ। ਇਹ 3-4 ਪ੍ਰਸ਼ਨਾਂ ਦੇ ਉੱਤਰ ਆ ਗਏ। ਅੱਗੇ ਸਤ ਸੰਗਤ ਜੀ ਇਹਨਾਂ ਨੇ ਕਿਹਾ ਹੈ ਸਿੱਧਾ ਨੇ, ਹਿਵੇ ਕਾ ਕਰ ਮੰਦਰ ਦੱਸੋ ਕਿਵੇਂ ਠੰਡੇ ਘਰ ਵਿੱਚ ਕਿਵੇਂ ਪ੍ਰਾਪਤ ਹੋਈਏ। ਤਾਂ ਆਪ ਜੀ ਦੱਸਦੇ ਹਨ ਸੱਚ ਭੈ ਰਾਤਾ ਗਰਵ ਨਿਵਾਰਾ। ਇਹਨਾਂ ਨੇ ਕਿਹਾ ਹੈ ਕਿ ਹੰਕਾਰ ਉਹ ਕਿਹੜਾ ਭੋਜਨ ਛਕੀਏ ਜਿਸ ਕਰਕੇ ਹੰਕਾਰ ਨਿਵਰਤ ਹੋਵੇ। ਮਾਰੇ ਕਹਿੰਦੇ ਸੱਚ ਭੈ ਰਾਤਾ, ਹਾਂਜੀ ਗਰਵ ਨਿਵਾਰਾ। ਸੱਚ ਭੈ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ। ਪਹਿਲਾਂ ਤਾਂ ਸੱਚੇ ਪਰਮੇਸ਼ਰ ਦੇ ਭੈ ਵਿੱਚ ਰਤਿਆ ਰਹੇ। ਜਿਹੜੇ ਮਨ ਦੇ ਅੰਦਰ, ਜਿਹੜੇ ਗੁਰਸਿੱਖ ਦੇ ਮਨ ਚ ਭੈ ਆ ਨਾ, ਉਹ ਕਦੇ ਕੁਰੈਤ ਨਹੀਂ ਕਰਦਾ ਵੀ ਗੁਰੂ ਸਾਹਿਬ ਤਾਂ ਹਾਜ਼ਰ ਨਾਜ਼ਰ ਦੇਖਦੇ ਨੇ, ਮੈਂ ਕਿਉਂ ਕੁਰੈਤ ਕਰਾਂ। ਜਦ ਦੇਖ ਲੈਂਦਾ ਕੜੇ ਵੱਲ, ਫਿਰ ਕਹਿੰਦਾ ਮੈਂ ਐਸ ਹੱਥ ਨਾਲ ਝੂਠੇ ਦਕਸ਼ਤ ਕਰਾਂ, ਚੋਰੀ ਕਰਾਂ, ਐਸ ਅੱਖਾਂ ਦੇ ਨਾਲ ਮੈਂ ਵਿਸ਼ੇ ਦ੍ਰਿਸ਼ਟੀ ਨਾਲ ਦੇਖਾਂ ਜਿਨ੍ਹਾਂ ਚ ਮਾਰ ਨੇ ਸਾਡੇ ਅੰਮ੍ਰਿਤ ਪਾ ਦਿੱਤਾ, ਐਸ ਜੀਵ ਦੇ ਨਾਲ ਮੈਂ ਝੂਠ ਬੋਲਣਾ, ਗਾਲ ਕੱਢਣਾ ਜਿਹੜੀ ਜੀਵ ਨੂੰ ਮਹਾਰਾਜ ਨੇ ਅੰਮ੍ਰਿਤ ਸਿਖਾ ਦਿੱਤਾ। ਇਹ ਹੈ ਭੈ। ਸੱਚ ਭੈ ਰਾਤਾ। ਜਿਸ ਵੇਲੇ ਸੱਚੇ ਸਤ ਸੰਗਤ ਜੀ ਪਰਮੇਸ਼ਰ ਦੇ ਭੈ ਵਿੱਚ ਰੰਗਿਆ ਜਾਂਦਾ ਨਾ, ਇਹ ਫਿਰ ਸ਼ਬਦ ਵਿਚਾਰ ਹੈ, ਸ਼ਬਦ ਦੀ ਵਿਚਾਰ ਕਰਦਾ ਹੈ ਗੁਰਸਿੱਖ।
एको जाता गर्भ निवारै, इको ही जेड़ा जान लेना, जेड़ी शब्द दी विचार करनी है, यही आहार भोजन है। आपां भोजन चकना आए हैं। सब रस मिठे मन्ने सुने सा लोने, खड़ तुरसी मुख बोरना मारन नाद कीए। जेड़ा शब्द दा मारन कीर्तन सुने की नाद कीर्तन सुनिया, ये मारन मसालियां वाला भोजन सत संगी छकिया है। जेड़ा गुरबाणी दा सुनना करदे हैं, मिठे भोजन है, सलूने हैं। जेड़ा मनन करदे हैं, मिठे भोजन है। ऐसे सत संगी शब्द दी विचार जिन्हां ने कीती है, उन्हां ने हंकार नूं चक दिता है। शब्द बसै सच अंतरहिया। कहंदे जी ਉਹ ਠੰਡਾ ਘਰ ਜਿਹੜਾ ਸਾਨੂੰ ਸ਼ੀਤਲਤਾਈ ਵਾਲਾ ਘਰ ਅੰਦਰ ਕਿਵੇਂ ਪ੍ਰਵੇਸ਼ ਹੋਈ ਹੈ। ਕਹਿੰਦੇ ਸ਼ਬਦ ਵਸੈ ਸੱਚ ਅੰਤਰ ਹੀ ਆ। ਜਦੋਂ ਸ਼ਬਦ ਤੁਹਾਡੇ ਹਿਰਦੇ 'ਚ ਵਸ ਜਾਵੇਗਾ ਨਾ, ਤੁਹਾਡੇ ਹਿਰਦੇ ਦੇ ਅੰਦਰ ਸੱਚਾ, ਉਸ ਵੇਲੇ ਮਨ ਤਲ ਤਨ ਮਨ ਸੀਤਲ ਰੰਗ ਰੰਗੀਆ। ਤੁਹਾਡਾ ਮਨ ਵੀ ਤਨ ਵੀ ਪ੍ਰੇਮ ਰੰਗ ਵਿੱਚ ਰੰਗਿਆ ਜਾਵੇਗਾ ਤੇ ਫਿਰ ਸੀਤਲ ਹੋ ਜਾਵੋਗੇ। ਫਿਰ ਸੀਤਲਤਾਈ ਦੇ ਘਰ ਵਿੱਚ ਸਮਾ ਜਾਵੋਗੇ ਤੁਰੀਆ ਪਦ ਅੰਦਰ। ਕਾਮ ਕ੍ਰੋਧ ਵਖ ਅਗਨ ਨਿਵਾਰੇ। ਕਹਿੰਦੇ ਜੀ ਸਤਵਾਂ ਪਰਸ਼ਨ ਸੀ, ਕਾਮ ਕ੍ਰੋਧ ਦਾ ਸੀ ਚੋਲਾ ਪਾਇਆ ਹੋਇਆ, ਅਗਨ ਰੂਪ, ਇਹਨੂੰ ਕਿਵੇਂ ਲਾ ਕੇ ਸਿੱਟੀਏ ਤਿਆਗੀਏ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਕਾਮ ਕ੍ਰੋਧ ਵਿਖ ਅਗਨ ਨਿਵਾਰੇ। ਕਾਮ ਕ੍ਰੋਧ ਜਿਹੜੇ ਵਿਸ਼ੇ ਨੇ, ਅਗਨ ਰੂਪ ਨੇ, ਇਹਨਾਂ ਨੂੰ ਇਸ ਢੰਗ ਨਾਲ ਨਿਵਰਤ ਕਰੇ ਦੱਸਦੇ ਹਨ। ਨਾਨਕ ਨਦਰੀ ਨਦਰ ਪਿਆਰੇ। ਇਹ ਪਿਆਰੇ ਸਿੱਧੋ, ਗੁਰੂ ਨਾਨਕ ਦੇਵ ਜੀ ਕਹਿੰਦੇ ਨਦਰੀ ਜੋ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਪਰਮੇਸ਼ਰ ਹੈ, ਜਦੋਂ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ, ਉਹ ਪਰਮੇਸ਼ਰ ਤੁਹਾਡੇ ਤੇ ਨਦਰੀ ਕਿਰਪਾ ਦ੍ਰਿਸ਼ਟੀ ਕਰੇਗਾ। ਜਦੋਂ ਕਿਰਪਾ ਦ੍ਰਿਸ਼ਟੀ ਹੋ ਜਾਵੇਗੀ, ਉਸ ਵੇਲੇ ਕਾਮ ਕ੍ਰੋਧ ਦਾ ਚੋਲਾ ਲੈ ਜਾਵੇਗਾ। ਕਵਨ ਮੁਖ ਚੰਦ ਹਿਵੈ ਕਰ ਛਾਇਆ। ਹੋਰ ਸਿੱਧ ਇੱਕ ਸਾਵਧਾਨ ਹੋ ਗਿਆ, ਸੱਚ ਕਦੀ ਦੂਜੇ ਦਾ ਸੋਚਣ ਲੱਗ ਗਏ। ਕਿਹੜਾ ਇੱਕ ਸੀ, ਦੋ ਸੀ, 84 ਸਿੱਧ ਸੀ ਆਲੇ ਦਾਲੇ ਬੈਠੇ ਗੁਰੂ ਨਾਨਕ ਦੇਵ ਜੀ ਦੇ। ਕਹਿੰਦਾ ਦੱਸੋ ਜੀ ਮੈਨੂੰ, ਕਵਨ ਮੁਖ ਚੰਦ ਹਿਵੈ ਘਰ ਛਾਇਆ। ਚੰਦਰਮਾ ਸਾਧ ਸੰਗਤ ਜੀ, ਪ੍ਰਕਾਸ਼ ਵੀ ਚੰਦਰਮਾ ਦਾ ਸੋਹਣਾ ਲੱਗਦਾ ਤੇ ਔਰ ਹਿਵੇ ਠੰਡਾ ਵੀ ਹੁੰਦਾ ਹੈ। ਚੰਦਰਮਾ ਦੀਆਂ ਕਿਰਨਾਂ ਸੀਤਲਤਾਈ ਦਿੰਦੀਆਂ ਹਨ। ਅਵਤਾਰ ਵੀ ਮੰਨਿਆ ਦਸਮ ਗ੍ਰੰਥ ਦੇ ਅੰਦਰ, ਜਿੰਨਾ ਚਿਰ ਚੰਦਰਮਾ ਨਹੀਂ ਪ੍ਰਗਟ ਹੋਇਆ, ਉਹਨਾਂ ਚਿਰ ਖੇਤੀਆਂ 'ਚ ਰਸ ਨਹੀਂ ਸੀ ਭਰਦਾ। ਜਿਹੜੇ ਜੀਵ ਪਾਪੀ ਪੁੰਨੀ ਨੇ, ਉਹ ਇਹ ਕਿਰਨਾਂ ਦੁਆਰਾ ਉਤਰਦੇ ਵੀ ਨੇ। ਜੇ ਕਿਤੇ ਆਪਾਂ ਇਹ ਵਿਚਾਰ ਕਰਾਂਗੇ, ਜੀਵ ਆਪਾਂ ਮਰ ਕੇ ਵੀ ਇੱਥੋਂ ਦੇਹ ਚੋਂ ਨਿਕਲ ਕੇ ਜਾਂਦੇ ਆ, ਪਰ ਲੋਕ ਨੂੰ ਕਿਹੜੀਆਂ ਪੌੜੀਆਂ ਚੜ੍ਹ ਕੇ ਜਾਂਦੇ ਆ ਬਈ, ਕਿਹਦੇ ਆਸਰੇ ਜਾਂਦੇ ਆ। ਫਿਰ ਜਦੋਂ ਆਏ ਆ, ਘਰਦਿਆਂ ਤਾਂ ਕੋਈ ਪਤਾ ਨਹੀਂ ਆਏ ਕਿੱਧਰ ਦੀਆਂ। ਫਿਰ ਦੇਹ ਵਿੱਚ ਬੜੇ ਵੀ ਆ ਕਿ ਨਹੀਂ, ਇਹਦੇ ਵਿੱਚ ਥੋੜ ਸਮੰਤ ਬੜੇ ਉਹ ਵਿੱਚ ਧਾਏ, ਇਹਦਾ ਕੋਈ ਗਿਆਨ ਹੈ? ਇਹ ਸਾਰੇ ਗਿਆਨ ਗੁਰਬਾਣੀ ਦਿੰਦੀ ਹੈ। ਸੱਚ ਨਹੀਂ ਜੇ ਕਰਕੇ ਵਿਚਾਰੀਏ। ਜੇ ਉਤਲੇ ਉੱਤੇ ਇਧਰੇ ਫੜਾ ਮਾਰਦੇ ਰਹੀਏ ਐਵੇਂ ਚੰਚਲਤਾਈ ਦੀਆਂ ਵਿਦਵਤਾ ਦੀਆਂ, ਉਹਦੇ ਚ ਖਾਲਸਾ ਜੀ ਕੁਛ ਲੱਭਦਾ ਨਹੀਂ। ਗੁਰਬਾਣੀ ਨੂੰ ਬਰਾਗ ਦੇ ਸਹਿਤ, ਗੁਰਸਿੱਖ ਰਹਿਤ ਵਹਿਤ ਰੱਖੇ ਸਰੀਰ ਕਰਕੇ, ਹਰ ਵੇਲੇ ਸਤਿ ਦੀ ਬਾਣੀ ਦਾ ਅਧਿਐਨ ਕਰੇ, ਨਿਤਨੇਮੀ ਹੋਵੇ, ਸਹਿਜੇ ਸਹਿਜੇ ਪਦਾਰਥਾਂ ਦੀ ਜਿਹੜੀ ਖਿੱਚ ਹੈ ਅੰਦਰੋਂ ਚੱਕੀ ਜਾਵੇ। ਫਿਰ ਗੁਰਬਾਣੀ ਨੂੰ ਵਿਚਾਰੇ। ਸਤ ਸੰਗਤ ਜੀ, ਇਹ ਬੋਧ ਹੋਣਾ ਕੋਈ ਔਖਾ ਨਹੀਂ। ਨਾਲ ਦੀ ਨਾਲ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਦਾ ਜਾਚਕ ਵੀ ਬਣਦਾ ਰਹੇ, ਫਿਰ ਗੁਰਸਿੱਖ ਦਾ ਜੀਵਨ ਸਫਲਾ ਹੈ। ਸਤ ਸੰਗਤ ਜੀ, ਸੋ ਇਹਨਾਂ ਸਿੱਧਾਂ ਨੇ ਕਿਹਾ ਦੱਸੋ ਜੀ, ਸਰੀਰ ਦੇ ਉੱਤੇ ਖਾਣ ਪੀਣ ਪਹਿਨਣ ਦਾ ਸਭ ਦਾ ਅਸਰ ਪੈਂਦਾ, ਲੇਕਿਨ ਗਿਆਨ ਦੀ ਪ੍ਰਾਪਤੀ ਬਿਨਾਂ ਸਤ ਸੰਗਤ ਜੀ ਆਪਾਂ ਨੂੰ ਜੰਮਣ ਮਰਨ ਨਹੀਂ ਮਿਟਦਾ। ਸਤੋ ਸੰਜਾਏ ਤੇ ਗਿਆਨਾ, ਜਿਹੜਾ ਗਿਆਨ ਹੁਣ ਆਪਾਂ ਪ੍ਰਾਪਤ ਕਰ ਰਹੇ ਹਾਂ, ਵਿਚਾਰ ਰਹੇ ਹਾਂ ਸ਼ਬਦ ਦੇ ਆਸਰੇ, ਇਹ ਸਤੋ ਗੁਣੀ ਬਿਰਤੀ ਬਿਨਾਂ ਨਹੀਂ ਪ੍ਰਾਪਤ ਹੁੰਦਾ ਹੈ। ਜੇ ਇੱਥੇ ਬਿਰਤੀ ਆਪਣੀ ਨਾ, ਰਜੋਗੁਣੀ ਬਿਰਤੀ ਉਹ ਹੈ ਜਿਹੜੀ ਹਰ ਵੇਲੇ ਜੁਗਤੀਆਂ ਸੋਚਦੀ ਰਹਿੰਦੀ ਹੈ ਵੀ ਮਾਇਆ ਕਿਵੇਂ ਕਮਾਈਏ, ਆਹ ਪਦਾਰਥ ਕਿਵੇਂ ਕਰੀਏ, ਆਹ ਤਰੱਕੀ ਕਿਵੇਂ ਕਰੀਏ, ਇਹ ਹੈ ਰਜੋਗੁਣੀ ਬਿਰਤੀ। ਤਮੋਗੁਣੀ ਬਿਰਤੀ ਇਹ ਹੈ ਫਲਾਣੇ ਨੂੰ ਕਿਵੇਂ ਮਾਰਾਂ, ਫਲਾਣੀ ਪਾਰਟੀ 'ਚ ਜਾ ਕੇ ਮੈਂ ਕਿਵੇਂ ਅੜਦ ਦੇਵਾਂ ਫਲਾਣੇ ਨੂੰ, ਕਿਸ ਦਾ ਬੁਰਾ ਚਿੱਤਰ ਦੇਣਾ, ਇਹ ਤਮੋਗੁਣੀ ਬਿਰਤੀ ਹੈ। ਸਤੋਗੁਣੀ ਬਿਰਤੀ ਉਹ ਹੈ ਕਿਸੇ ਦਾ ਬੁਰਾ ਨਾ ਤੱਕਣਾ, ਸਦਾ ਵਾਸਤੇ ਗੁਰਸਿੱਖਾਂ ਦੀ ਧੂੜੀ ਬਣ ਕੇ ਰਹਿਣਾ, ਔਰ ਧਰਮ ਦੀ ਕਿਰਤ ਕਰਨੀ,
प्रेम प्यार ना खिच हिरदे च गुरु की बाणी दी रहनी और गुरबाणी द्वारा इच्छा जागनी के हे महाराज ये गुरबाणी दा मैनू ज्ञान प्राप्त हो जाए। ये जिहड़ी बिरती है सतोगुणी है सत संगत जी। जे कहिए भी साडे अंदर तां आई नहीं किवें हो आवे, ये सत संगत जी आहार दा भी संबंध है। भोजन सतोमई छकना चाहिए। भावें जिन्ने मांसाहारी लोग ने वह तमोगुणी ने सत संगत जी, तमोगुण वधदा है। खालसा ना वैष्णु है ना कसाई है। पाप पुण्य तो पिछे रह गया। मांस आदक सत संगत शराब आदक पीना तमोगुण वधदा है। तमोगुण दा काला रंग है। जदों तमोगुण वध जी सत संगत जी इत्थे आके बैठ जिओ मांसाहारी बंदा आ गुरबाणी दी सत संगत जी डुंगियाई च नहीं पहुंच सकेगा, बाणी कंठ भी नहीं होवेगी ओते। इस करके सत संगत जी भोजन भी सतोगुणी खावे, उस तो बाद पहनना भी सत संगत सतोगुणी रखे। बाले चटकारे पटकारे वाले वस्त्र ना पहने, सादा पहने। दूसरे पासे संगत भी सत संगत जी सतोगुणी पुरुषां दी करे। बोलना भी सत संगत जी ਉਹ सदा वास्ते मतलब ਦਾ ਨਾ ਬਾਹਲੀ ਤਾਂ ਸਾਡੀ ਆਪਸ ਵਿੱਚ ਸਤਿ ਸ੍ਰੀ ਅਕਾਲ ਮਤਲਬ ਦੀ ਹੈ। ਕਈਆਂ ਨੂੰ ਬੇਪਛਾਣ ਤੋਂ ਹੀ ਆਪਾਂ ਫਤਿਹ ਬੁਲਾਉਂਦੇ ਆ ਰਾਹ ਵਿੱਚ, ਕਾਹਤੇ ਵੀ ਕਿਤੇ ਕੰਮ ਪਊਗਾ ਇਹਦੇ ਕੋ ਕੱਢ ਲਵਾਂਗੇ। ਲੇਕਿਨ ਪ੍ਰੇਮ ਦੀ ਫਤਿਹ ਨਹੀਂ ਹੈ। ਗੁਰਸਿੱਖ ਸਤ ਸੰਗਤ ਜੀ ਰਜੋਮਈ ਬਿਰਤੀ ਤੇ ਤਮੋਗੁਣੀ ਦਾ ਤਿਆਗ ਕਰਕੇ ਸਤੋਮਈ ਬਿਰਤੀ ਚਾਹੁੰਦਾ। ਸਤੋਮਈ ਬਿਰਤੀ ਹੀ ਚੰਦਰਮਾ ਹੈ, क्यों जिहदे विच ज्ञान की प्राप्ति होनी है। जे कहिए ज्ञान है जिहड़ा जिन आप सतोमई बिरती बिना सत संगत गुरबाणी का ज्ञान नहीं है। सो सिद्ध प्रश्न कर रहे ने, दसो जी कवन मुख चंद हिवै घर छाया। कहंदे किस द्वारा किहड़े साधन द्वारा जिहड़ा हिवै शीतलताई दा घर और चंद्रमा दी न्याई प्रकाश करन वाला सतोगुण है। ਕਿਹੜੇ ਹਿਰਦੇ ਵਿੱਚ ਸਥਿਤ ਹੁੰਦਾ ਹੈ ਸਤੋਗੁਣ। ਕਵਨ ਮੁਖ ਸੂਰਜ ਤਪੈ ਤਪਾਇਆ। ਸੁਣ ਲਓ ਸੂਰਜ ਕਹਿੰਦੇ ਕਿਹੜੇ ਸਾਧਨ ਦੁਆਰਾ ਤਪਾਇਆ ਹੋਇਆ ਤਪ ਰਿਹਾ ਜਿਹੜਾ ਸੂਰਜ, ਉਹ ਕਿਹੜੇ ਹਿਰਦੇ 'ਚ ਪ੍ਰਗਟ ਹੁੰਦਾ ਹੈ। ਚੰਦਰਮਾ ਕਿਹੜੇ ਹਿਰਦੇ 'ਚ ਪ੍ਰਗਟ ਹੁੰਦਾ, ਸੂਰਜ ਕਿਹੜੇ ਹਿਰਦੇ 'ਚ ਪ੍ਰਗਟ ਹੁੰਦਾ। ਸੋ ਸੂਰਜ ਸਤ ਸੰਗਤ ਗਿਆਨ ਦਾ ਪ੍ਰਕਾਸ਼ ਹੈ। ਜਿਹੜਾ ਚੰਦਰਮਾ ਹੈ ਉਹ ਸਤੋਗੁਣੀ ਆਦਮੀ ਦੇ ਅੰਦਰ ਸਤੋਗੁਣ ਹੈ। ਸਤੋ ਸੰਜਾਇ ਤੇ ਗਿਆਨਾ ਜਿੰਨਾ ਚਿਰ ਆਪਣੀ ਬਿਰਤੀ ਇੱਥੇ ਸਤੋਗੁਣ ਚ ਨਹੀਂ ਹੈ ਉਹਨਾਂ ਚਿਰ ਮਤਾ ਸਮਝ ਲਿਓ ਵੀ ਗਿਆਨ ਦਾ ਸੂਰਜ ਆਪਣੇ ਹਿਰਦੇ ਚ ਚੜ ਜਾਵੇਗਾ, ਨਹੀਂ ਚੜੇਗਾ। ਜਦੋਂ ਰਜੋਮਈ ਬਿਰਤੀ ਵਾਲਾ ਤਮੋਗੁਣੀ ਬਿਰਤੀ ਵਾਲਾ ਇੱਧਰ ਉੱਧਰ ਪਦਾਰਥਾਂ ਸੁਰਤੀ ਹੈ, ਫਿਰ ਸ਼ਬਦ ਵਿੱਚ ਸਤ ਸੰਗਤ ਜੀ ਕਿਵੇਂ ਬਿਰਤੀ ਜੋੜੇਗਾ, ਗਿਆਨ ਕਿਵੇਂ ਹੋਵੇਗਾ। ਸੋ ਇਹ ਕਹਿੰਦੇ ਉਹ ਸੂਰਜ ਗਿਆਨ ਦਾ ਕਿਵੇਂ ਚੜੇਗਾ ਤਪੇ। ਕਵਨ ਮੁਖ ਕਾਲ ਜੋਹਤ ਨਿਤ ਰਹਾ। ਹਰ ਵੇਲੇ ਸਾਨੂੰ ਕਾਲ ਜੋਂਦਾ ਰਹਿੰਦਾ ਹੈ, ਜੋਣਾ ਨਾ ਤੱਕਣਾ, ਦੇਖਦਾ ਰਹਿੰਦਾ ਵੀ ਹੁਣ ਵੀ ਮਾਰਾਂ ਹੁਣ ਵੀ ਮਾਰਾਂ। ਇਹ ਰਾਹ ਇਹ ਤੋਂ ਕਿਵੇਂ ਰਹਿਤ ਹੋਈਏ ਅਸੀਂ। ਕਾਲ ਤੋਂ ਰਹਿਤ, ਕਾਲ ਤੋਂ ਡਰਦਿਆਂ ਨੇ ਸਿੱਧਾ ਨੇ ਪਤਾ ਕੀ ਕੀਤਾ ਸਤ ਸੰਗਤ ਜੀ, 10ਵੇਂ ਦੁਆਰ ਪ੍ਰਾਣ ਚੜਾ ਲਏ ਵੀ ਸਾਨੂੰ ਕਾਲ ਨਾ ਮਾਰਨਾ ਆਵੇ। क्यों ये अपनी जिंदगी का यह परमेश्वर ने नियम बनाया होया है। ये सालां दी बुनियाद नहीं कोई, ये दिनां दी नहीं घड़ियां दी नहीं है जिहड़े आपां मिनट सकिंट बनाई बैठे। परमेश्वर ने सत संगत स्वास्थां दे उत्ते जिंदगी निर्भर रखी है। जे कहिए आपां नूं कौन दसदा है, गुरबाणी दसदी है गण घाले सब दिवस सास न वढन घटन तिल सास। ये देह रूपी पड़ोपी च गिण करके स्वास पाए हुए ने अपने। जिन्ने सास इस विच लैने ने दे विच ओने लैके सत संगत तुरदे लगना है। इसे करके विषयी दे कामी आदमी दे स्वास छेती पूरे हो जाते। बैस्त 12 चलत 18 सोबत चलते 30। ये सत संगत जै बैठ जाइए जिन्ना चिर च 12 साह आउंदे आ ना तुरया जांदा उन्ना चिर च 18 लंघ जाने ने अपने। सुत्तिया पिया जे बहुता सौंदे आ उम्र बतीत हुंदी आ 30 चले जाते आ, इन्ना नुकसान है। इसे तरह सत संगत जी गृहस्थ आश्रम दे च प्रवेश होया 64
ਸਾਹ ਉਹਨੇ ਚਿਰ ਚ ਚਲੇ ਜਾਂਦੇ ਹੈ। ਇਸ ਕਰਕੇ ਸਵਾਸਾਂ ਦੇ ਉੱਤੇ ਜ਼ਿੰਦਗੀ ਨਿਰਭਰ ਹੈ। ਇਹ ਜੋਗੀ ਕੀ ਕਰਦੇ ਨੇ ਨਾ, 10ਵੇਂ ਦੁਆਰ ਬੜੇ ਪ੍ਰਯਤਨ ਨਾਲ ਸਵਾਸ ਚੜਾ ਕੇ ਅਟਕਾ ਲੈਂਦੇ ਨੇ, ਆਪੇ ਜ਼ਿੰਦਗੀ ਵੱਧ ਗਈ। ਡਰਦੇ ਨੇ ਵੀ ਕਾਲ ਨਹੀਂ ਆਊਗਾ, ਸਾਹ ਸਾਡੇ ਬਾਕੀ ਹੈਗੇ ਪਏ, ਹਲੇ ਪੂੰਜੀ ਸਾਡੇ ਕੋਲ ਸਵਾਸਾਂ ਦੀ ਹੈਗੀ, ਕਾਲ ਸਾਨੂੰ ਨਹੀਂ ਮਾਰੂ। ਕਦੋਂ ਤਾਂ ਸਾਧ ਸੰਗਤ ਜੀ ਉਤਾਰੋਂ ਗਈ, ਕਿੰਨਾ ਕੁ ਚਿਰ ਤੁਸੀਂ ਸਰੀਰ ਨੇ ਤਾਂ ਪੁਰਾਣੇ ਹੋ ਜਾਣਾ। ਐਸ ਲੋੜ ਕਾਲ ਤੋਂ ਬਚਣ ਦੀ ਜਿਹੜੀ ਜੁਗਤੀ ਹੈ ਇਹ ਝੂਠੀ ਹੋਈ ਹੈ। ਹਜ਼ਾਰਾਂ ਸਾਲ ਹੋਰ ਬੈਠੇ ਰਹਿਣਗੇ ਪਰ ਫਿਰ ਭੈ ਤਾਂ ਬਣਿਆ ਹੀ ਰਹਿਣਾ ਕਾਲ ਦਾ ਵੀ। ਕਿੰਨਾ ਕੁ ਚਿਰ ਸਾਧ ਸੰਗਤ ਜੀ ਚੂਹਾ ਖੱਡ ਚ ਵੜਿਆ ਰਹੂ ਜੇ ਬਿੱਲੀ ਬਾਹਰ ਬੈਠੀ ਹੈ। ਜਦੋਂ ਨਿਕਲੇਗਾ ਖਾਣ ਪੀਣ ਨੂੰ ਉਹਨੇ ਜਦ ਹੀ ਪੱਖ ਲੈਣਾ ਹੈ। ਗੁਰੂ ਸਾਹਿਬ ਨੇ ਸੱਚ ਵੀ ਇਸ ਕਰਕੇ ਇਹਨਾਂ ਦੇ ਜੋਗ ਮਤ ਦਾ ਖੰਡਨ ਕੀਤਾ ਕਿ ਕਾਲ ਤੋਂ ਡਰਦੇ ਤੁਸੀਂ 10ਵੇਂ ਦੁਆਰ ਚ ਸਵਾਸ ਅਟਕਾ ਕੇ ਨਾ ਬੈਠੋ, ਨਿਰਭੈ ਹੋ ਕੇ ਸੂਰਮੇ ਹੋ ਕੇ ਬਾਹਰ ਨਿਕਲੋ ਔਰ ਕਾਲ ਨੂੰ ਮਾਰੋ। ਜੇ ਚੂਹਾ ਬਾਹਰ ਨਿਕਲ ਕੇ ਬਿੱਲੀ ਨੂੰ ਮਾਰ ਦੇਵੇ, ਸਦਾ ਵਾਸਤੇ ਸੁਤੰਤਰ ਹੋ ਜੀ, ਜਿੱਥੇ ਮਰਜੀ ਵਿਚਰੇ, ਲੇਕਿਨ ਖੁੱਡ ਚ ਕਿੰਨਾ ਚਿਰ ਵੜਿਆ ਰਹੇਗਾ। ਇਹ 10ਵੇਂ ਦੁਆਰ ਚ ਕਿੰਨਾ ਚਿਰ ਸਵਾਸ ਚੜਾਈ ਰੱਖਣਗੇ ਸਾਧ ਸੰਗਤ ਜੀ। ਜਦੋਂ ਉਤਾਰਨਗੇ, ਜੇ ਸਵਾਸ ਪੂਰੇ ਹੋ ਜਾਣੇ, ਕਾਲ ਨੇ ਫਿਰ ਖਾ ਲੈਣਾ ਹੈ। ਇਹ ਕਹਿੰਦੇ ਜੀ ਕਾਲ ਵਿੱਚੋਂ ਕਿਵੇਂ ਅਸੀਂ ਬਚੀਏ। ਕਵਨ ਬੁੱਧ ਗੁਰਮੁਖ ਪਤਰ ਹੈ। ਕਹਿੰਦੇ ਜੀ ਬੁੱਧੀ ਵੀ ਉਹ ਦੱਸਦੇ ਜਿਸ ਕਰਕੇ ਸਾਡੀ ਇੱਜ਼ਤ ਰਹਿ ਜਾਵੇ। ਆਪਣੀ ਬੁੱਧੀ ਬੇਇੱਜ਼ਤੀ ਕਰਾ ਦਿੰਦੀ ਹੈ। ਸਾਧ ਸੰਗਤ ਜੋ ਬੁੱਧੀ ਨਾਲ ਸੋਚ ਕੇ ਮੂੰਹੋਂ ਬਚਨ ਕੱਢਦੇ ਹੈ, ਉਸੇ ਵੇਲੇ ਸਾਧ ਸੰਗਤ ਜੀ ਦੇਖ ਲਓ ਫਿਰ ਬੇਇੱਜ਼ਤੀ ਵੀ ਹੁੰਦੀ ਹੈ। ਜਿਹੜਾ ਬੁੱਧੀ ਨਾਲ ਸੋਚ ਕੇ ਸ੍ਰੇਸ਼ਟ ਬਚਨ ਕਰਦਾ, ਉਹਨਾਂ ਦਾ ਸਤਿਕਾਰ ਵੀ ਹੁੰਦਾ ਹੈ। ਕਹਿੰਦੇ ਜੀ ਇਹ ਵੀ ਦੱਸੋ ਬੁੱਧੀ ਨਾਲ ਲੇਚੇ ਕਰਕੇ ਕਿਹੜਾ ਅਸੀਂ ਬਚਨ ਕੱਢਿਆ ਕਰੀਏ, ਇਸ ਕਰਕੇ ਸਾਡੀ ਇੱਜ਼ਤ ਰਹਿ ਆਵੇ। ਨਹੀਂ ਤਾਂ ਸਾਧ ਸੰਗਤ ਜੀ ਉਹ ਸੰਵਾਦ ਵੀ ਆਉਂਦਾ ਹੈ। ਦੰਦ ਕਹਿੰਦੇ ਨੇ ਹਮ ਬੱਤੀ ਤੁਮ ਏਕਲੀ ਬਸੇ ਹਮਾਰੇ बीच, ਅਰਲ ਬਰਲ ਜੋ ਤੋ ਬਕੇ ਬੀਚੇ ਦੇਂਗੇ ਪੀਸ। ਬੱਤੀ ਦੰਦ ਕਹਿੰਦੇ ਹੇ ਰਸਨਾ ਤੂੰ ਕੱਲੀ ਆ, ਸਾਡੇ ਬੱਤੀਆਂ ਦੇ ਵਿੱਚ ਰਹਿਣੀ ਹੈ। ਜੇ ਤੂੰ ਵੱਧ ਘੱਟ ਬੋਲੀਆਂ ਨਾ ਤੈਨੂੰ ਵਿੱਚੇ ਹੀ ਪੀ ਦਿਆਂਗੇ। ਇਹ ਕਹਿੰਦੀ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ, ਤੁਸੀਂ ਭਾਵੇਂ ਬੱਤੀਆਂ ਮੈਂ ਕੱਲੀ ਹਾਂ। तुम बत्ती हम एकली बीच तुम्हारे बास, एक बचन ऐसा कहूं बत्ती देऊं नकास। ਤੁਸੀਂ ਭਾਵੇਂ ਬੱਤੀਆਂ ਹੰਕਾਰ ਕਰਦੇ ਹੋ, ਮੈਂ ਕੱਲੀ ਐ। ਇੱਕ ਇਹੋ ਜਿਹਾ ਕਿਸੇ ਨੂੰ ਬਚਨ ਕਹਿ ਦੂੰ ਕੈੜਾ, ਅਗਲੇ ਨੇ ਘੁਸੁੰਨ ਮਾਰ ਲਾ ਜਵਾੜੇ ਦੇ ਤੇ ਬੱਤੀਆਂ ਨੂੰ ਕਢਾ ਕੇ ਰੱਖ ਦੂੰਗੀ। ਇਸ ਕਰਕੇ ਸਤ ਸੰਗਤ ਜੀ ਜਦੋਂ ਵੀ ਰਸਨਾ ਤੋਂ ਬੋਲਦੇ ਹਾਂ, ਆਪ ਦੇ ਹੱਥ 'ਚ ਹੀ ਇੱਜ਼ਤ ਕਰਾਉਣੀ ਆ, ਆਪ ਦੇ ਹੱਥ ਵਿੱਚ ਹੀ ਬੇਇੱਜ਼ਤੀ ਕਰਾਉਣੀ ਹੈ। ਸੋ ਇਹ ਕਹਿੰਦੇ ਜੀ ਕਿਹੜੀ ਬੁੱਧੀ ਸਿੱਖਿਆ ਨੂੰ ਧਾਰੀਏ ਜਿਸ ਕਰਕੇ ਸਾਡੀ ਇੱਜ਼ਤ ਰਹਿ ਆਵੇ। ਕਵਨ ਜੋਧ ਜੋ ਕਾਲ ਸੰਘਾਰਾ। ਉਹ ਯੋਧਾ ਕਿਹੜਾ ਹੈ ਜਿਹੜਾ ਕਾਲ ਨੂੰ ਮਾਰ ਦੇਵੇ। ਕਾਲ ਸਭ ਨੂੰ ਮਾਰਦਾ, ਵੀ ਕੋਈ ਐਸਾ ਵੀ ਜੋ ਸੂਰਮਾ ਜਿਹੜਾ ਕਾਲ ਨੂੰ ਮਾਰੇ। ਬੋਲੇ ਬਾਣੀ ਨਾਨਕ ਵਿਚਾਰਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਲੈਣਾ ਜੀ, ਗੁਰੂ ਅੰਗਦ ਦੇਵ ਜੀ ਉਸ ਵੇਲੇ ਗੁਰਤਾ ਗੱਦੀ ਨੂੰ ਪ੍ਰਾਪਤ ਨਹੀਂ ਸੇ। ਆਪ ਜੀ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਚ ਆ ਚੁੱਕਿਆ, ਉੱਥੇ ਸੇਵਾ ਵਿੱਚ ਹਾਜ਼ਰ ਸੀ। ਭਾਵੇਂ ਕਦੇ ਵੀ ਗੁਰੂ ਲਹਿਣਾ ਜੀ ਨੂੰ ਸਿੱਖ ਨਹੀਂ ਸਮਝਣਾ ਸਾਧ ਸੰਗਤ ਜੀ। ਜਿਵੇਂ ਜਿਹੜੇ ਸਿਆਣੇ ਪੁਰਸ਼ ਨੇ ਡਰਾਮੇ ਵਿੱਚ ਜੇ ਕੋਈ ਮੁੰਡਾ ਇਸਤਰੀ ਵਾਲੇ ਕੱਪੜੇ ਪਾ ਕਰਕੇ ਨਾ ਉਹ ਪਾਰਟ ਅਦਾ ਕਰੇ, ਸਿਆਣੇ ਆਦਮੀ ਉਸ ਨੂੰ ਇਸਤਰੀ ਨਹੀਂ ਸਮਝਣੇ, ਕਮਲੇ ਸਮਝਦੇ। ਉਹ ਸਮਝਦੇ ਫਲਾਣਾ ਮੁੰਡਾ ਹੈ, ਉਹ ਇਸਤਰੀ ਲੜਕੀ ਬਣਿਆ, ਐਵੇਂ ਗੀਤ ਗਾਉਂਦਾ ਫਿਰਦਾ ਚੜੀ ਆ। ਇਸੇ ਤਰ੍ਹਾਂ ਸਤ ਸੰਗਤ ਜੀ ਆਪ ਹੀ ਗੁਰੂ ਸਰੂਪ ਹੋ ਰਹੇ ਨੇ। ਗੁਰੂ ਨਾਨਕ ਦੇਵ ਜੀ ਆਪ ਹੀ ਸਿੱਖ ਰੂਪ ਹੋ ਕਰਕੇ ਸੇਵਾ ਕਰ ਰਹੇ ਨੇ। ਇਹ ਭਾਵਨਾ ਰੱਖਣੀ ਹੈ ਗੁਰਸਿੱਖ ਨੇ। ਇਹ ਨਾ ਸਮਝੋ ਵੀ ਆਪਣੇ ਵਰਗੇ ਹੀ ਸਿੱਖ ਸੀ ਗੁਰੂ ਅੰਗਦ ਦੇਵ ਸਾਹਿਬ ਜੀ। ਇੱਕ ਪਾਸੇ ਅਪ੍ਰਬੁੱਧ ਚੇਤਨ ਨੇ, ਇੱਕ ਪਾਸੇ ਪ੍ਰਬੁੱਧ ਚੇਤਨ ਨੇ। ਇਹ ਭਾਵਨਾ ਨਾ ਰੱਖਣੀ ਹੈ। ਐਵੇਂ ਸਤ ਸੰਗਤ ਜੀ ਸਿੱਧਾ ਨਾਂ ਨਹੀਂ ਲੈਣਾ। ਜੇ ਗੁਰਮਤਿ ਇਹ ਕਹਿੰਦੀ ਹੈ ਕਿ ਇੱਕ ਦੂਜਾ ਗੁਰਸਿੱਖ ਦੀ ਸਿੰਘ ਤੋਂ ਬਿਨਾਂ ਨਾ ਬੁਲਾਵੇ, ਜੀ ਤੋਂ ਬਿਨਾਂ ਨਾ ਬੁਲਾਵੇ। ਟਕਸਾਲਾਂ ਵਿੱਚ ਰਹਿਣ ਦਾ ਕੀ ਲਾਭ ਹੈ। ਮਹਾਂਪੁਰਖ ਪਿੰਡਾਂ ਵਾਲੇ ਸਤ ਸੰਗਤ ਜੀ ਭਾਵੇਂ ਕੋਈ ਨਾ 10-15 ਸਾਲ ਦਾ ਸਿੰਘ ਆ ਜਾਵੇ ਬੱਚਾ, ਉਹਨੂੰ ਵੀ ਜੀ ਕਹਿ ਕੇ ਬੁਲਾਉਂਦੇ, ਫਲਾਣਾ ਸਿੰਘ ਜੀ।
क्यों गुरबाणी का सिद्धांत है, जे को जियो कहे ओना को जम की तलब न होई। जे कोई गुरसिखा नूं जी कह के बुलावे ना, कहंदे ओहदे नेड़े जम नहीं आउंदा। नाम जपण तो तां गाहां गल्लां रह गईयां। जे इन्हां आ संगत दे विच गुरसिखा नूं बैठिआं नूं कोई जी कह के बुलावे, ਇਹਦਾ ਇੰਨਾ ਫਲ ਹੈ ਸਤਿ ਸੰਗਤ ਜੀ। ਇਸ ਕਰਕੇ ਬੜਾ ਸਤਿਕਾਰ ਦੇ ਨਾਲ ਆਪ ਜੀ ਕੀ ਬੋਲਦੇ, ਪੜੋ ਪੰਗਤੀਏ। ਬੋਲੇ ਬਾਣੀ ਨਾਨਕ ਵਿਚਾਰਾ। ਸੋ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿੰਦੇ ਨੇ, ਹੇ ਲਹਿਣਾ ਜੀ, ਉਸ ਵੇਲੇ ਸਾਨੂੰ ਸਿੱਧ ਬੋਲੇ ਕਿ ਹੇ ਨਾਨਕ, ਇਹ ਬਾਣੀ ਵਿਚਾਰ ਕੇ ਦੱਸ ਜਿਹੜੀ ਅਸੀਂ ਬਾਣੀ ਬੋਲੀ ਹੈ। ਇੰਨੇ ਅਸੀਂ ਪ੍ਰਸ਼ਨ ਕੀਤੇ ਨੇ, ਦੇ ਉੱਤਰ। ਪ੍ਰਸ਼ਨ ਤਾਂ ਇੱਕ ਕੋਈ ਕਰ ਦੇਵੇ, ਸਿਰ ਦੇ ਉੱਤੇ 100 ਘੜਾ ਪਾਣੀ ਦਾ ਪੈ ਜਾਂਦਾ, ਮੈਂ ਕਿਵੇਂ ਹੁਣ ਸੋਚਾਂ। ਇੰਨੇ ਪ੍ਰਸ਼ਨਾਂ ਦਾ ਉੱਤਰ ਸਤਿ ਜੀ ਗੁਰੂ ਨਾਨਕ ਦੇਵ ਤੋਂ ਬਿਨਾਂ ਕੌਣ ਦੇਵੇ ਇਹਨਾਂ ਸਿੱਧਾਂ ਲੋਕਾਂ ਨੂੰ। ਐਡੀ ਵੱਡੀ ਵਿਸ਼ਾਲ ਸਤਿ ਸੰਗਤ ਜੀ ਗੁਰੂ ਨਾਨਕ ਦੇਵ ਦੀ ਬਿਰਤੀ ਹੈ। ਜੇ ਗੁਰਬਾਣੀ ਨੂੰ ਨਹੀਂ ਵਿਚਾਰਾਂਗੇ, ਆਪਣੀ ਸ਼ਰਧਾ ਕਿਵੇਂ ਗੁਰੂ ਨਾਨਕ ਦੇਵ ਜੀ ਤੇ ਸਤਿ ਸੰਗਤ ਜੀ ਪ੍ਰਗਟ ਹੋਵੇ। ਸੋ ਆਪ ਜੀ ਉੱਤਰ ਦਿੰਦੇ ਹਨ, ਸ਼ਬਦ ਭਾਗਤ ਸਸ ਜੋਤ ਅਪਾਰਾ। ਇਹਨਾਂ ਨੇ ਕਿਹਾ ਸੀ ਕਵਨ ਮੁਖ ਚੰਦ ਹੈਵੈ ਘਰ ਛਾਇਆ। ਮਹਾਰਾਜ ਕਹਿੰਦੇ ਸ਼ਬਦ ਭਾਗਤ ਸਿੱਧੋ, ਉਹ ਸ਼ਬਦ ਅਸੀਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਹਾਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ। ਇਹ ਸੱਚਖੰਡੋਂ ਲੈ ਕੇ ਆਏ ਆ। ਇਹ ਸ਼ਬਦ ਭਾਗਤ ਸਾਡੇ ਗੁਰਸਿੱਖ ਕਹਿੰਦੇ ਨੇ, ਤੁਸੀਂ ਵੀ ਇਹਨਾਂ ਨੂੰ ਭਾਖੋਗੇ ਤਾਂ ਫਿਰ ਸਸ ਜੋਤ ਅਪਾਰਾ। ਉਹ ਅਪਾਰ ਹੀ ਸਸ ਚੰਦਰਮਾ, ਸਤੋ ਗੁਣ ਰੂਪੀ ਚੰਦਰਮਾ ਦੀ ਜਿਹੜੀ ਜੋਤ ਹੈ, ਉਹ ਹਿਰਦੇ 'ਚ ਪ੍ਰਕਾਸ਼ ਆਉਂਦੀ ਹੈ। ਆਪਾਂ ਵੀ ਇਸੇ ਕਰਕੇ ਸ਼ਬਦ ਨੂੰ ਪੁਨ੍ਹਾ ਪੁਨ੍ਹਾ ਅਭਿਆਸ ਕਰਦੇ ਆ। ਪੰਜ ਪਿਆਰੇ ਕਹਿੰਦੇ ਭਾਈ ਗੁਰੂ ਮੰਤਰ ਦਾ, ਮੂਲ ਮੰਤਰ ਦਾ ਅਭਿਆਸ ਕਰਿਓ, ਬਾਣੀ ਦਾ ਨਿਤਨੇਮ ਕਰਿਓ। ਕਿਉਂ? ਸਾਡੇ ਅੰਦਰ ਸਤੋ ਗੁਣ ਪ੍ਰਗਟ ਹੋਵੇ। ਸਤੋ ਗੁਣ ਤੋਂ ਬਾਅਦ ਸਤ ਸੰਗੀ ਗਿਆਨ ਦੀ ਪ੍ਰਾਪਤੀ ਹੋਣੀ ਹੈ। ਸੋ ਆਪ ਜੀ ਕਹਿੰਦੇ ਨੇ ਸ਼ਬਦ ਭਾਗਤ ਸਸ ਜੋਤ ਉਪਾਰਾ। ਇਹ ਸਿੱਧੋ, ਜੇ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ ਨਾ, ਤੁਸੀਂ ਤਾਂ ਅਭਿਆਸ ਕਰਦੇ ਹੋ ਪੁਰਾਣਾ ਜਾਮ ਦਾ, ਓਮ ਓਮ ਕਰਕੇ ਸੁਣੋ, 10ਵੇਂ ਦੁਆਰ ਚੜਾਉਂਦੇ ਹੋ, ਉੱਥੇ ਸਵਾਸ ਚ ਅਟਕਾ ਲੈਂਦੇ ਹੋ, ਫਿਰ ਕਹਿੰਦੇ ਹੋ ਕਾਲ ਤੋਂ ਬਚ ਰਹੇ ਆ। ਕਿੰਨਾ ਕੁ ਚਿਰ ਖੁੱਡ ਚ ਬੜੇ ਰਹੋਗੇ 10ਵੇਂ ਦੁਆਰ ਦੀ ਚ? ਸਰੀਰ ਨੇ ਤੁਹਾਡੇ ਨੇ ਪੁਰਾਣਾ ਹੋ ਜਾਣਾ। ਲੇਕਿਨ ਗੁਰਮਤਿ ਸਿਧਾਂਤ ਇਹ ਨਹੀਂ ਹੈ। ਮਹਾਰਾਜ ਕਹਿੰਦੇ ਸ਼ਬਦ ਭਾਗਤ ਸਸ ਜੋਤ ਅਪਾਰ। ਜਿਸ ਵੇਲੇ ਸ਼ਬਦ ਦਾ ਗੁਰਸਿੱਖ ਅਭਿਆਸ ਕਰਦੇ ਹਨ, ਉਸ ਵੇਲੇ ਅਪਾਰ ਸਤੋ ਗੁਣ ਚੰਦਰਮਾ ਦੀ ਜੋਤ ਪ੍ਰਗਟ ਹੁੰਦੀ ਹੈ। ਸਸ ਘਰ ਸੂਰ ਵਸੈ ਮਿਟਾਏ ਅੰਧਿਆਰਾ। ਫਿਰ ਚੰਦਰਮਾ ਦਾ ਘਰ ਸਤੋ ਗੁਣ ਹੈ, ਜਿਹੜਾ ਸਤ ਸੰਗਤ ਜੀ ਚੰਦਰਮਾ ਸਤੋ ਗੁਣ ਦਾ ਘਰ ਕਿਹੜਾ ਹੈ? ਗੁਰਸਿੱਖ ਦਾ ਹਿਰਦਾ। ਉੱਥੇ ਸਤ ਸੰਗਤ ਜੀ ਕੀ ਪ੍ਰਗਟ ਹੋਵੇਗਾ? ਉੱਥੇ ਫਿਰ ਗਿਆਨ ਦਾ ਸੂਰਜ ਚੜ੍ਹੇਗਾ। ਸਸ ਕਰ ਸੂਰ ਬਸੈ। ਜਦੋਂ ਸੂਰਜ ਦੀ ਨਿਆਈ ਗਿਆਨ ਬਸ ਗਿਆ, ਅੰਤਰ ਬਾਹਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਇਹ ਮਹਾਰਾਜ ਜੀ ਨੇ ਪਰੋਕਸ਼ ਗਿਆਨ ਬਤਾਇਆ ਹੈ। ਜਦੋਂ ਐਸਾ ਗਿਆਨ ਦਾ ਸੂਰਜ ਚੜ੍ਹੇਗਾ ਸਤ ਸੰਗਤ ਜੀ, ਉਸ ਵੇਲੇ ਲਾਭ ਕੀ ਹੋਵੇਗਾ? ਮਿਟੇ ਅੰਧਿਆਰਾ, ਅਗਿਆਨ ਦਾ ਹਨੇਰਾ ਮਿਟ ਜਾਵੇਗਾ। ਜਿਸ ਅਗਿਆਨ ਦੀ ਲਪੇਟ ਚ ਆ ਕੇ ਸਤ ਸੰਗਤ ਜੀ ਅਤਿਅੰਤ ਸਾਰੀ ਸੇਠੀ ਦੁਖੀ ਹੋ ਰਹੀ ਹੈ। ਸੁਖ ਦੁਖ ਸਮ ਕਰ ਨਾਮ ਆਧਾਰਾ। ਫਿਰ ਇਹਨਾਂ ਨੇ ਸਤ ਸੰਗਤ ਜੀ ਕਿਹਾ ਹੈ ਕਿ ਆਪ ਜੀ ਦੱਸੋ ਜੀ, ਇਹ ਕਾਲ ਜਿਉਂਦਾ ਰਹਿੰਦਾ ਸਾਨੂੰ, ਇਹ ਤੋਂ ਰਹਿਤ ਕਿਵੇਂ ਹੋਈਏ? ਕਹਿੰਦੇ ਸੁਖ ਦੁਖ ਸਮ ਕਰ ਨਾਮ ਆਧਾਰਾ। ਸੁਖ ਦੁਖ ਨੂੰ ਸਮਾਨ ਬਿਰਤੀ ਕਰਕੇ ਧਾਰਨ ਕਰੋ। ਜੇ ਪਦਾਰਥਕ ਸੁਖ ਮਿਲ ਜਾਣ ਨਾ, ਕਦੇ ਬੋਤਲਾਂ ਦੇ ਡੱਟ ਨਹੀਂ ਪੱਟਣੇ ਵੀ ਉਹ ਖੋਸ ਆ ਰੱਬ ਜੱਗ ਮਿੱਠਾ ਅਗਲਾ ਕਿਨ ਡਿੱਠਾ, ਅਸੀਂ ਕਮਾਉਣੇ ਖਾਣੇ, ਕੌਣ ਆ ਸਾਨੂੰ ਦੇਣ ਵਾਲਾ? ਰੱਬ ਦੀ ਕਿੱਥੇ ਲੱਤ ਅੜਦੀ ਹੈ ਇੱਥੇ। ਐ ਨਹੀਂ ਕਰਨਾ। ਜੇ ਦੁੱਖ ਆ ਬਣੇ ਤਾਂ ਫਿਰ ਪੱਗ ਲਾ ਕੇ ਕੇਸ ਨਹੀਂ ਪੱਟਣੇ ਵੀ ਉਹ ਮੇਰੇ ਵਰਗਾ ਦੁਖੀ ਕੋਈ ਨਹੀਂ, ਰੱਬ ਨੂੰ ਗਾਲਾਂ ਨਹੀਂ ਕੱਢਣੀਆਂ। ਸੁੱਖ ਦੁੱਖ ਨੂੰ ਸਮਾਨ ਸਹਾਰ ਕੇ ਨਾਮ ਦੇ ਆਸਰੇ ਰਹੇ ਗੁਰਸਿੱਖ। ਫਿਰ ਸਤ ਸੰਗਤ ਜੀ ਕੀ ਮਜਾਲ ਹੈ? ਕਾਲ ਦਾ ਆਪਾਂ ਨੂੰ ਭੈ ਹੋਵੇਗਾ ਔਰ ਕਾਲ ਨੇੜੇ ਨਹੀਂ ਆ ਸਕੇਗਾ। ਆਪੇ ਪਾਰਿਓ ਤਾਰਨ ਹਾਰਾ। ਕਹਿੰਦੇ ਸੀ ਉਹ ਬੁੱਧੀ ਕਿਹੜੀ ਹੈ ਜਿਸ ਕਰਕੇ ਇੱਜ਼ਤ ਰਹੇ,
ਮਹਾਰਾਜ ਕਹਿੰਦੇ ਉਹ ਬੁੱਧੀ ਹੈ ਜਿਹੜੀ ਬੁੱਧੀ ਵਿੱਚ ਇਹ ਨੇਚਾ ਧਾਰਿਆ ਹੋਇਆ ਬੁੱਧੀ ਨੇ ਬਈ ਵਾਹਿਗੁਰੂ ਆਪ ਹੀ ਪਾਰ ਉਤਾਰਾ ਕਰਨ ਵਾਲਾ ਹੈ। ਕਮਾਈ ਕਰਕੇ ਵੀ ਗੁਰਸਿੱਖ ਫੇਰ ਵੀ ਕਹਿੰਦਾ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਨੀ, ਮੈਂ ਨਹੀਂ ਕੁਛ ਹੋ ਨਹੀਂ ਕੁਛ ਆਹੇ ਨਾ ਮੋਰਾ, ਔਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਬੜੀਆਂ ਹਾਕਾਂ ਮਾਰੀਆਂ ਸਦਨੇ ਨੇ, ਸਾਥੀ ਨਿਉ ਚ ਖੜੇ ਨੇ ਬਈ ਇਹ ਤੁਰਕ ਲੋਕ ਮੈਨੂੰ ਨਿਉ ਚ ਚਿਣਦੇ ਨੇ ਪ੍ਰਾਗਰਾਜ ਦੇ ਕਿਲੇ ਤੇ, ਮੇਰੀ ਆ ਕੇ ਰੱਖਿਆ ਕਰ, ਪਰ ਰੱਖਿਆ ਨਾ ਹੋਈ। ਜਦੋਂ ਹੰਗਤਾ ਮਮਤਾ ਤਿਆਗ ਦਿੱਤੀ ਦੇਰ ਨਹੀਂ ਲੱਗੀ। ਬਥੇਰਾ ਕਿਹਾ ਪਖੰਡੀਆਂ ਦੀ ਭੇਖੀਆਂ ਦੀ ਮਹਾਰਾਜ ਲਾਜ ਰੱਖਦੇ ਆ ਰਿਹਾ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਮ ਕਤ ਜਾਈਆ ਜੋ ਜੰਬਕ ਗਰਾਸੈ। ਬੜੀਆਂ ਸਾਧ ਸੰਗੀ ਤਰਕਾਂ ਮਾਰੀਆਂ। ਜਿਸ ਵੇਲੇ ਇਉਂ ਕਹਿ ਦਿੱਤਾ ਨਾ ਮੈਂ ਨਹੀਂ ਕੁਛ ਹੋ ਨਹੀਂ ਕੁਛ ਆਹੇ ਨਾ ਮੋਰਾ, ਔਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਹੇ ਮਹਾਰਾਜ ਮੈਂ ਤੁਹਾਡੇ ਵੱਲ ਨੂੰ ਸੁਧਾਉਣ ਵਾਲਾ ਤੁਰਨ ਵਾਲਾ ਭਗਤੀ ਦੀ ਲਾਈਨ ਦੇ ਉੱਤੇ ਨਾਮ ਤਰੀਕ ਸਦਨਾ ਭਗਤ ਹਾਂ, ਮਮਤਾ ਨਹੀਂ ਹੈ ਹਉਮਾ ਨਹੀਂ ਹੈ, ਕਿਰਪਾ ਕਰੋ ਇਹਦਾ ਭਾਵ ਹੋ ਗਿਆ ਮੇਰੀ ਰੱਖਿਆ ਕਰੋ। ਉਸੇ ਵੇਲੇ ਸਾਧ ਸੰਗੀ ਇੱਟਾਂ ਉੱਡ ਉੱਡ ਕੇ ਕਾਜੀਆਂ ਬੁਲਾਣੇ ਦੇ ਮੱਥਿਆਂ 'ਚ ਤਾੜ ਤਾੜ ਲੱਗਣ ਲੱਗੀਆਂ, ਸਾਰੇ ਨੱਠ ਗਏ ਕੋਲੋਂ। ਸਦਨਾ ਕੱਲਾ ਹੀ ਖੜਾ ਰਹਿ ਗਿਆ। ਇੱਕੋ ਹੀ ਸ਼ਬਦ ਹੈ ਸਤ ਸੰਗਤ ਜੀ ਗੁਰਬਾਣੀ ਦੇ ਅੰਦਰ ਇਸ ਭਗਤ ਦਾ। ਸੋ ਆਪ ਜੀ ਫਰਮਾਉਂਦੇ ਹੈ ਇਹ ਜਿਹੜਾ ਕਾਲ ਰੋਜ਼ ਜਿਉਂਦਾ ਰਹਿੰਦਾ ਹੈ। ਪੜੋ ਇਹੀ ਪੰਕਤੀ, ਆਪੇ ਪਾਰ ਉਤਾਰਨ ਹਾਰਾ। ਹਾਂ ਤਾਂ ਇੱਜ਼ਤ ਰਹਿੰਦੀ ਹੈ। ਨੇਚਾ ਧਾਰੇ ਭਾਣਾ ਮੰਨੇ, ਹੰਗਤਾ ਮਮਤਾ ਦਾ ਤਿਆਗ ਕਰਕੇ ਹੇ ਵਾਹਿਗੁਰੂ ਆਪ ਹੀ ਤੂੰ ਪਾਰ ਉਤਾਰਾ ਕਰਨ ਵਾਲਾ ਹੈ। ਫਿਰ ਸਤ ਸੰਗਤ ਜੀ ਇੱਜ਼ਤ ਰਹਿ ਆਉਂਦੀ ਆ, ਮਹਾਰਾਜ ਇੱਜ਼ਤ ਰੱਖਦਾ ਹੈ। ਗੁਰ ਪਰਚਾ ਮਨ ਸਾਚ ਸਮਾਏ। ਇਹ ਕਹਿੰਦੇ ਸੀ ਸਤ ਸੰਗਤ ਜੀ ਕੀ ਹੈ ਬਈ ਕਵਨ ਜੋਧ ਜੋ ਕਾਲ ਸੰਘਾਰਾ। ਉਹ ਜੋਧਾ ਕਿਹੜਾ ਹੈ ਜਿਹੜਾ ਕਾਲ ਨੂੰ ਮਾਰ ਦੇਵੇ। ਆਪ ਜੀ ਕਹਿੰਦੇ ਨੇ ਗੁਰ ਪਰਚਾ ਮਨ ਸਾਚ ਸਮਾਏ। ਗੁਰੂ ਸਾਹਿਬ ਦੇ ਉਪਦੇਸ਼ ਦੇ ਪਰਚੇ ਵਿੱਚ ਪਰਚ ਕੇ ਨਾ ਸੱਚੇ ਨਾਮ ਵਿੱਚ ਸਮਾਇਆ ਰਹੇ। ਇੱਥੇ ਜਿਹੜਾ ਆਪਾਂ ਹੁਣ ਘੰਟੇ ਤੋਂ ਬੈਠੇ ਕੀ ਕਰਤੱਵ ਕਰਦੇ ਆ, ਇਹੀ ਕਰਤੱਵ ਕਰ ਰਹੇ ਹਾਂ। ਗੁਰੂ ਸਾਹਿਬ ਨੇ ਆਪਾਂ ਨੂੰ ਪਰਚਾ ਬਾਣੀ ਦਾ ਦਿੱਤਾ ਕਿ ਨਹੀਂ, ਇਹ ਗੁਰਬਾਣੀ ਚ ਪਰਚ ਰਹੇ। ਜਦੋਂ ਗੁਰਬਾਣੀ ਚ ਪਰਚਾਂਗੇ ਤਾਂ ਫਿਰ ਨਾਮ ਵਿੱਚ ਬਿਰਤੀ ਸਮਾਵੇਗੀ ਨਾ। ਜਦੋਂ ਸਤੋਗੁਣੀ ਚੰਦਰਮਾ ਚੜਿਆ ਹੋਇਆ ਹਿਰਦੇ ਵਿੱਚ, ਜਿਸ ਵੇਲੇ ਸਮਾਇਆ ਸਮਾ ਜਾਵੇਗਾ। ਪਰਣਵਤ ਨਾਨਕ ਕਾਲ ਨਾ ਖਾਏ। ਬੇਨਤੀ ਪੂਰਵਕ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਧੋ ਫਿਰ ਕਾਲ ਨਹੀਂ ਖਾਂਦਾ, ਉਲਟਾ ਸਮਾਂ ਤੇ ਗੁਰਸਿੱਖ ਕਾਲ ਨੂੰ ਖਾ ਜਾਂਦਾ ਹੈ। ਮਰਨ ਹਾਰੇ ਜੀੜਾ ਨਹੀਂ, ਇਹ ਫਿਰ ਸਮਝਦਾ ਹੈ ਮੇਰਾ ਸਰੂਪ ਤੋਂ ਮਰਨ ਵਾਲਾ ਹੈ ਹੀ ਨਹੀਂ ਹੈ। ਨਾਮ ਤਤ ਸਭ ਹੀ ਸਿਰ ਜਾਪਾ। ਸਿੱਧੋ ਤੁਸੀਂ ਭਾਵੇਂ ਯੋਗ ਸਾਧਨਾ ਨੂੰ ਕਰਦੇ ਹੋ, ਪਰ ਤੁਹਾਨੂੰ ਪਤਾ ਹੈ ਜਿਹੜਾ ਨਾਮ ਹੈ ਇਹ ਤਤ ਸਿਧਾਂਤ ਹੈ। ਸਾਰਿਆਂ ਸਾਧਨਾ ਦਾ ਸ਼੍ਰੋਮਣੀ ਜਾਪੇ ਜਾਣਿਆ ਜਾਂਦਾ ਹੈ। ਜੋਗ ਜਗ ਨਿਹਫਲ ਤੇ ਜਾਨੋ ਜੋ ਹਰ ਜਸ ਬਸਰਾਵੈ। ਜਿਹੜੇ ਯੋਗ ਸਾਧਨ ਕਰਨੇ, ਜਗ ਪੁੰਨ ਦਾਨ ਕਰਨੇ ਇਤਆਦਿਕ ਸਾਧ ਸੰਗਤ ਜੀ ਸਾਰੇ ਨਿਸਫਲ ਨੇ ਜੇ ਨਾਮ ਨੂੰ ਭੁਲਾਉਨੇ ਹਾਂ ਆਪਾਂ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਗੁਰਸਿੱਖ ਧਰਮ ਦੀ ਕਿਰਤ ਕਰਕੇ ਸਾਧ ਸੰਗਤ ਜੀ ਵੰਡ ਵੀ ਸਕਦਾ ਹੈ, ਨਾਲੇ ਨਾਮ ਵੀ ਜਪਦਾ ਹੈ। ਉਹ ਵੰਡ ਕੇ ਛਕਣ ਦੀ, ਧਰਮ ਦੀ ਕਿਰਤ ਕਰਨ ਦੀ ਜਿਹੜੀ ਵਿਧੀ ਦੱਸੀ ਆ ਉਹਦਾ ਕੀ ਫਲ ਹੈ? ਉਹਦਾ ਫਲ ਹੈ ਸਤ ਜੀ ਆਪਣੇ ਅੰਦਰ ਸਤੋਗੁਣ ਪ੍ਰਗਟ ਹੋ ਜਾਂਦਾ। ਜਿਹੜੇ ਸਿੱਧ ਪੁੱਛਦੇ ਨੇ ਵੀ ਸਤੋਗੁਣ ਦਾ ਚੰਦਰਮਾ ਕਿਵੇਂ ਹਿਰਦੇ 'ਚ ਚੜੇ, ਉਹਨਾਂ ਨੇ ਤਾਂ ਇਹ ਕਿਰਤ ਨਹੀਂ ਕੀਤੀ, ਉਹਨਾਂ ਦੇ ਅੰਦਰ ਚੜਿਆ ਹੀ ਨਹੀਂ। ਫਿਰ ਗਿਆਨ ਦਾ ਸੂਰਜ ਕਿੱਥੇ ਚੜ੍ਹਨਾ ਸੀ? ਗੁਰਸਿੱਖ ਸਤ ਸੰਗੀ ਸਤੋਗੁਣ ਨੂੰ ਹਿਰਦੇ 'ਚ ਪ੍ਰਾਪਤ ਕਰਨ ਵਾਸਤੇ ਧਰਮ ਦੀ ਕਿਰਤ ਕਰਦੇ ਔਰ ਸਤ ਸੰਗ ਜੀ ਵੰਡ ਕੇ ਛਕਦੇ। ਸਾਰੇ ਗੁਰਸਿੱਖਾਂ 'ਚ ਧੂੜੀ ਬਣ ਕੇ ਰਹਿੰਦੇ। ਫਿਰ ਸਤ ਸੰਗ ਜੀ ਸਤੋਗੁਣ ਹਿਰਦੇ 'ਚ ਸ਼ਾਂਤੀ ਦਾ ਸੋਮਾ ਨਿਕਲ ਆਉਂਦਾ ਹੈ। ਸੋ ਤਾਂ ਆਪ ਜੀ ਫਰਮਾਉਂਦੇ ਹਨ ਨਾਮ ਤਤ ਸਭ ਹੀ ਸਿਰ ਜਾਪੈ। ਸਾਰਿਆਂ ਸਾਧਨਾ ਦਾ ਸ਼੍ਰੋਮਣੀ ਨਾਮ ਹੀ ਜਾਣਿਆ ਜਾਂਦਾ ਤਤ ਸਰੂਪ ਦਾ। ਬਿਨ ਨਾਮ ਦੁਖ ਕਾਲ ਸੰਤਾਪੈ। ਇਹ ਸਿੱਧੋ ਬਿਨਾ ਨਾਮ ਤੋਂ ਦੁਖਦਾਈ ਜਿਹੜਾ ਕਾਲ ਹੈ ਤਪਾਉਂਦਾ ਰਹਿੰਦਾ ਹਰ ਵੇਲੇ। ਜਿਹੜੀ ਜੂਨ ਚ ਜਾਵੋਗੇ
ਉੱਥੇ ਹੀ ਫੇਰ ਕਾਲ ਨੇ ਭਖਣ ਕਰਨਾ ਹੈ ਆਪਾਂ ਨੂੰ। ਤਤੋ ਤਤ ਮਿਲਾਏ ਮਨ ਮਾਨੈ। ਮਨ ਮਾਨੈ, ਜੇ ਮਨ ਸਾਧ ਸੰਗਤ ਜੀ ਗੁਰੂ ਕੀ ਸੇਵਾ ਕਰਨ ਚ ਮੰਨ ਜਾਵੇ ਨਾ, ਪਹਿਲੀ ਪੌੜੀ ਹੈ ਇਹ। ਗੁਰੂ ਸਾਹਿਬ ਦੀ ਸਾਧ ਸੰਗਤ ਜੀ ਗੁਰੂ ਘਰ ਦੀ ਸੇਵਾ ਚ ਮਨ ਮੰਨ ਜਾਵੇ, ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਮਨ ਵੀ ਸਿੱਖ ਤੇ ਮੰਨ ਜਾਂਦਾ ਵੀ ਆ ਸਾਡਾ ਸਿੱਖ ਹੈਗਾ। ਮਨ ਮੰਨਣਾ ਹੀ ਸ਼ਬਦ ਹੈ, ਸਿਰਫ 2 ਹੀ ਅਕਸ਼ਰ। ਜੇ ਸਿੱਖ ਦਾ ਮਨ ਮੰਨ ਜਾਵੇ ਸੇਵਾ ਕਰਨ ਚ, ਤਾਂ ਗੁਰੂ ਦਾ ਮਨ ਮੰਨ ਜਾਂਦਾ। ਸਾਧ ਸੰਗਤ ਜੀ ਗੁਰਸਿੱਖ ਦੇ ਤੇ ਭਰੋਸਾ ਕਰਦਾ ਹੈ ਗੁਰੂ। ਫਿਰ ਸਾਧ ਸੰਗਤ ਜੀ ਭਰੋਸਾ ਕਰਕੇ ਕੀ ਦਿੰਦਾ? ਉਪਦੇਸ਼ ਦਿੰਦਾ ਹੈ ਗੁਰੂ। ਜਿਸ ਵੇਲੇ ਉਪਦੇਸ਼ ਦਿੰਦਾ, ਉਸ ਵੇਲੇ ਸਿੱਖ ਦਾ ਮਨ ਸੁਣ ਕਰਕੇ ਫਿਰ ਮੰਨਣ ਲੱਗ ਜਾਂਦਾ ਇਸ ਉਪਦੇਸ਼ ਨੂੰ। ਨਹੀਂ ਤਾਂ ਕਦੇ ਸੁਣ ਤਾਂ ਲਿਆ, ਮੈਂ ਨਹੀਂ ਮੰਨਦਾ ਮੁੰਡਾ ਬਈ, ਚਾਹੇ ਬ੍ਰਹਮਾ ਮੈਨੂੰ ਆ ਕੇ ਸਿੱਖਿਆ ਦੇਵੇ। ਇਹ ਤਮੋ ਗੁਣ ਦਾ ਪ੍ਰਭਾਵ ਹੈ। ਜਿਸ ਵੇਲੇ ਸਾਧ ਸੰਗਤ ਜੀ ਮਨ ਮੰਨ ਜਾਂਦਾ, ਪੜੋ ਪੰਕਤੀ ਇਹੀ, ਤਤੋ ਤਤ ਮਿਲਾਏ ਮਨ ਮਾਨੈ। ਫਿਰ ਤਤੋ ਤਤ ਮਿਲੇ। ਤਤ ਸਰੂਪ ਸਾਧ ਸੰਗਤ ਜੀ ਆਪਣਾ ਆਤਮਾ ਹੈ। ਉਹ ਤਤ ਸਰੂਪ ਬ੍ਰਹਮ ਦੇ ਵਿੱਚ ਮਿਲ ਜਾਂਦਾ, ਅਭਾਵ ਹੋ ਜਾਂਦਾ। ਤਤੋਂ ਦਾ ਸੋਧਨ ਚੌਥਾ ਸਾਧ ਸੰਗਤ ਜੀ ਸਾਧਨ ਹੈ। ਸਰਵਣ ਮੰਨਣ ਅਧਿਆਸਨ ਤਤੋਂ ਦਾ ਸੋਧਨ, ਇਹ ਸਾਧਨ ਮੰਨਿਆ ਚੌਥਾ। ਏਕਤਾ ਬ੍ਰਹਮ ਦੇ ਵਿੱਚ ਕਰਨੀ ਸੇ, ਉਹਦੇ ਵਿੱਚ ਸਾਧ ਸੰਗਤ ਜੀ ਮਨ ਇਸਤ ਹੋ ਜਾਂਦਾ। ਦੂਜਾ ਜਾਏ ਇਕਤ ਘਰ ਆਨੈ। ਫੇਰ ਸਾਧ ਸੰਗਤ ਜੀ ਦੁਐਤ ਭਾਵ ਚੱਕਿਆ ਜਾਂਦਾ, ਏਕਤਾ ਦੇ ਘਰ ਵਿੱਚ ਸਮਾ ਜਾਂਦਾ। ਅਦਵੈਤ ਸਰੂਪ ਵਿੱਚ ਪਰਮੇਸ਼ਰ ਗੁਰਸਿੱਖ ਬੋਲੇ ਪਵਨਾ ਗਗਨ ਗਰਜੈ। ਆ ਜਿਹੜੀ ਦੁਨੀਆ ਕਹਿੰਦੇ ਮੇਰੇ ਤਾਂ ਜੀ ਰੋਮ ਰੋਮ ਵਿੱਚੋਂ ਭਜਨ ਨਿਕਲਦਾ। ਪਿੱਛੇ ਜੇ ਪੰਜਾਬ ਸਾਧ ਸੰਗਤ ਜੀ ਇੱਕ ਪ੍ਰੇਮੀ ਆ ਗਿਆ, ਜਵਾਨ ਮੁੰਡਾ, ਉਹ ਸ਼ਰਾਬ ਪੀਵੇ। ਮੈਨੂੰ ਕਹਿੰਦਾ ਜੀ ਮੇਰੇ ਤਾਂ ਰੋਮ ਰੋਮ ਵਿੱਚ ਭਗਤੀ ਹੁੰਦੀ ਹੈ। ਹੁਣ ਨਾ ਤਾਂ ਮੈਂ ਕਹਿਣ ਜੋਗਾ ਵੀ ਨਹੀਂ ਹੁੰਦੀ, ਵੀ ਜੇ ਮੈਂ ਕਹਾਂ ਨਹੀਂ ਹੁੰਦੀ ਤਾਂ ਮੇਰੇ ਗਲ ਪਊਗਾ ਵੀ ਤੁਸੀਂ ਬਾਹਲੇ ਭਗਤ ਹੋ, ਮੈਂ ਤਾਂ ਤੁਹਾਡੇ ਨਾਲੋਂ ਘੱਟ ਹਾਂ। ਇਧਰ ਬਾਹਰਲੇ ਮੁਲਕ ਚੱਕਰ ਚੁੱਕਰ ਲਾ ਕੇ ਗਿਆ ਹੋਇਆ ਸੀਗਾ, ਥੋੜੀ ਜੀ ਮਾਇਆ ਦੀ ਚੰਗੀ ਸੀ ਸਾਧ ਸੰਗਤ ਜੀ, ਛੱਲ ਵੱਜੀ ਹੋਈ। ਕਹਿੰਦਾ ਮੇਰੇ ਤਾਂ ਜੀ ਰੋਮ ਰੋਮ ਵਿੱਚ ਹੁੰਦਾ ਹੈ। ਹੁਣ ਜੇ ਤਾਂ ਕਹਿੰਦੇ ਆ ਹੁੰਨਾ ਹੈ, ਫਿਰ ਤਾਂ ਆਪਾਂ ਵੀ ਝੂਠੇ। ਜੇ ਕਹਿੰਦੇ ਨਹੀਂ ਹੁੰਦਾ ਤਾਂ ਉਹ ਗਲ ਪੈਂਦਾ ਹੈ। ਉਸ ਵੇਲੇ ਸਾਧ ਸੰਗਤ ਜੀ ਮੈਂ ਹੋਰ ਤਾਂ ਕੁਝ ਸੁਝਿਆ ਨਾ, ਮੈਂ ਉਹਦੀ ਬਾਂਹ ਫੜ ਕੇ ਕੰਨ ਨੂੰ ਲਾਰੀ। ਮੈਂ ਕਿਹਾ ਵੀ ਮੈਨੂੰ ਤਾਂ ਸੁਣਦਾ ਨਹੀਂ, ਖਮਨੀ ਤਾਂ ਮੇਰੇ ਕੰਨਾਂ ਦੀ ਸ਼ਕਤੀ ਨਹੀਂ ਹੈ, ਮੈਨੂੰ ਤਾਂ ਸੁਣਦਾ ਨਹੀਂ। ਕਹਿੰਦਾ ਜੀ ਹੁਣ ਇਦੋਂ ਮੈਨੂੰ ਪੁੱਛੇ ਵੀ ਇਦੋਂ ਅੱਗੇ ਅਵਸਥਾ ਕਿਹੜੀ ਹੈ? ਪੁੱਛਦਾ ਅਗਲੀ ਅਵਸਥਾ ਹੈ ਰੋਮ ਰੋਮ ਚ। ਕਹਿੰਦਾ ਮੇਰੇ ਭਜਨ ਹੋਣ ਲੱਗ ਗਿਆ। ਇਹ ਜੇ ਲੋਕ ਵੀ ਸਾਧ ਸੰਗਤ ਜੀ ਸੰਸਾਰ ਚ ਹੈ। ਉਸ ਵੇਲੇ ਮੈਂ ਕਿਹਾ ਬਈ ਇਉਂ ਦੱਸ, ਹੁਣ ਤੂੰ ਕੰਨ ਨੂੰ ਲਾ ਕੇ ਦੇਖ ਤਾਂ ਤੈਨੂੰ ਸੁਣਦਾ? ਕਹਿੰਦਾ ਨਹੀਂ ਜੀ। ਜੇ ਤਾਂ ਕਹਿੰਦਾ ਸੁਣਦਾ ਫਿਰ ਤਾਂ ਮੈਂ ਕੁਝ ਵੀ ਨਹੀਂ ਸੀ ਕਹਿ ਸਕਣਾ। ਮੈਂ ਕਹਿਣਾ ਵੀ ਹੁਣ ਤੈਨੂੰ ਸੁਣਦਾ, ਮੈਨੂੰ ਤਾਂ ਸੁਣਦਾ ਨਹੀਂ। ਮੈਂ ਕਿਹਾ ਫਿਰ ਤੈਨੂੰ ਨਹੀਂ ਸੁਣਦਾ, ਫਿਰ ਤੈਨੂੰ ਕਿਵੇਂ ਪਤਾ ਵੀ ਰੋਮ ਰੋਮ ਚ ਭਜਨ ਹੁੰਦਾ ਹੈ? ਇਸ ਕਰਕੇ ਸਾਧ ਸੰਗਤ ਜੀ ਬਹੁਤ ਤਾਂ ਜੁੱਤੇ ਸਣੇ ਖੁਦਾ ਬਣੇ ਫਿਰਦੇ, ਹੰਕਾਰ ਮਾੜਾ ਜਿਹਾ ਭਜਨ ਕਰਨਾ ਹੰਕਾਰੀ ਬਣ ਜਾਂਦੇ ਆ, ਲੇਕਿਨ ਉਹਨਾਂ ਨੂੰ ਲੱਭਦਾ ਕੁਝ ਨਹੀਂ। ਸਾਧ ਸੰਗਤ ਜੀ ਕੀ ਖੱਟਿਆ ਫਿਰ? ਸੋ ਆਪ ਜੀ ਇੱਥੇ ਫਰਮਾਉਂਦੇ ਆ, ਦੇਖ ਲਓ ਇੰਨੀ ਅਵਸਥਾ ਪਾ ਕੇ ਫਿਰ ਬੋਲੇ ਪਵਨਾ, ਫਿਰ ਪੌਣ ਦੀ ਨਿਆਈ ਸਾਧ ਸੰਗਤ ਜੀ ਸ਼ਬਦ ਬੋਲਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵਾ। ਇਹ ਅਵਸਥਾ ਇੰਨੇ ਸਾਧਨ ਕਰਕੇ ਆਉਂਦੀ ਹੈ। ਉਹ ਉੱਥੇ ਪਹਿਲਾਂ ਹੀ ਭਾਲਦਾ ਸਾਧ ਸੰਗਤ ਜੀ, ਕਹਿੰਦਾ ਮੇਰੇ ਰੋਮ ਰੋਮ ਵਿੱਚ ਆਉਂਦਾ ਹੈ। ਇਸੇ ਤਾਂ ਬੋਲੇ ਪਵਨ, ਜਿਸ ਵੇਲੇ ਸਵਾਸ ਰੋਮ ਰੋਮ ਵਿੱਚੋਂ ਸਾਧ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਨਿਕਲਦਾ, ਫਿਰ ਗਗਨ ਗਰਜੈ। ਗਗਨ ਗਰਜੈ ਚਿਰਾਕਾਸ਼ ਬ੍ਰਹਮ ਸਾਧ ਸੰਗਤ ਜੀ ਗਰਜੇ ਆਉਂਦਾ ਹੈ। ਭਾਵ ਪ੍ਰਗਟ ਹੋ ਜਾਂਦਾ ਪਰਮੇਸ਼ਰ ਚੇਤਨ, ਸਾਰੇ ਵਾਹਿਗੁਰੂ ਦਾ ਹੀ ਪ੍ਰਕਾਸ਼ ਹੈ। ਨਾਨਕ ਨਿਹਚਲ ਮਿਲਣ ਸਹਿਜਾ। ਐ ਮਹਾਰਾਜ ਕਹਿੰਦੇ ਭਾਈ ਨਿਹਚਲ ਅਚਲਤਾ ਨੂੰ ਪਾ ਲਈਦਾ ਹੈ। ਸਹਿਜੇ ਹੀ ਸਾਧ ਸੰਗਤ ਜੀ ਉੱਥੇ ਭੇਦ ਹੋ ਜਾਂਦਾ ਹੈ ਗੁਰਸਿੱਖ। ਅੰਤਰ ਸਨ ਬਾਹਰ ਸਨ ਤ੍ਰੈ ਭਵਨ ਸਨ ਮੁਸਨੰ। ਅੰਤਰ ਸੁਨੰ ਬਾਹਰ ਸੁਨੰ ਤ੍ਰਿਭੁਵਨ ਸੁਨੰ ਮੁਸਨੰ। ਇਹ ਸਾਧ ਸੰਗਤ ਜੀ ਬੜਾ ਐਨ ਵਿਚਾਰ ਵਾਲੀ ਪੰਕਤੀਆਂ ਨੇ।
आपने मन नूं कागर करके सुननियां। ये सत्संग जी अमृत दियां घुट्टां गुरसिखो, इत्थे कोई साखियां नहीं हन, इधरले उधरले चुटकुले नहीं हन। ये सतगुरु नानक देव जी दी अमृत बाणी है भाई। जिन्नी आपां प्यार नाल विचार नाल विराग दे नाल निमरता नाल विचारांगे, उन्ना ही गुरसिखो अपने हिरदे च बोध प्राप्त होवेगा। ये सिद्ध ने कहा सुननो खाली जगह दा हुंदा, सुननो सत्संग जी फुर अवस्था दा भी हुंदा, जो फुरना नहीं फुरदा। जे पाले ना अंग सुन होवे, वो हिलिया नहीं ना जांदा जिवें उस अंग तो। इस करके सुन दे अर्थ सून बिंदी दा भी हुंदा है, सून माया दा भी है। इस करके सत्संग जी सिद्ध ने कहा जी सुनता खाली नूं कहंदे ने, फिर परमेश्वर खाली होई है। तुसी दस दिता कि परमेश्वर इन्हां इंद्रां दा विशा तां है नहीं, अखां नाल देखिया नहीं जांदा, ਕੰਨਾਂ ਨਾਲ ਉਹਦੀ ਆਵਾਜ਼ ਨਹੀਂ ਸੁਣਦੀ, ਨਾਸ ਦੇ ਨਾਲ ਸੁੰਘਿਆ ਨਹੀਂ ਜਾਂਦਾ ਵੀ ਉਹਦੇ ਚ ਵਾਸ਼ਨਾ ਕਹੀ ਜਿਹੀ ਆਉਂਦੀ ਹੈ, ਜੀਭ ਦੇ ਨਾਲ ਉਹਦਾ ਰਸ ਨਹੀਂ ਚੱਖਿਆ ਜਾਂਦਾ ਵੀ ਉਹਦੇ ਜਿਵੇਂ ਆਪਣੀ ਚਮੜੀ ਚੋਂ ਨੂਣ ਵਰਗਾ ਸਵਾਦ ਹੁੰਦਾ ਜੇ ਜੀਭ ਨਾਲ ਚੱਟੀਏ। ਬਈ ਜਦੋਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਫਿਰ ਖਾਲੀ ਥਾਂ ਤੇ ਕੀ ਲੱਭਦਾ ਹੋਊਗਾ ਉੱਥੇ? ਕੀ ਤੁਸੀਂ ਕਹਿੰਦੇ ਹੋ ਸੁਣ ਹੈ ਉਹ? ਮਹਾਰਾਜ ਕਹਿੰਦੇ ਮੁਸੁੰਨੰ। ਮੁਸੁੰਨੰ ਦਾ ਮਤਲਬ ਹੈ वो कल्ला सुन भी नहीं है, वो उफुर है लेकिन भरिया होया भी है। सुननो खाली दा हुंदे है लेकिन वो खाली नहीं, वो भरपूर भी है लेकिन फुरने तो रहत भी है। सुन सिद्धो कहंदे जी फिर किथे है? कहंदे अंतर सुननं बाहर सुननं तरपुण सुननं सुननं। हे सिद्धो वो अंतर सत संगत जी जदों आपां आ सृष्टि नूं अंदर ही रचदे हां कि नहीं, जदों नींद आउंदी है आही सृष्टि दा पसारा आपां अंदर रचदे हां। होर तां होर माता पिता दी लोड़ नहीं रखदे, इही जी देह भी आप ही बनाई नट्ठे फिरदे रहने हां। आ देह तां मंजे ते पई हुंदी है, उत्थे किहड़ी सुपने च देह नट्ठी फिरदी हुंदी है? वो अपनी बनाई हुंदी है। उत्थे देह तां देह आपां सूरज चंद्रमा भी अपना ही बनाउने, जिन्ना संसार दा पसारा जो ब्रह्मंडे सोई पिंडे जो खोजे सो पावे, वो अंदर ही बनाउने आपां। वो कौन बनाउंदा है? सत संगत जी तेजस नामे जीव है हिरदे दे अंदर, प्रीतत नाड़ी दे अंदर कंठ विच। सुपन अवस्था दा भानी वो है। जिवें हुण आपां जागृत अवस्था च बैठे हैं, इस वेले अपना एक विश्व नामे जीव अपने सज्जे नेत्र च रहिंदा है, ओही मेरे अंदर है। जिहड़ा अभिमानी है कि मैं सुना रहा, आप सारी संगत दे अंदर भी सज्जे नेत्र च ओही है जिहड़ा अभिमानी है कि मैं सुन रहा। जागृत अवस्था दा अभिमानी वो है। उसे नूं सत संगत जी कह रहे ने अंतर सुननं बाहर सुननं। हे सिद्धो वो जिन्हों तुसी अफुर कहने हो, वो संकल्प रूप भी धार के सृष्टि रच लैंदा है, लवाला भरिया होया है। वो अंतर अवस्था सुपने विच भी वो अफुर रूप है, उत्थे भी वो फुरना नहीं करता है। क्यों? फुरने वाला आदमी तो दुखी रहंदा है, जिन्ने अपने मन दे फुरने फुरनगे उन्ना दुखी रहू आदमी। जदों सत्संग जी फुरने घटणगे फिर अपना मन शांत होऊ ते शब्द विच जुड़ूगा। इत्थे आके समझते फुरने ज्यादा फुरदे है, कहंदा जी करिए कि उत्थे तो बहुत ही फुरने फुरदे है। सो आप जी कह रहे ने सिद्धो अंतर सुननं बाहर सुननं की पुछदे हो? वो तो जिस वेले अंतर्मुख थोड़ी वृत्ति हुंदी है ना सुपन अवस्था च, उत्थे भी फुरी है वो रहिंदा परमेश्वर। बाहर सुननं बाहर जदों हुण संसार विच आपां जागदे तुरे फिरदे हैं, हुण भी सत्संग जी फुर रूप अपने कोले ही है। तिरभवन सुननं सुननं। तिरभवन केड़ा? तीजा भवन केड़ा है? सुखोपत अवस्था दा। जिदण आपां कहने सानूं अज कोई सुपना ही नहीं आया, वो जिहड़ी तीजा भवन सत संगत जी आ जागृत भवन है आपां जिहदे च बैठे हां। फिर सुपन भवन होऊ, सुपने विच बैठ फिरांगे। फिर तीजा है सुखोवत अवस्था, वो भवन, उत्थे भी वो अफुर रूप है। ऐसा वो परमेश्वर है। चौथा सुनना जो नर जाना ताको पाप न पुण्य। लो सिद्धो चौथा सुन अफुर किथे? तुरिया है। जागृत सुपन सुखोवत तुरिया, आत्म भूपत की ए पुरिया। जागृत अवस्था सुपन सुखोवत तुरी अवस्था, जिथे ब्रह्म ज्ञानी की सत्संग की अवस्था पहुंचती है,
ਜਾਂ ਗੁਰੂ ਦੀ ਹੈ। ਨਾਨਕ ਨਦਰੀ ਨਦਰ ਨਿਹਾਲ। ਸੋ ਆਪ ਜੀ ਫਰਮਾਉਂਦੇ ਹੈ, ਕਹਿੰਦੇ ਹੈ ਸਿੱਧੋ, ਇਹ ਪੜੋ ਪੰਕਤੀ ਇਹੀ, ਚੌਥੇ ਸੁਣਨਾ ਜੋ ਨਰ ਜਾਣਾ, ਜਿਹੜਾ- ਪਾਪ ਨਾ ਪੁੰਨ। ਜਿਹੜਾ ਜਗਿਆਸੂ ਚੌਥੀ ਅਵਸਥਾ ਫੁਰ ਅਵਸਥਾ ਚ ਪਹੁੰਚ ਜਾਂਦਾ ਹੈ, ਉਹਦੇ ਅਸਤ ਕੀ ਮਨ ਬੁੱਧ ਨਾਸੀ ਤੋਂ ਸਦਾ ਸਹਿਜ ਲਿਵਲੀਨਾ, ਭਾਵ ਅਭਾਵ ਹੋਣਾ। ਉੱਥੇ ਜਦੋਂ ਪਹੁੰਚਦਾ ਹੈ, ਉੱਥੇ ਜਿਹੜਾ ਇਸ ਅਵਸਥਾ ਨੂੰ ਜਾਣ ਲੈਂਦਾ, ਤਾਂ ਕੋ ਪਾਪ ਨਾ ਪੁੰਨ, ਉਹਨੂੰ ਕਹਿੰਦੇ ਪਾਪ ਪੁੰਨ ਨਹੀਂ ਲੱਗਦਾ ਇਸ ਅਵਸਥਾ ਚ। ਸੋ ਸਤ ਸੰਗਤ ਜੀ, ਬੇਅੰਤ ਗੁਰਸਿੱਖ ਇਸ ਅਵਸਥਾ ਦੇ ਮਾਲਕ ਹੋਏ। ਲਿਖੀ ਮੁਨੀ ਤਾਂ ਕੋਈ ਕੋਈ ਹੋਇਆ, ਲੇਕਿਨ ਗੁਰਸਿੱਖਾਂ ਤਾਂ ਪੂਰਾ ਦੇ ਪੂਰੀ ਇਸ ਅਵਸਥਾ ਦੇ ਮਾਲਕ ਬਣੇ। ਬਾਬਾ ਬੁੱਢਾ ਜੀ ਦੀ 7ਵੀਂ ਪੀੜ੍ਹੀ ਚ ਭਾਈ ਰਾਮ ਕੌਰ ਜੀ ਹਰ ਵੇਲੇ ਇਸ ਅਵਸਥਾ ਚ ਰਹਿੰਦੇ। ਸਤ ਸੰਗਤ, ਲਾਹੌਰ ਦੇ ਸਤ ਸੰਗੀ ਤੁਰਕ ਚੜ ਕੇ ਆਏ ਸ਼ਿਕਾਰ ਦੇ ਬਹਾਨੇ, ਲੰਗਰ ਦੇ ਸਾਰੇ ਹੀ ਬਰਤਨ ਘਰ ਲੁੱਟ ਕੇ ਲੈ ਗਏ। ਜਦੋਂ ਸੂਬੇ ਨੂੰ ਪਤਾ ਲੱਗਿਆ ਕਿ ਮੇਰੇ ਸੂਰਮੇ ਗਏ ਸੀ ਸ਼ਿਕਾਰ ਖੇਡਣ, ਰਮਦਾਸ ਨਗਰ ਤੋਂ ਸਿੱਖਾਂ ਦੇ ਲੰਗਰ ਨੂੰ ਲੁੱਟ ਕੇ ਲਿਆਏ ਬਾਬੇ ਗੁਰਬਖਸ਼ ਸਿੰਘ ਦੇ, ਪਛਤਾਇਆ ਨੱਠਿਆ ਆਇਆ ਕਿਤੇ ਸਰਾਫ ਨਾ ਬਚਨ ਨਾ ਕਰ ਦੇਣ। ਕਹਿੰਦਾ ਬਾਬਾ ਜੀ ਕਿਹੜੀ ਕਿਹੜੀ ਚੀਜ਼ ਗੁੰਮੀ ਹੈ? ਕਹਿੰਦੇ ਹੈ ਗੁੰਮੀ ਕਿਹੜੀ ਹੈ? ਇੱਥੇ ਗੁੰਮਦਾ ਨਾ ਕੋਈ ਲੱਭਦਾ, ਨਾ ਇੱਥੇ ਕੋਈ ਗੁੰਮਦਾ। ਉਹ ਅਵਸਥਾ ਹੀ ਐਸੀ ਹੈ। ਭਿੱਫਣਾ ਦੇ ਉੱਤੇ ਸਤ ਸੰਗੀ ਲੰਮੇ ਲੰਮੇ ਭਿੱਫਣ ਵਧਿਆ, ਚੱਕ ਕੇ ਬਾਲ, ਜਿਹੜੀ ਦ੍ਰਿਸ਼ਟੀ ਸਾਹਮਣੇ ਚੀਜ਼ ਆਈ ਉਹੀ ਕਹਿ ਦਿੱਤੀ, ਹੋਰ ਕੁਝ ਦਿਸੀ ਨਹੀਂ ਵੀ ਇੱਥੇ ਕੁਝ ਵੀ ਨਹੀਂ ਰਿਹਾ। ਕਹਿੰਦੇ ਉਹ ਬਾਜਾਂ ਦੇ ਅੱਡੇ ਸੀਗੇ, ਉਹ ਹੈ ਨਹੀਂ ਗੇ। ਸੂਬਾ ਹੈਰਾਨ ਹੋ ਗਿਆ ਵੀ ਸਾਰਾ ਘਰ ਦਾ ਸਮਾਨ ਲੁੱਟਿਆ ਗਿਆ, ਇਹਨਾਂ ਦੀ ਬਿਰਤੀ ਕੁਛ ਨਹੀਂ। ਇਸੇ ਕਰਕੇ ਬ੍ਰਹਮਾਕਾਰ ਬਿਰਤੀ ਹੈ। ਤਾਂ ਕੋ ਪਾਪ ਨਾ ਪੁੰਨ, ਐਸੇ ਸਤ ਸੰਗੀ ਅਵਸਥਾ ਵਿੱਚ ਪਾਪ ਪੁੰਨ ਨਹੀਂ ਲੱਗਦਾ। ਬਹੁਤ ਸਾਰੇ ਐਸੇ ਲੋਕ ਵੀ ਨੇ ਕੱਚੇ ਗਿਆਨ, ਅਹੰ ਬ੍ਰਹਮਸਮੀ ਨਿਸ਼ੰਗ ਭੋਗ ਲక్ష్ਮੀ, ਅਹੰ ਬ੍ਰਹਮ ਬੱਕਰੇ ਨਿਸ਼ੰਗ ਖਾ ਬੱਕਰੇ, ਕੋਈ ਪਾਪ ਪੁੰਨ ਨਹੀਂ, ਆਤਮਾ ਕੇ ਨਿਰਲੇਪ ਹੈ। ਐਸਾ ਕੱਚਾ ਗਿਆਨ ਨਾ ਕਦੇ ਵੀ ਗ੍ਰਹਿਣ ਕਰਨਾ ਚਾਹੀਏ। ਸਤ ਸੰਗਤ ਜੀ, ਨਾਰੀਅਲ ਹੈ, ਜਿੰਨਾ ਚਿਰ ਕੱਚਾ ਹੈ ਨਾ, ਵਿੱਚ ਪਾਣੀ ਖੜਕਦਾ ਹੈ, ਤੁਸੀਂ ਉੱਤੇ ਡੰਡਾ ਮਾਰੋ, ਉਹ ਜਿਹੜੇ ਵਿਚਲੀ ਕੱਚੀ ਗਿਰੀ ਆ ਉਹ ਬਾਹਰਲੇ ਪਾਸੇ ਨੂੰ ਜੁੜੀ ਹੁੰਦੀ ਹੈ ਵਿਕ ਦੇ ਨਾਲ, ਉਹ ਫਟ ਟਿੜ ਜਾਂਦੀ ਹੈ। ਜਦੋਂ ਨਾਰੀਅਲ ਪੱਕ ਜਾਂਦਾ, ਵਿੱਚ ਖੜਕਣ ਲੱਗ ਜਾਂਦਾ ਹੈ, ਮਾਰੀ ਚੱਲੋ ਸੱਤ ਨਹੀਂ ਡੰਡੇ ਉੱਤੇ, ਉਹ ਵਿਚਾਰਾ ਉਹਨੂੰ ਕੁਝ ਵੀ ਨਹੀਂ ਹੁੰਦਾ, ਵਿੱਚ ਹੀ ਖੜਕਦਾ। ਕਹਿੰਦਾ ਬਾਹਰਲੀ ਵਿਕ ਤੋਂ ਅਲੱਗਾ ਹੋ ਜਾਂਦਾ ਹੈ, ਅੰਦਰ ਆਪਣਾ ਆਪਣਾ ਵੱਖਰਾ ਆਪਣਾ ਆਪ ਕਰ ਲੈਂਦਾ ਹੈ। ਇਸੇ ਤਰ੍ਹਾਂ ਨਾਰੀਅਲ ਪੱਕੇ ਵਾਂਗੂ ਸਤ ਸੰਗਤ ਜੀ ਬ੍ਰਹਮ ਗਿਆਨੀ ਦੀ ਅਵਸਥਾ ਪਰਪੱਕ ਹੈ। ਉਹ ਫਿਰ ਜਿਹੜੀ ਬਾਹਰਲੀ ਦੇਹ ਹੈ, ਇਹਨੂੰ ਚਾਹੇ ਕੋਈ ਕੱਟੀ ਜਾਵੇ, ਬੰਦ ਕੱਟੀ ਜਾਵੇ, ਕੁਝ ਕਹੀ ਜਾਏ, ਉਹਨਾਂ ਦਾ ਜਿਹੜਾ ਅੰਦਰਲਾ ਸਰੂਪ ਹੈ ਉਹ ਆਨੰਦ ਚ ਹੀ ਰਹਿੰਦਾ ਹੈ। ਸੋ ਤਾਂ ਕਹਿੰਦੇ ਤਾਂ ਕੋ ਪਾਪ ਨਾ ਪੁੰਨੰ, ਉਹਨਾਂ ਨੂੰ ਸਤ ਸੰਗਤ ਜੀ ਉਹ ਦੇਹ ਦਾ ਫਿਰ ਜਿਹੜੇ ਪੱਕੇ ਨਾਰੀਅਲ ਵਾਂਗੂ ਨੇ, ਦੇਹ ਦੇ ਨਾਲ ਜੇ ਉਹ ਪੁੰਨ ਵੀ ਕਰਦੇ ਆ, ਉਹਨਾਂ ਨੂੰ ਪੁੰਨ ਵੀ ਨਹੀਂ ਲੱਗਦਾ ਕਿ ਉਹ ਪੁੰਨ ਕਰਕੇ ਸਵਰਗ ਨੂੰ ਜਾਣਾ ਪਊ। ਗੁਰਸਿੱਖ ਸਵਰਗ ਨੂੰ ਨਹੀਂ ਜਾਂਦਾ। ਪਾਪੀ ਪੁੰਨੀ ਆਖਣ ਨਾ ਹੈ, ਗੁਰਸਿੱਖ ਨਾ ਪਾਪੀ ਕਹੀਦੇ ਨੇ ਨਾ ਪੁੰਨੀ। ਜੇ ਪੁੰਨ ਕਰਦੇ ਨੇ ਤਾਂ ਕਹਿੰਦੇ ਗੁਰੂ ਸਾਹਿਬ ਦਾ ਦਿੱਤਾ ਹੋਇਆ, ਅਸੀਂ ਕੌਣ ਹੈ ਪੁੰਨ ਕਰਨ ਵਾਲੇ। ਪਾਪ ਗੁਰਸਿੱਖ ਕਰਦਾ ਹੀ ਨਹੀਂ ਹੈ। ਜੇ ਪੁੰਨ ਕਰੇਗਾ ਤਾਂ ਸਵਰਗ ਨੂੰ ਜਾਊਗਾ, ਜੇ ਪਾਪ ਕਰੂ ਤਾਂ ਨਰਕ ਨੂੰ ਜਾਊਗਾ। ਗੁਰਸਿੱਖ ਦੋਨਾਂ ਤੋਂ ਹੀ ਨਿਰਲੇਪ ਹੈ। ਫਿਰ ਪੁੰਨ ਕਰਨ ਦਾ ਫਲ ਕੀ ਮਿਲਿਆ ਗੁਰਸਿੱਖ ਨੂੰ, ਜੇ ਸਵਰਗ ਨਹੀਂ ਮਿਲਿਆ। ਆ ਜਿਹੜਾ ਸਤੋਗੁਣ ਕਹਿੰਦੇ ਨੇ ਵੀ ਕਮਨ ਚੰਦ ਮੁਖ ਚੰਦ ਹਿਵੈ ਘਰ ਛਾਇਆ, ਪੁੰਨ ਕਰਨ ਨਾਲ ਗੁਰਸਿੱਖ ਦੇ ਹਿਰਦੇ 'ਚ ਸਤੋਗੁਣ ਆ ਬਸਦਾ। ਜਦੋਂ ਸਤੋਗੁਣ ਆ ਬਸਦਾ, ਫਿਰ ਸ਼ਬਦ ਦਾ ਗਿਆਨ ਛੇਤੀ ਹੋ ਜਾਂਦਾ। ਜਦੋਂ ਗਿਆਨ ਹੋ ਗਿਆ, ਸਤ ਸੰਗੀ ਜੰਮਣ ਮਰਨ ਮਿਟ ਗਿਆ। ਇਹ ਸੁਖੈਨ ਰਸਤਾ ਮਹਾਰਾਜ ਜੀ ਨੇ ਦਰਸਾਇਆ ਹੈ। ਤਾ ਕੋ ਪਾਪ ਨਾ ਪੁੰਨੰ, ਦੋਤ ਉਚਾਪਤ ਲੇਖ ਨਾ ਲਿਖੀਐ, ਪ੍ਰਗਟੀ ਜੋਤ ਮੁਰਾਦ। ਜਿਹਦੇ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟ ਹੋਗੀ, ਉਹਦਾ ਲੇਖਾ ਪਾਤਾ ਸਤ ਸੰਗੀ ਕੋਈ ਨਹੀਂ। ਇਸ ਕਰਕੇ ਗੁਰਸਿੱਖ ਨਾਮ ਦੇ ਆਸਰੇ ਇਹ ਪਾਪ ਪੁੰਨ ਤੋਂ ਨਿਰਲੇਪ ਹੈ। ਘਟ ਘਟ ਸੁਨ ਕਾ ਜਾਣ ਭਿਓ, ਉਹ ਗੁਰਸਿੱਖ ਘਟ ਘਟ ਸਤ ਸੰਗਤ ਜੀ ਸਰੀਰਾਂ ਚ ਉਹ ਫੁਰ ਪਰਮੇਸ਼ਰ ਦਾ ਭੇਤ ਜਾਣ ਲੈਂਦਾ ਵੀ ਸਾਰਿਆਂ ਜੀਆਂ ਦੇ ਅੰਦਰ ਅਫੁਰ ਪਰਮੇਸ਼ਰ ਵਸਦਾ ਹੈ। ਆਦਿ ਪੁਰਖ ਨਿਰੰਜਨ ਦਿਓ, ਉਹ ਕੈਸਾ ਹੈ? ਆਦਿ ਪੂਰਨ ਪੁਰਖ ਹੈ। ਨਿਰੰਜਨ ਕਈ ਅੰਜਨ ਕਾਲਕ ਤੋਂ ਸੁਧ ਹੈ, ਮਾਇਆ ਕਾਲਸ ਨਹੀਂ ਉਹਨੂੰ ਲੱਗਦੀ।
ਦਿਓ ਪ੍ਰਕਾਸ਼ ਰੂਪ ਹੈ। ਜੋ ਜਨ ਨਾਮ ਨਿਰੰਜਨ ਰਾਤਾ ਜਿਹੜਾ ਗੁਰਸਿੱਖ ਸਾਧ ਸੰਗਤ ਜੀ ਐਸੇ ਮਾਇਆ ਕਾਲ ਤੋਂ ਸੁਧ ਪਰਮੇਸ਼ਰ ਦੇ ਨਾਮ ਵਿੱਚ ਰਤਿਆ ਰਹਿੰਦਾ ਹੈ। ਨਾਨਕ ਸੋਈ ਪੁਰਖ ਵਿਧਾਤਾ ਮਹਾਰਾਜ ਕਹਿੰਦੇ ਸਿੱਧ ਸੋਈ ਪੁਰਖ ਵਿਧਾਤਾ, ਕਰਮਾਨੁਸਾਰ ਫਲ ਪ੍ਰਦਾਤਾ ਜਿਹੜਾ ਪਰਮੇਸ਼ਰ ਹੈ, ਸੋ ਪੁਰਖ ਉਹਦਾ ਰੂਪ ਹੀ ਹੋ ਜਾਂਦਾ ਹੈ ਬ੍ਰਹਮ ਦਾ। ਐਸੀ ਸਤ ਸੰਗਤ ਜੀ ਆਪ ਜੀ ਨੇ ਸਿੱਖਿਆ ਇਹਨਾਂ ਨੂੰ ਦਿੱਤੀ ਹੈ। ਇਸੇ ਤਰ੍ਹਾਂ ਸਤ ਸੰਗਤ ਜੀ ਗੁਰਬਾਣੀ ਚ ਆਉਂਦਾ ਹੈ, ਨਾਨਕ ਤਰਬਰ ਏਕ ਫਲ ਦੋਇ ਪੰਖੇ ਰੂ ਆਹੇ, ਆਪ ਤ ਜਾਤ ਨਾ ਦੀਸਈ ਨਾ ਪਰ ਪੰਖੀ ਤਾਹੇ। ਨਾਨਕ ਤਰਬਰ ਇੱਕ ਬਿਰਛ ਹੈ ਕਹਿੰਦੇ, ਦੋ ਪੰਖੇ ਰੂ ਆਹੇ, ਦੋ ਪੰਛੀ ਵਸਦੇ ਨੇ ਉਹਦੇ ਉੱਤੇ। ਇੱਕ ਅਫੁਰ ਹੈ ਆ ਜਿਹਨੂੰ ਸੁਣ ਕਿਹਾ ਹੈ, ਇੱਕ ਸਾਧ ਸੰਗਤ ਜੀ ਜਿਹੜੇ ਆਪਾਂ ਮੰਨੀ ਬੈਠੇ ਮੈਂ ਵੀ ਕੋਈ ਜੀਵ ਹੈਗਾ, ਇਹ ਬਿਰਛ ਸਰੀਰ ਹੈ। ਆਪਾਂ ਮੁੱਕਰਦੇ ਤਾਂ ਨਹੀਂ ਵੀ ਅਸੀਂ ਇਹ ਸਰੀਰ ਦੇ ਉੱਤੇ ਨਹੀਂ ਰਹਿੰਦੇ, ਸਰੀਰ ਵਿੱਚ ਰਹਿੰਦੇ ਹਾਂ। ਜਿਵੇਂ ਬਿਰਛ ਦੀ ਟਾਹਣੀਆਂ ਤੇ ਪੰਛੀ ਰਹਿੰਦਾ ਹੈ, ਆਪਾਂ ਵੀ ਸਰੀਰ ਵਿੱਚ ਰਹਿੰਦੇ, ਲੇਕਿਨ ਇੱਥੇ ਪਰਮੇਸ਼ਰ ਵੀ ਰਹਿੰਦਾ। ਇਸ ਸਰੀਰ ਵਿੱਚ ਵਾਹਿਗੁਰੂ ਵੀ ਰਹਿੰਦਾ ਤੇ ਆਪਾਂ ਵੀ ਰਹਿੰਦੇ। ਕਦੇ ਆਪਾਂ ਕਿਸੇ ਨੇ ਕਿਹਾ ਵੀ ਮੈਂ ਰੱਬ ਹਾਂ? ਕਿਸੇ ਨੂੰ ਪੁੱਛ ਲਓ ਕਿ ਮੈਂ ਤਾਂ ਵੀ ਜੀਵ ਹਾਂ। ਇਸ ਕਰਕੇ ਨਾਨਕ ਤਰਬਰ ਏਕ ਫਲ ਦੋ ਪੰਖੇ ਰੂ ਆਹੇ, ਤਰਬਰ ਬਿਰਛ ਇੱਕੋ ਹੀ ਹੈ, ਦੋ ਹੀ ਪੰਖੇਰੂ ਨੇ ਤੇ ਦੋ ਹੀ ਸਾਧ ਸੰਗੀ ਫਲ ਨੇ ਇੱਥੇ ਲੱਗਦੇ। ਉਹ ਕਿਹੜੇ? ਪਾਪ ਤੇ ਪੁੰਨ। ਇਸ ਸਰੀਰ ਦੇ ਨਾਲ ਪਾਪ ਵੀ ਕਰੀਦੇ ਤੇ ਪੁੰਨ ਵੀ ਕਰੀਦੇ ਆ, ਦੋ ਫਲ ਲੱਗ ਗਏ ਇਸ ਨੂੰ। ਲੇਕਿਨ ਇੱਕ ਪੰਛੀ ਤਾਂ ਆਉਂਦਾ ਜਾਂਦਾ ਨਹੀਂ ਹੈ, ਨਾ ਦਿਸਦਾ ਵੀ ਨਹੀਂ ਹੈ। ਇੱਕ ਆਉਂਦਾ ਜਾਂਦਾ ਵੀ ਹੈ ਤੇ ਦਿਸਦਾ ਵੀ ਹੈ। ਸਾਧ ਸੰਗਤ ਜੀ ਦੋ ਹੀ ਪੰਛੀ ਨੇ, ਇੱਕ ਬਿਰਛ ਪਰ ਦੋ ਹੈ ਪੱਛੀ, ਇੱਕ ਭੋਗੇ ਇੱਕ ਰਹਿ ਅਨਿੱਛੀ। ਜਿਹੜਾ ਫਲ ਖਾਊਗਾ ਸਾਧ ਸੰਗਤ ਜੀ ਉਹੀ ਦਿਸੂਗਾ ਤੇ ਉਹ ਆਊ ਜਾਊਗਾ ਵੀ ਜੂਨਾ ਚ। ਜਿਹੜਾ ਫਲ ਨਹੀਂ ਖਾਊਗਾ ਉਹ ਨਿਰਲੇਪ ਹੈ। ਭੋਗੰ ਤਾਂ ਰੋਗੰ, ਜੇ ਆਪਾਂ ਪਦਾਰਥ ਭੋਗਦੇ ਹਾਂ ਤਦੇ ਹੀ ਰੋਗ ਪੈਦਾ ਹੁੰਦੇ ਆ। ਸੋ ਆਪ ਜੀ ਫਰਮਾਉਂਦੇ ਆ ਉੱਥੇ ਬਿਹਾਗੜ ਦੀ ਰਾਗ ਵਿੱਚ, ਇਹ ਸਤ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਹੈ ਕਿ ਜਿਹੜਾ ਸਤ ਸੰਗਤ ਜੀ ਉਹਨੂੰ ਕਹਿੰਦੇ ਆ ਆਪਾਂ ਬ੍ਰਹਮ, ਜਿਹੜਾ ਅੰਦਰ ਆਪਾਂ ਨੂੰ ਸੱਤਾ ਸਫੁਰਤੀ ਦੇ ਰਿਹਾ ਹੈ। ਅੰਤਸ਼ਕਰਨ ਵਿਸ਼ਿਸ਼ਟ ਚੇਤਨ ਜੀਵ ਕਹੇ ਹੈ, ਅੰਤਸ਼ਕਰਨ ਉਪਹਿਤ ਚੇਤਨ ਉਫੁਰ ਬ੍ਰਹਮ ਦਾ ਦੇ ਲਕਸ਼ਣ।